ਅਸੀਂ ਪ੍ਰੇਮ ਦੇ ਸੁਭਾਅ ਦੀ ਛਾਣਬੀਣ ਵਿੱਚ ਲੱਗੇ ਰਹੇ ਹਾਂ ਤੇ ਹੁਣ ਅਸੀਂ ਉਸ ਨੁਕਤੇ ਤੇ ਪਹੁੰਚੇ ਹਾਂ ਜਿੱਥੇ ਹੋਰ ਵੀ ਜ਼ਿਆਦਾ ਤਿੱਖੀ ਸਮਝ ਤੇ ਸੂਝ-ਬੂਝ ਜ਼ਰੂਰੀ ਹੈ। ਅਸੀਂ ਦੇਖਿਆ ਹੈ ਕਿ ਜ਼ਿਆਦਾਤਰ ਲੋਕਾਂ ਲਈ ਪ੍ਰੇਮ ਦਾ ਅਰਥ ਹੈ ਸੁਰੱਖਿਆ, ਸੁੱਖ, ਆਰਾਮ ਤੇ ਜੀਵਨ ਭਰ ਲਈ ਸਰੀਰਕ ਤੇ ਭਾਵਨਾਤਮਕ ਤ੍ਰਿਪਤੀ ਦੀ ਗਰੰਟੀ। ਫਿਰ ਮੇਰੇ ਵਰਗਾ ਕੋਈ ਆ ਕੇ ਪੁੱਛਦਾ ਹੈ ਕਿ ਕੀ ਇਹੀ ਪ੍ਰੇਮ ਹੈ ਅਤੇ ਤੁਹਾਨੂੰ ਤੁਹਾਡੇ ਅੰਦਰ ਝਾਕਣ ਲਈ ਕਹਿੰਦਾ ਹੈ ਤੇ ਤੁਸੀਂ ਉਸ ਤੋਂ ਭੱਜਦੇ ਹੋ ਕਿਉਂਕਿ ਅੰਦਰ ਝਾਕਣ ਨਾਲ ਤੁਹਾਨੂੰ ਘਬਰਾਹਟ ਹੁੰਦੀ ਹੈ। ਇਸ ਨਾਲੋਂ ਤਾਂ ਤੁਸੀਂ ਆਤਮਾ ਜਾਂ ਫਿਰ ਰਾਜਨੀਤਿਕ ਤੇ ਆਰਥਿਕ ਹਾਲਾਤਾਂ ਤੇ ਚਰਚਾ ਕਰਨਾ ਚਾਹੋਗੇ। ਜੇ ਤੁਹਾਨੂੰ ਆਪਣੇ ਅੰਦਰ ਝਾਕਣ ਲਈ ਮਜਬੂਰ ਕੀਤਾ ਜਾਵੇ ਤਾਂ ਤੁਸੀਂ ਦੇਖੋਗੇ ਕਿ ਜਿਸ ਨੂੰ ਤੁਸੀਂ ਪ੍ਰੇਮ ਸਮਝਦੇ ਹੋ ਉਹ ਪ੍ਰੇਮ ਹੈ ਹੀ ਨਹੀਂ, ਉਹ ਤਾਂ ਇੱਕ ਦੂਜੇ ਦਾ ਤੁਸ਼ਟੀਕਰਨ ਹੈ, ਇੱਕ ਦੂਜੇ ਦਾ ਸ਼ੋਸ਼ਣ ਹੈ। ਜਦ ਮੈਂ ਕਹਿੰਦਾ ਹਾਂ ਕਿ ਪ੍ਰੇਮ ਦਾ ਨਾ ਕੋਈ ਭਵਿੱਖ ਹੈ ਤੇ ਨਾ ਕੋਈ ਅਤੀਤ, ਜਦੋਂ ਕੋਈ ਕੇਂਦਰ ਨਹੀਂ ਹੁੰਦਾ ਤਾਂ ਹੀ ਪ੍ਰੇਮ ਪ੍ਰਗਟ ਹੁੰਦਾ ਹੈ, ਤਾਂ ਇਹ ਮੇਰੇ ਲਈ ਇੱਕ ਹਕੀਕਤ ਤੇ ਸੱਚਾਈ ਹੈ, ਪਰ ਤੁਹਾਡੇ ਲਈ ਨਹੀਂ। ਤੁਸੀਂ ਇਹਨਾਂ ਸਤਰਾਂ ਦੀ ਇੱਥੇ ਉੱਥੇ ਉਦਾਹਰਣ ਦੇ ਸਕਦੇ ਹੋ, ਇਹਨਾਂ ਨੂੰ ਇੱਕ ਜੜ ਸੂਤਰ ਬਣਾ ਸਕਦੇ ਹੋ, ਪਰ ਇਸ ਦਾ ਕੋਈ ਮੁੱਲ ਨਹੀਂ। ਤੁਹਾਨੂੰ ਆਪਣੇ ਲਈ ਖੁਦ ਦੇਖਣਾ ਪਏਗਾ, ਪਰ ਇਹ ਕਰਨ ਲਈ ਦੇਖਣ ਦੀ ਆਜ਼ਾਦੀ ਚਾਹੀਦੀ ਹੈ, ਜਿਸ ਦਾ ਅਰਥ ਹੈ ਹਰ ਤਰ੍ਹਾਂ ਦੀ ਨਿੰਦਾ, ਉਸਤਤੀ ਤੋਂ ਸਹਿਮਤੀ, ਅਸਹਿਮਤੀ ਤੇ ਨਿਰਣਿਆਂ ਤੋਂ ਆਜ਼ਾਦ ਹੋਣਾ। ਦੇਖਣਾ ਇਹ ਜੀਵਨ ਦੀਆਂ ਸਭ ਤੋਂ ਔਖੀਆਂ ਚੀਜ਼ਾਂ ਵਿੱਚੋਂ ਇੱਕ ਹੈ ਤੇ ਸੁਣਨਾ ਵੀ। ਦੇਖਣਾ ਤੇ ਸੁਣਨਾ ਇੱਕ ਹੀ ਗੱਲ ਹੈ। ਜੇ ਤੁਹਾਡੀਆਂ ਅੱਖਾਂ ਚਿੰਤਾ ਤੇ ਪਰੇਸ਼ਾਨੀ ਨਾਲ ਅੰਨ੍ਹੀਆਂ ਹੋਈਆਂ ਹਨ ਤਾਂ ਤੁਸੀਂ ਡੁੱਬਦੇ ਸੂਰਜ ਦੀ ਲਾਲੀ ਨਹੀਂ ਦੇਖ ਸਕਦੇ। ਬਦਕਿਸਮਤੀ ਕਰਕੇ ਆਦਮੀ ਕੁਦਰਤ ਤੋਂ ਹੌਲੇ-ਹੌਲੇ ਦੂਰ ਹੁੰਦਾ ਜਾ ਰਿਹਾ ਹੈ। ਸੱਭਿਅਤਾ ਬੜੀ ਤੇਜ਼ੀ ਨਾਲ ਵੱਡੇ ਵੱਡੇ ਸ਼ਹਿਰਾਂ ਤੇ ਨਗਰਾਂ ਵੱਲ ਮੁੜ ਰਹੀ ਹੈ। ਅਸੀਂ ਜ਼ਿਆਦਾ ਤੋਂ ਜ਼ਿਆਦਾ ਸ਼ਹਿਰੀ ਬਣਦੇ ਜਾ ਰਹੇ ਹਾਂ। ਵੱਡੇ ਵੱਡੇ ਸ਼ਹਿਰਾਂ ਵਿੱਚ ਲੋਕ ਛੋਟੇ ਛੋਟੇ ਫਲੈਟਾਂ ਵਿੱਚ ਸਿਮਟ ਕੇ ਰਹਿਣ ਲੱਗ ਪਏ ਹਨ। ਮਕਾਨ ਉੱਚੇ ਉੱਚੇ ਤੇ ਆਪਸ ਵਿੱਚ ਇੰਨੇ ਲਾਗੇ ਲਾਗੇ ਹਨ ਕਿ ਸਵੇਰੇ ਸ਼ਾਮ ਅਸਮਾਨ ਨੂੰ ਦੇਖਣਾ ਵੀ ਨਸੀਬ ਨਹੀਂ ਹੁੰਦਾ। ਇਸ ਤਰ੍ਹਾਂ ਪ੍ਰਕਿਰਤੀ ਤੇ ਉਸ ਦੀ ਸੁੰਦਰਤਾ ਨਾਲ ਸਾਡਾ ਸੰਬੰਧ ਟੁੱਟਦਾ ਜਾ ਰਿਹਾ ਹੈ। ਪਤਾ ਨਹੀਂ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਨਹੀਂ ਕਿ ਕਿੰਨੇ ਥੋੜ੍ਹੇ ਜਿਹੇ ਲੋਕਾਂ ਦੀ ਹੁਣ ਇਸ ਗੱਲ 'ਚ ਰੁਚੀ ਰਹਿ ਗਈ ਹੈ ਕਿ ਸੂਰਜ ਚੜ੍ਹਨ ਤੇ ਡੁੱਬਣ ਵੇਲੇ ਆਕਾਸ਼ ਵਿੱਚ ਫੈਲੀ ਸੁੰਦਰਤਾ ਨੂੰ ਦੇਖੀਏ, ਜਾਂ ਰਾਤ ਵੇਲੇ ਚਾਰੇ ਪਾਸੇ ਫੈਲੀ ਚਾਨਣੀ, ਜਾਂ ਦਿਨੇ ਰੋਸ਼ਨੀ ਵਿੱਚ ਪਾਣੀ ਤੇ ਤਲ ਤੇ ਸੂਰਜ ਦੀਆਂ ਜਗਮਗਾਉਂਦੀਆਂ ਕਿਰਨਾਂ ਨੂੰ ਦੇਖੀਏ। ਕੁਦਰਤ ਨਾਲ ਨਾਤਾ ਤੋੜ ਕੇ ਸ਼ਾਇਦ ਸਾਡਾ ਝੁਕਾਵ ਕੇਵਲ ਬੌਧਿਕ ਸਮਰੱਥਾ ਦਾ ਵਿਕਾਸ ਕਰਨ ਵੱਲ ਹੈ। ਅਸੀਂ ਫਿਰ ਸਾਰੀਆਂ ਕਿਤਾਬਾਂ ਪੜ੍ਹਦੇ ਹਾਂ, ਅਜਾਇਬ ਘਰ ਦੇਖਦੇ ਹਾਂ, ਸੰਗੀਤ ਸੰਮੇਲਨਾਂ ਵਿੱਚ ਜਾ ਕੇ ਆਪਣਾ ਵਕਤ ਗੁਜ਼ਾਰਦੇ ਹਾਂ, ਟੈਲੀਵਿਜ਼ਨ ਦੇਖਦੇ ਹਾਂ ਅਤੇ ਮਨੋਰੰਜਨ ਦੇ ਦੂਸਰੇ ਸਾਧਨਾਂ ਦਾ ਇਸਤੇਮਾਲ ਕਰਦੇ ਹਾਂ। ਚਰਚਾਵਾਂ ਵਿੱਚ ਅਸੀਂ ਵਿਦਵਾਨਾਂ ਤੇ ਲੇਖਕਾਂ ਦੀਆਂ ਪੰਗਤੀਆਂ ਦੇ ਉਦਾਹਰਨ ਦਿੰਦੇ ਹਾਂ, ਅਰਥਾਤ ਦੂਜੇ ਦੇ ਵਿਚਾਰਾਂ ਨੂੰ ਹੀ ਦੁਹਰਾਉਂਦੇ ਹਾਂ। ਕਲਾ ਦੇ ਸੰਬੰਧ ਵਿੱਚ ਅਸੀਂ ਢੇਰ ਸਾਰਾ ਚਿੰਤਨ ਤੇ ਚਰਚਾ ਕਰਦੇ ਹਾਂ। ਕਲਾ ਤੇ ਸਾਡਾ ਇੰਨਾ ਜ਼ਿਆਦਾ ਜ਼ੋਰ, ਇੰਨੀ ਜ਼ਿਆਦਾ ਨਿਰਭਰਤਾ ਕਿਉਂ ਹੈ? ਕਿਤੇ ਇਹ ਇੱਕ ਤਰ੍ਹਾਂ ਦੀ ਭਾਜਤਾ ਨਹੀਂ, ਇੱਕ ਤਰ੍ਹਾਂ ਦੀ ਉਤੇਜਨਾ ਤੇ ਨਹੀਂ ਹੈ? ਜੇ ਤੁਸੀਂ ਪ੍ਰਕਿਰਤੀ ਦੇ ਸਿੱਧੇ ਸੰਪਰਕ ਵਿੱਚ ਰਹੋ, ਕਦੀ ਹਵਾ 'ਚ ਤਾਰਿਆਂ ਲਾਉਂਦੇ ਪੰਛੀਆਂ ਨੂੰ ਦੇਖੋ, ਛਿਨ ਛਿਨ ਬਦਲਦੇ ਆਕਾਸ਼ ਨੂੰ ਦੇਖੋ, ਪਹਾੜਾਂ 'ਤੇ ਪੈਂਦੀਆਂ ਪਰਛਾਈਆਂ ਨੂੰ ਦੇਖੋ, ਕਿਸੇ ਚਿਹਰੇ ਦੀ ਖੂਬਸੂਰਤੀ ਨੂੰ ਮਾਣੋ, ਤਾਂ ਕੀ ਫਿਰ ਵੀ ਕਿਸੇ ਮਿਊਜ਼ੀਅਮ ਵਿੱਚ ਟੰਗੀਆਂ ਤਸਵੀਰਾਂ ਨੂੰ ਦੇਖਣ ਦੀ ਲੋੜ ਰਹਿ ਜਾਂਦੀ ਹੈ? ਸ਼ਾਇਦ ਅਸੀਂ ਆਪਣੇ ਆਲੇ ਦੁਆਲੇ ਦੇਖਣਾ ਹੀ ਨਹੀਂ ਜਾਣਦੇ ਤੇ ਉਸ ਲਈ ਵੀ ਸਾਨੂੰ ਕਿਸੇ ਨਸ਼ੇ ਦਾ ਸਹਾਰਾ ਲੈਣਾ ਪੈਂਦਾ ਹੈ। ਇੱਕ ਕਹਾਣੀ ਹੈ, ਕਿਤੇ ਇੱਕ ਅਧਿਆਤਮਕ ਗੁਰੂ ਰਿਹਾ ਕਰਦਾ ਸੀ। ਹਰ ਸਵੇਰੇ ਉਹ ਆਪਣੇ ਸ਼ਾਗਿਰਦਾਂ ਨੂੰ ਪ੍ਰਵਚਨ ਦਿੰਦਾ ਸੀ। ਇੱਕ ਸਵੇਰ ਅਜੇ ਉਹ ਪ੍ਰਵਚਨ ਕਰਨ ਲਈ ਬੈਠਾ ਹੀ ਸੀ ਅਤੇ ਬੋਲਣ ਹੀ ਲੱਗਾ ਸੀ ਕਿ ਇੱਕ ਛੋਟੀ ਜਿਹੀ ਚਿੜੀ ਕਿਤਿਓਂ ਉੱਡਦੀ ਹੋਈ ਆਈ ਤੇ ਨਾਲ ਦੀ ਖਿੜਕੀ 'ਤੇ ਬੈਠ ਕੇ ਗਾਉਣ ਲੱਗ ਪਈ। ਚਿੜੀ ਮਗਨ ਹੋ ਕੇ ਆਪਣੇ ਪੂਰੇ ਦਿਲ ਨਾਲ ਗਾਉਂਦੀ ਰਹੀ।
ਕੁਝ ਦੇਰ ਬਾਅਦ ਉਸਨੇ ਆਪਣਾ ਗਾਉਣਾ ਬੰਦ ਕੀਤਾ ਤੇ ਉੱਡ ਕੇ ਬਾਹਰ ਚਲੀ ਗਈ ਅਤੇ ਉਸ ਗੁਰੂ ਨੇ ਆਪਣੇ ਸ਼ਾਗਿਰਦਾਂ ਨੂੰ ਕਿਹਾ ਕਿ ਅੱਜ ਦਾ ਪ੍ਰਵਚਨ ਸਮਾਪਤ ਹੋਇਆ। ਮੈਨੂੰ ਲੱਗਦਾ ਹੈ ਕਿ ਨਾ ਕੇਵਲ ਬਾਹਰੀ ਚੀਜ਼ਾਂ ਨੂੰ ਸਗੋਂ ਅੰਦਰੂਨੀ ਚੀਜ਼ਾਂ ਨੂੰ ਵੀ ਖੁਦ ਸਿੱਧਾ ਤੇ ਸਾਫ਼-ਸਾਫ਼ ਦੇਖ ਸਕਣਾ ਸਾਡੀਆਂ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ 'ਚੋਂ ਇੱਕ ਹੈ। ਜਦ ਅਸੀਂ ਕਹਿੰਦੇ ਹਾਂ ਕਿ ਅਸੀਂ ਕਿਸੇ ਦਰਖਤ, ਫੁੱਲ ਜਾਂ ਕਿਸੇ ਆਦਮੀ ਨੂੰ ਦੇਖਦੇ ਹਾਂ ਤਾਂ ਕਿ ਅਸੀਂ ਅਸਲ ਵਿੱਚ ਉਹਨਾਂ ਨੂੰ ਦੇਖਦੇ ਹਾਂ, ਜਾਂ ਅਸੀਂ ਸ਼ਬਦਾਂ ਨਾਲ ਬੜੀ ਖਿਆਲੀ ਤਸਵੀਰ ਜਾਂ ਛਵੀ ਨੂੰ ਹੀ ਦੇਖਦੇ ਹਾਂ। ਅਰਥਾਤ ਜਦ ਤੁਸੀਂ ਇੱਕ ਦਰਖਤ ਨੂੰ ਦੇਖਦੇ ਹੋ ਜਾਂ ਸਾਂਝ ਨੂੰ, ਬੱਦਲਾਂ ਦੀ ਲਾਲੀ ਤੇ ਉਹਨਾਂ ਦੀ ਲੀਲਾ ਨੂੰ ਦੇਖਦੇ ਹੋ ਤਾਂ ਕੀ ਸੱਚਮੁੱਚ ਤੁਸੀਂ ਉਹਨਾਂ ਨੂੰ ਦੇਖਦੇ ਹੋ? ਸਿਰਫ ਅੱਖਾਂ ਜਾਂ ਦਿਮਾਗ ਨਾਲ ਨਹੀਂ, ਸਗੋਂ ਪੂਰੀ ਸਮੁੱਚਤਾ ਨਾਲ। ਇਕੱਠੀ ਕੀਤੀ ਜਾਣਕਾਰੀ ਤੇ ਯਾਦ ਦੇ ਸਹਾਰੇ ਤੋਂ ਬਿਨਾਂ ਕੀ ਤੁਸੀਂ ਕਦੀ ਕਿਸੇ ਬਾਹਰੀ ਚੀਜ਼ ਜਿਵੇਂ ਦਰਖਤ ਨੂੰ ਦੇਖਣ ਦਾ ਪ੍ਰਯੋਗ ਕੀਤਾ ਹੈ? ਬਿਨਾਂ ਪਹਿਲਾਂ ਕੱਢੇ ਗਏ ਸਿੱਟੇ ਤੇ ਸ਼ਬਦਾਂ ਦੇ ਸਹਾਰੇ, ਜੋ ਅਕਸਰ ਸਾਡੇ ਅਤੇ ਰੁੱਖ ਵਿਚਕਾਰ ਪਰਦਾ ਬਣ ਜਾਂਦੇ ਹਨ, ਜਿਸ ਕਾਰਨ ਤੁਸੀਂ ਰੁੱਖ ਨੂੰ ਉਵੇਂ ਨਹੀਂ ਦੇਖ ਸਕਦੇ ਜਿੱਦਾਂ ਦਾ ਉਹ ਹੁੰਦਾ ਹੈ। ਤੁਸੀਂ ਇਸ ਨੂੰ ਅਜ਼ਮਾ ਕੇ ਦੇਖੋ ਕਿ ਕੀ ਹੁੰਦਾ ਹੈ ਜਦ ਤੁਸੀਂ ਆਪਣੀ ਸਾਰੀ ਊਰਜਾ ਨਾਲ, ਆਪਣੇ ਪੂਰੇ ਵਜੂਦ ਨਾਲ ਇੱਕ ਰੁੱਖ ਨੂੰ ਦੇਖਦੇ ਹੋ। ਪੂਰੀ ਰੀਝ ਲਾ ਕੇ ਦੇਖਣ 'ਚ ਕੋਈ ਦ੍ਰਿਸ਼ਟਾ ਬਚਿਆ ਹੀ ਨਹੀਂ। ਬਚਿਆ ਹੈ ਸਿਰਫ ਸਜਗਤਾ ਤੇ ਹੋਸ਼। ਦ੍ਰਿਸ਼ਟਾ ਤੇ ਦ੍ਰਿਸ਼ ਦਾ ਹੋਸ਼ ਦੀ ਘਾਟ ਕਾਰਨ ਪੈਦਾ ਹੁੰਦੇ ਹਨ। ਜਦ ਤੁਸੀਂ ਕਿਸੇ ਚੀਜ਼ ਨੂੰ ਪੂਰੇ ਧਿਆਨ ਨਾਲ ਦੇਖਦੇ ਹੋ ਤਾਂ ਉੱਥੇ ਕਿਸੇ ਵਿਚਾਰ, ਕਿਸੇ ਕਲਪਨਾ, ਕਿਸੇ ਫਾਰਮੂਲੇ ਅਤੇ ਯਾਦ ਲਈ ਜਗ੍ਹਾ ਹੀ ਨਹੀਂ ਬਚਦੀ। ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ, ਕਿਉਂਕਿ ਫਿਰ ਹੀ ਅਸੀਂ ਸਾਵਧਾਨੀਪੂਰਵਕ ਗਹਿਰੀ ਛਾਨਬੀਨ ਵਿੱਚ ਉਤਰ ਸਕਾਂਗੇ। ਸਿਰਫ ਉਹੀ ਮਨ ਜਾਣ ਸਕਦਾ ਹੈ ਕਿ ਸੁੰਦਰਤਾ ਕੀ ਹੈ ਜੋ ਪੂਰੀ ਤਰ੍ਹਾਂ ਖੁਦ ਨੂੰ ਭੁੱਲ ਕੇ ਅਸਮਾਨ ਦੇ ਤਾਰਿਆਂ ਨੂੰ, ਕਿਸੇ ਬਿਰਖ ਨੂੰ, ਸੂਰਜ ਦੀਆਂ ਕਿਰਨਾਂ ਨਾਲ ਝਿਲਮਿਲਾਉਂਦੇ ਨਦੀ ਦੇ ਜਲ ਨੂੰ ਦੇਖਦਾ ਹੈ। ਅਤੇ ਜਦ ਅਸੀਂ ਸੱਚਮੁੱਚ ਦੇਖਦੇ ਹਾਂ ਤਾਂ ਉਸ ਛਿਨ ਅਸੀਂ ਪ੍ਰੇਮ ਦੀ ਹਾਲਤ ਵਿੱਚ ਹੁੰਦੇ ਹਾਂ। ਆਮ ਤੌਰ 'ਤੇ ਸਾਨੂੰ ਤੁਲਨਾ ਨਾਲ ਹੀ ਸੁੰਦਰਤਾ ਦਾ ਬੋਧ ਹੁੰਦਾ ਹੈ। ਸਾਨੂੰ ਸੁੰਦਰਤਾ ਉਹਨਾਂ ਚੀਜ਼ਾਂ ਵਿੱਚ ਨਜ਼ਰ ਆਉਂਦੀ ਹੈ ਜਿਨ੍ਹਾਂ ਨੂੰ ਆਦਮੀ ਦੇ ਹੱਥਾਂ ਨੇ ਬਣਾਇਆ ਹੈ। ਇਸ ਦਾ ਅਰਥ ਹੈ ਕਿ ਅਸੀਂ ਸੁੰਦਰਤਾ ਦਾ ਸੰਬੰਧ ਚੀਜ਼ ਨਾਲ ਜੋੜਦੇ ਹਾਂ। ਮੈਂ ਇੱਕ ਮਕਾਨ ਦੇਖਦਾ ਹਾਂ ਜੋ ਮੈਨੂੰ ਸੁੰਦਰ ਲੱਗਦਾ ਹੈ ਕਿਉਂਕਿ ਮੈਂ ਉਸ ਨੂੰ ਭਵਨ ਕਲਾ ਦੇ ਆਪਣੇ ਗਿਆਨ ਅਨੁਸਾਰ ਦੇਖਦਾ ਹਾਂ ਤੇ ਪਹਿਲਾਂ ਦੇਖੇ ਮਕਾਨਾਂ ਨਾਲ ਇਸ ਦੀ ਤੁਲਨਾ ਕਰ ਰਿਹਾ ਹਾਂ। ਪਰ ਹੁਣ ਮੈਂ ਆਪਣੇ ਤੋਂ ਪੁੱਛਦਾ ਹਾਂ ਕਿ ਕੀ ਵਸਤੂ ਤੋਂ ਬਗੈਰ ਵੀ ਸੁੰਦਰਤਾ ਦਾ ਵਜੂਦ ਹੈ? ਜਦ ਦ੍ਰਿਸ਼ਟਾ ਦਾ ਵਜੂਦ ਹੁੰਦਾ ਹੈ ਤੇ ਉਹ ਚੀਜ਼ ਨੂੰ ਦੇਖ ਕੇ ਉਸ ਦਾ ਅਨੁਭਵ ਕਰਦਾ ਹੈ, ਉਸ 'ਤੇ ਵਿਚਾਰ ਕਰਦਾ ਹੈ ਤੇ ਨਿਰਣਾਇਕ ਬਣ ਜਾਂਦਾ ਹੈ, ਫਿਰ ਸੁੰਦਰਤਾ ਨਹੀਂ ਬਚਦੀ, ਕਿਉਂਕਿ ਫਿਰ ਉਹ ਕੋਈ ਬਾਹਰੀ ਵਸਤ ਬਣ ਕੇ ਰਹਿ ਜਾਂਦੀ ਹੈ ਜਿਸ ਨੂੰ ਦ੍ਰਿਸ਼ਟਾ ਦੇਖਦਾ ਹੋ ਤੇ ਆਪਣੇ ਫੈਸਲੇ ਸੁਣਾਉਂਦਾ ਹੈ। ਪਰ ਜਦੋਂ ਕੋਈ ਦ੍ਰਿਸ਼ਟਾ ਨਹੀਂ ਹੁੰਦਾ ਉਦੋਂ ਸੁੰਦਰਤਾ ਹੁੰਦੀ ਹੈ, ਬਿਨਾਂ ਕਿਸੇ ਵਿਸ਼ੇ ਵਸਤੂ ਤੋਂ। ਪਰ ਇਸ ਲਈ ਗਹਿਰੀ ਦ੍ਰਿਸ਼ਟੀ ਤੇ ਭਰਪੂਰ ਧਿਆਨ ਦੀ ਜ਼ਰੂਰਤ ਹੈ। ਦ੍ਰਿਸ਼ਟਾ ਤੇ ਦ੍ਰਿਸ਼ ਦੇ ਲੋਪ ਹੋਣ 'ਚ ਹੀ ਸੁੰਦਰਤਾ ਹੈ, ਅਤੇ ਇੰਜ ਤਾਂ ਹੀ ਹੁੰਦਾ ਹੈ ਜਦ ਪੂਰਨ ਸੰਯਮ ਹੋਵੇ। ਸਾਧੂ ਸੰਨਿਆਸੀ ਵਾਲਾ ਸੰਯਮ ਨਹੀਂ ਜੋ ਕਠੋਰ ਨਿਯਮਾਂ, ਪਰਹੇਜ਼ਗਾਰੀਆਂ, ਬੰਦਿਸ਼ਾਂ, ਅਨੁਸ਼ਾਸਨ ਨਾਲ ਭਰਿਆ ਹੈ। ਨਾ ਹੀ ਆਹਾਰ ਵਿਹਾਰ ਵਿਚਾਰ ਦਾ ਸੰਯਮ, ਸਗੋਂ ਪੂਰਨ ਸਰਲਤਾ ਦਾ ਸੰਯਮ ਜਿਸ ਵਿੱਚ ਪੂਰਨ ਵਿਨਿਮਰਤਾ ਹੈ। ਫਿਰ ਤੁਸੀਂ ਕੁਝ ਹਾਸਲ ਨਹੀਂ ਕਰਨਾ, ਨਾ ਕਿਤੇ ਪਹੁੰਚਣਾ ਹੈ। ਫਿਰ ਤੁਹਾਡੇ ਪਹਿਲਾ ਕਦਮ ਹੀ ਆਖਰੀ ਕਦਮ ਹੋ ਜਾਂਦਾ ਹੈ। ਫਰਜ਼ ਕਰੋ ਤੁਸੀਂ ਇਕੱਲੇ ਹੋ ਜਾਂ ਕਿਸੇ ਨਾਲ ਚੁੱਪਚਾਪ ਟਹਿਲ ਰਹੇ ਹੋ। ਤੁਹਾਡੇ ਚਾਰੇ ਪਾਸੇ ਪ੍ਰਕਿਰਤੀ ਮੌਜੂਦ ਹੈ। ਨਾ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਹੈ, ਨਾ ਦੂਰ ਕਿਸੇ ਗੱਡੀ ਦੇ ਆਉਣ ਜਾਣ ਦੀ। ਇੱਥੋਂ ਤੱਕ ਕਿ ਕੋਈ ਪੰਛੀ ਵੀ ਨਹੀਂ ਫੜਫੜਾ ਰਿਹਾ। ਇਸ ਤਰ੍ਹਾਂ ਤੁਹਾਡੇ ਇਰਦ ਗਿਰਦ ਦੇ ਮਾਹੌਲ ਇੱਕਦਮ ਸ਼ਾਂਤ ਤੇ ਮੌਨ ਹੈ, ਅਤੇ ਤੁਸੀਂ ਵੀ ਮਾਹੌਲ ਦੇ ਵਾਂਗ ਸ਼ਾਂਤ ਤੇ ਮੌਨ ਹੋ। ਮੌਨ ਤੇ ਸ਼ਾਂਤੀ ਦੀ ਇਸ ਹਾਲਤ ਵਿੱਚ ਦ੍ਰਿਸ਼ਟਾ ਵੀ ਸ਼ਾਂਤ ਹੋ ਗਿਆ ਹੈ, ਕਿਉਂਕਿ ਉਹ ਦ੍ਰਿਸ਼ ਨੂੰ ਵਿਚਾਰਾਂ 'ਚ ਨਹੀਂ ਬਦਲ ਸਕਦਾ। ਮੌਨ ਦੀ ਇਸ ਹਾਲਤ ਵਿੱਚ ਇੱਕ ਅਨੂਠੀ ਸੁੰਦਰਤਾ ਪ੍ਰਗਟ ਹੁੰਦੀ ਹੈ। ਇਸ ਹਾਲਤ ਵਿੱਚ ਨਾ ਤੇ ਪ੍ਰਕਿਰਤੀ ਹੈ, ਨਾ ਉਸ ਦਾ ਦ੍ਰਿਸ਼ਟਾ। ਇਸ ਹਾਲਤ ਵਿੱਚ ਮਨ ਪੂਰਨ ਤੇ ਇੱਕਦਮ ਇਕੱਲਾ ਹੁੰਦਾ ਹੈ। ਇਹ ਇਕਾਂਤ ਇਕਲਾਪਾ ਨਹੀਂ, ਸਗੋਂ ਅਡੋਲਤਾ ਹੈ
ਤੇ ਇਹ ਅਡੋਲਤਾ ਸੁੰਦਰਤਾ ਹੈ। ਜਦ ਤੁਸੀਂ ਪ੍ਰੇਮ ਨਾਲ ਭਰੇ ਹੁੰਦੇ ਹੋ ਤਾਂ ਉਦੋਂ ਦ੍ਰਿਸ਼ਟਾ ਹੁੰਦਾ ਹੈ। ਦ੍ਰਿਸ਼ਟਾ ਤਾਂ ਹੀ ਹੁੰਦਾ ਹੈ ਜਦ ਪ੍ਰੇਮ ਦਾ ਅਰਥ ਸੁੱਖ ਤੇ ਵਾਸਨਾ ਹੋਵੇ। ਜੇ ਇੱਛਾ ਤੇ ਸੁਖ ਪ੍ਰੇਮ ਨਾਲ ਜੁੜੇ ਹੋਣ ਤਾਂ ਪ੍ਰੇਮ ਡੂੰਘਾ ਤੇ ਤੀਬਰ ਹੁੰਦਾ ਹੈ। ਫਿਰ ਇਹ ਸੁੰਦਰਤਾ ਵਾਂਗ ਹੀ ਹਰ ਪਲ ਨਵੇਂ ਦਾ ਨਵਾਂ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਕਿਹਾ ਹੈ, ਇਸ ਪ੍ਰੇਮ ਦਾ ਕੋਈ ਵਰਤਮਾਨ ਹੈ ਨਾ ਭਵਿੱਖ। ਜੀਵਨ ਵਿੱਚ ਕਿਸੇ ਵੀ ਚੀਜ਼ ਨਾਲ ਸਿੱਧੇ ਸੰਪਰਕ ਵਿੱਚ ਤਾਂ ਹੀ ਆਇਆ ਜਾ ਸਕਦਾ ਹੈ ਜਦ ਅਸੀਂ ਉਸ ਨੂੰ ਬਿਨਾਂ ਕਿਸੇ ਖਿਆਲੀ ਤਸਵੀਰ ਦੇ ਪੂਰਨ ਉਦਾਰਤਾ ਦੇ ਦੇਖਦੇ ਹਾਂ। ਸਾਡੇ ਸਾਰੇ ਰਿਸ਼ਤੇ ਅਸਲ ਵਿੱਚ ਕਾਲਪਨਿਕ ਹਨ, ਅਰਥਾਤ ਵਿਚਾਰਾਂ ਨਾਲ ਬਣਾਈਆਂ ਮੂਰਤਾਂ 'ਤੇ ਆਧਾਰਿਤ ਹਨ। ਜੇ ਤੁਸੀਂ ਆਪਣੇ ਮਨ ਵਿੱਚ ਮੇਰੀ ਇੱਕ ਤਸਵੀਰ ਬਣਾ ਰੱਖੀ ਹੈ ਅਤੇ ਇਸੇ ਤਰ੍ਹਾਂ ਮੈਂ ਵੀ ਤੁਹਾਡੀ ਇੱਕ ਕਾਲਪਨਿਕ ਤਸਵੀਰ ਬਣਾ ਰੱਖੀ ਹੈ, ਤਾਂ ਸ਼ਾਇਦ ਅਸੀਂ ਇੱਕ ਦੂਜੇ ਨੂੰ ਉਸ ਰੂਪ ਵਿੱਚ ਨਹੀਂ ਦੇਖ ਸਕਦੇ ਜੋ ਅਸੀਂ ਅਸਲ ਵਿੱਚ ਹਾਂ। ਜੋ ਅਸੀਂ ਦੇਖਦੇ ਹਾਂ ਉਹ ਇੱਕ ਖਿਆਲੀ ਮੂਰਤ ਹੈ ਜੋ ਅਸੀਂ ਆਪਣੇ ਖਿਆਲਾਂ 'ਚ ਇੱਕ ਦੂਜੇ ਦੀ ਬਣਾਈ ਹੈ। ਇਹਨਾਂ ਖਿਆਲੀ ਮੂਰਤਾਂ ਦੇ ਕਰਕੇ ਹੀ ਅਸੀਂ ਇੱਕ ਦੂਜੇ ਦੇ ਅਸਲ ਸੰਪਰਕ ਵਿੱਚ ਨਹੀਂ ਆ ਸਕਦੇ। ਇਸ ਕਰਕੇ ਸਾਡੇ ਸੰਬੰਧ ਗੜਬੜਾ ਜਾਂਦੇ ਹਨ। ਜਦ ਮੈਂ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਜਾਣਦਾ ਹਾਂ ਤਾਂ ਮੇਰੀ ਮੁਰਾਦ ਉਸ ਤੋਂ ਹੁੰਦੀ ਹੈ ਜੋ ਕੱਲ੍ਹ ਤੱਕ ਮੈਂ ਤੁਹਾਡੇ ਬਾਰੇ ਜਾਣਦਾ ਸੀ। ਇਸ ਤਰ੍ਹਾਂ ਜੋ ਤੁਸੀਂ ਹੁਣ ਹੋ ਉਸ ਨੂੰ ਮੈਂ ਅਸਲ ਵਿੱਚ ਨਹੀਂ ਜਾਣਦਾ, ਤੇ ਜੋ ਕੁਝ ਮੈਂ ਤੁਹਾਡੇ ਬਾਰੇ ਜਾਣਦਾ ਹਾਂ ਉਸ ਨੇ ਹੁਣ ਮੇਰੇ ਮਨ ਵਿੱਚ ਇੱਕ ਖਿਆਲੀ ਤਸਵੀਰ ਬਣਾ ਲਈ ਹੈ। ਯਾਨੀ ਕਿ ਹੁਣ ਤੱਕ ਜੋ ਤੁਸੀਂ ਮੇਰੀ ਪ੍ਰਸ਼ੰਸਾ ਜਾਂ ਆਲੋਚਨਾ ਵਿੱਚ ਕਿਹਾ ਉਹ ਮੇਰਾ ਭਲਾ-ਬੁਰਾ ਜਾਂ ਮਾਣ ਅਪਮਾਨ ਕੀਤਾ ਹੈ। ਤੁਹਾਡੀ ਖਿਆਲੀ ਤਸਵੀਰ ਮੈਂ ਆਪਣੀ ਸਾਰੀਆਂ ਯਾਦਾਂ ਨੂੰ ਜੋੜ ਕੇ ਬਣਾਈ ਹੈ। ਠੀਕ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਮਨ ਵਿੱਚ ਮੇਰੀ ਇੱਕ ਖਿਆਲੀ ਤਸਵੀਰ ਬਣਾ ਲਈ ਹੈ। ਜਦ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਅਸਲ ਵਿੱਚ ਅਸੀਂ ਨਹੀਂ ਸਗੋਂ ਇੱਕ ਖਿਆਲੀ ਤਸਵੀਰਾਂ ਹੀ ਮਿਲਦੀਆਂ ਹਨ। ਆਪਸੀ ਰਿਸ਼ਤਾ ਇਹਨਾਂ ਖਿਆਲੀ ਤਸਵੀਰਾਂ ਵਿੱਚ ਹੁੰਦਾ ਹੈ, ਨਾ ਕਿ ਤੁਹਾਡੇ ਤੇ ਮੇਰੇ ਵਿੱਚ। ਇਸੇ ਕਾਰਨ ਤੁਹਾਡੇ ਤੇ ਮੇਰਾ ਕਦੇ ਮਿਲਾਪ ਨਹੀਂ ਹੋ ਪਾਉਂਦਾ। ਇਸੇ ਤਰ੍ਹਾਂ ਦੋ ਇਨਸਾਨ ਜੋ ਬਹੁਤੇ ਦਿਨਾਂ ਤੱਕ ਇੱਕ ਦੂਜੇ ਨਾਲ ਰਹਿ ਚੁੱਕੇ ਹਨ, ਉਹ ਇੱਕ ਦੂਜੇ ਦੇ ਸੰਬੰਧ ਵਿੱਚ ਖਿਆਲੀ ਤਸਵੀਰ ਬਣਾ ਲੈਂਦੇ ਹਨ, ਜਿਸ ਕਾਰਨ ਉਹਨਾਂ ਵਿੱਚ ਅਸਲ ਰਿਸ਼ਤਾ ਕਾਇਮ ਹੀ ਨਹੀਂ ਹੁੰਦਾ। ਪਰ ਜੇ ਅਸੀਂ ਰਿਸ਼ਤੇ ਨੂੰ ਚੰਗੀ ਤਰ੍ਹਾਂ ਸਮਝ ਲਈਏ ਤਾਂ ਸਾਡੇ ਵਿੱਚ ਆਪਸੀ ਸਹਿਯੋਗ ਹੋ ਸਕਦਾ ਹੈ। ਪਰ ਖਿਆਲੀ ਤਸਵੀਰਾਂ, ਪ੍ਰਤੀਕਾਂ ਤੇ ਸਿਧਾਂਤਕ ਧਾਰਨਾਵਾਂ ਦੇ ਹੁੰਦੇ ਹੋਏ ਇਹ ਸਹਿਯੋਗ ਕਦੇ ਵੀ ਮੁਮਕਿਨ ਨਹੀਂ ਹੋ ਸਕਦਾ। ਜਦ ਅਸੀਂ ਇੱਕ ਦੂਸਰੇ ਨਾਲ ਅਸਲ ਰਿਸ਼ਤੇ ਨੂੰ ਸਮਝ ਜਾਂਦੇ ਹਾਂ ਤਦ ਪ੍ਰੇਮ ਦੀ ਸੰਭਾਵਨਾ ਪੈਦਾ ਹੁੰਦੀ ਹੈ, ਪਰ ਖਿਆਲੀ ਤਸਵੀਰਾਂ ਦੀ ਖਾਤਰ ਪ੍ਰੇਮ ਦੀ ਹੱਤਿਆ ਹੋ ਜਾਂਦੀ ਹੈ। ਇਸ ਲਈ ਆਪਣੇ ਰੋਜ਼ਾਨਾ ਜੀਵਨ ਵਿੱਚ ਬੌਧਿਕ ਰੂਪ 'ਚ ਨਹੀਂ ਸਗੋਂ ਸੱਚੀ ਮੁੱਚੀ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਪਤੀ ਪਤਨੀ, ਬੱਚੇ ਅਤੇ ਗੁਆਂਢੀ ਦੇ ਬਾਰੇ ਤੇ ਆਪਣੇ ਦੇਸ਼, ਇਸ ਦੇ ਲੀਡਰਾਂ ਤੇ ਸਿਆਸਤਦਾਨਾਂ ਬਾਰੇ, ਆਪਣੇ ਦੇਵੀ ਦੇਵਤਾਂ ਬਾਰੇ ਖਿਆਲੀ ਮੂਰਤਾਂ ਬਣਾ ਰੱਖੀਆਂ ਹਨ। ਤੁਸੀਂ ਆਪਣੇ ਅੰਦਰ ਖਿਆਲੀ ਤਸਵੀਰਾਂ ਦਾ ਢੇਰ ਲਾਇਆ ਹੋਇਆ ਹੈ। ਇਹ ਖਿਆਲੀ ਤਸਵੀਰਾਂ ਤੁਹਾਡੇ ਅਤੇ ਜੋ ਤੁਸੀਂ ਦੇਖਦੇ ਹੋ ਉਸ ਵਿੱਚ ਦੂਰੀ ਪੈਦਾ ਕਰਦੀਆਂ ਹਨ ਅਤੇ ਇਹੀ ਦੂਰੀ ਸੰਘਰਸ਼ ਦਾ ਕਾਰਨ ਹੈ। ਨਾਲੋਂ ਨਾਲ ਹੁਣ ਅਸੀਂ ਇਹ ਵੀ ਪਤਾ ਲਵਾਂਗੇ ਕਿ ਕੀ ਇਹ ਜੋ ਦੂਰੀ ਅਸੀਂ ਪੈਦਾ ਕਰਦੇ ਹਾਂ ਕੀ ਉਸ ਤੋਂ ਮੁਕਤ ਹੋਇਆ ਜਾ ਸਕਦਾ ਹੈ। ਨਾ ਸਿਰਫ ਬਾਹਰ ਦੀ ਦੂਰੀ ਸਗੋਂ ਅੰਦਰੂਨੀ ਵੀ, ਕਿਉਂਕਿ ਇਹ ਦੂਰੀ ਮਨੁੱਖੀ ਸੰਬੰਧਾਂ ਵਿੱਚ ਦਰਾਰ ਪੈਦਾ ਕਰਦੀ ਹੈ। ਜਦ ਤੁਸੀਂ ਕਿਸੇ ਸਮੱਸਿਆ ਵੱਲ ਧਿਆਨ ਦਿੰਦੇ ਹੋ ਤਾਂ ਉਹ ਧਿਆਨ ਹੀ ਊਰਜਾ ਹੈ ਜੋ ਉਸ ਸਮੱਸਿਆ ਨੂੰ ਹੱਲ ਕਰਦਾ ਹੈ। ਇਸ ਤਰ੍ਹਾਂ ਜਦ ਤੁਸੀਂ ਆਪਣੇ ਪੂਰੇ ਜਾਨ ਪ੍ਰਾਣ ਨਾਲ ਸਾਰਾ ਧਿਆਨ ਦਿੰਦੇ ਹੋ ਤਾਂ ਉਸ ਵੇਲੇ ਸਮੱਸਿਆ ਦਾ ਕੋਈ ਦ੍ਰਿਸ਼ਟਾ ਨਹੀਂ ਹੁੰਦਾ। ਉਦੋਂ ਸਿਰਫ ਧਿਆਨ ਦੀ ਹਾਲਤ ਹੁੰਦੀ ਹੈ ਜੋ ਅਖੰਡ ਊਰਜਾ ਹੈ, ਤੇ ਇਹ ਅਖੰਡ ਊਰਜਾ ਹੀ ਸਮਝ ਦੀ ਸਿਖਰ ਹੈ। ਜ਼ਾਹਿਰ ਹੈ ਮਨ ਦੀ ਉਹ ਅਵਸਥਾ ਪੂਰੀ ਤਰ੍ਹਾਂ ਸ਼ਾਂਤ ਤੇ ਸਥਿਰ ਹੋਣੀ ਚਾਹੀਦੀ ਹੈ। ਇਹ ਸ਼ਾਂਤੀ ਤੇ ਸਥਿਰਤਾ ਅਖੰਡ ਧਿਆਨ ਵਿੱਚ ਹੀ ਘਟਦੀ ਹੈ। ਸਭ ਮੌਨ ਹੈ, ਅਡੋਲ। ਫਿਰ ਨਾ ਦੇਖਣ ਵਾਲਾ ਬਚਦਾ ਹੈ ਨਾ ਦ੍ਰਿਸ਼। ਇਹ ਇੱਕ ਧਾਰਮਿਕ ਮਨ ਦੀ ਸਿਖਰ ਹੈ, ਪਰ ਇਸ ਅਵਸਥਾ ਦਾ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ, ਕਿਉਂਕਿ ਸ਼ਬਦਾਂ ਵਿੱਚ ਜੋ ਕਿਹਾ ਜਾਏਗਾ ਉਹ ਸੱਚ ਨਹੀਂ ਹੋਵੇਗਾ।
ਇਸ ਨੂੰ ਜਾਣਨ ਲਈ ਤੁਹਾਨੂੰ ਖੁਦ ਇਸ ਵਿੱਚੋਂ ਲੰਘਣਾ ਪਏਗਾ। ਹਰ ਸਮੱਸਿਆ ਇੱਕ ਦੂਜੇ ਨਾਲ ਜੁੜੀ ਹੈ। ਇਸ ਲਈ ਜੇ ਤੁਸੀਂ ਇੱਕ ਵੀ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਕਰ ਲਓ, ਫਿਰ ਚਾਹੇ ਕੋਈ ਵੀ ਸਮੱਸਿਆ ਹੋਵੇ, ਤੁਸੀਂ ਉਸ ਦਾ ਆਸਾਨੀ ਨਾਲ ਸਾਹਮਣਾ ਤੇ ਹੱਲ ਕਰ ਸਕਦੇ ਹੋ। ਇੱਥੇ ਅਸੀਂ ਮਾਨਸਿਕ ਸਮੱਸਿਆਵਾਂ ਦੀ ਗੱਲ ਕਰ ਰਹੇ ਹਾਂ। ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਸਮੇਂ ਦੇ ਦਾਇਰੇ ਵਿੱਚ ਹੀ ਸਮੱਸਿਆਵਾਂ ਦਾ ਵਜੂਦ ਹੁੰਦਾ ਹੈ, ਪਰ ਜਦ ਅਸੀਂ ਕਿਸੇ ਪਰਸਨ ਦਾ ਸਾਹਮਣਾ ਅਧੂਰੇ ਮਨ ਨਾਲ ਕਰਦੇ ਹਾਂ ਤਾਂ ਉਹ ਸਮੱਸਿਆ ਦਾ ਰੂਪ ਲੈ ਲੈਂਦੀ ਹੈ। ਇਸ ਲਈ ਨਾ ਸਿਰਫ ਸਾਨੂੰ ਸਮੱਸਿਆ ਦੇ ਸਰੂਪ ਤੇ ਢਾਂਚੇ ਤੋਂ ਵਾਕਫ ਹੋਣਾ ਚਾਹੀਦਾ ਹੈ, ਸਗੋਂ ਜਿਉਂ ਹੀ ਕੋਈ ਸਮੱਸਿਆ ਖੜੀ ਹੋਵੇ, ਸਾਨੂੰ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਸਾਡੇ ਮਨ ਵਿੱਚ ਜੜ੍ਹਾਂ ਨਾ ਜਮਾ ਸਕੇ। ਜੇ ਕੋਈ ਆਦਮੀ ਕਿਸੇ ਸਮੱਸਿਆ ਨੂੰ ਥੋੜ੍ਹੀ ਦੇਰ ਲਈ ਵੀ ਟਿਕਣ ਦਿੰਦਾ ਹੈ ਤਾਂ ਇਹ ਸਮੱਸਿਆ ਉਸ ਦੇ ਮਨ ਨੂੰ ਭ੍ਰਸ਼ਟ ਕਰ ਦਿੰਦੀ ਹੈ, ਤੇ ਇਸ ਤੋਂ ਪਹਿਲਾਂ ਕਿ ਇਹ ਸਮੱਸਿਆ ਸਾਡੇ ਮਨ ਨੂੰ ਭ੍ਰਿਸ਼ਟ ਕਰੇ, ਕਿ ਇਹ ਸੰਭਵ ਹੈ ਕਿ ਅਸੀਂ ਉਸ ਦਾ ਤਤਕਾਲ ਸਾਹਮਣਾ ਕਰੀਏ ਤੇ ਉਸ ਵੇਲੇ ਉਸ ਤੋਂ ਪੂਰੇ ਮੁਕਤ ਹੋ ਜਾਈਏ, ਤਾਂ ਕਿ ਉਸ ਦੀ ਕੋਈ ਯਾਦ ਜਾਂ ਖਰੋਚ ਸਾਡੇ ਮਨ ਤੇ ਨਾ ਬਚੇ ਨਾ ਟਿਕੇ। ਇਹ ਯਾਦਾਂ ਹੀ ਉਹ ਖਿਆਲੀ ਤਸਵੀਰਾਂ ਹਨ ਜੋ ਅਸੀਂ ਨਾਲ ਨਾਲ ਚੁੱਕੀ ਫਿਰਦੇ ਹਾਂ। ਕਿਉਂਕਿ ਇਹ ਖਿਆਲੀ ਪਰਛਾਵੇਂ ਜੀਵਨ ਦਾ ਅੰਗ ਹਨ, ਤਾਂ ਹੀ ਜੀਵਨ ਟਕਰਾਵਾਂ ਤੇ ਸੰਘਰਸ਼ਾਂ ਨਾਲ ਪਿਆ ਹੈ। ਜੀਵਨ ਕੋਈ ਹਵਾਈ ਸ਼ੈ ਨਹੀਂ ਹੈ, ਇਹ ਇੱਕ ਹਕੀਕਤ ਤੇ ਸੱਚਾਈ ਹੈ। ਅਤੇ ਜਦ ਤੁਸੀਂ ਖਿਆਲੀ ਪਰਛਾਵਿਆਂ ਨੂੰ ਨਾਲ ਲੈ ਕੇ ਇਸ ਸੱਚਾਈ ਦਾ ਸਾਹਮਣਾ ਕਰਦੇ ਹੋ ਤਾਂ ਤੁਸੀਂ ਸਿਰਫ ਸਮੱਸਿਆਵਾਂ ਪੈਦਾ ਕਰਦੇ ਹੋ। ਕੀ ਸਮੇਂ ਤੇ ਸਥਾਨ ਦਾ ਅੰਤਰਾਲ ਪੈਦਾ ਕੀਤੇ ਬਗੈਰ ਜੀਵਨ ਦੇ ਹਰ ਸਵਾਲਾਂ ਦਾ ਸਾਹਮਣਾ ਕਰਨਾ ਸੰਭਵ ਹੈ? ਕੀ ਇਹ ਸੰਭਵ ਹੈ ਕਿ ਮੈਂ ਜਿਸ ਤੋਂ ਡਰਦਾ ਹਾਂ ਉਸ ਦੇ ਅਤੇ ਮੇਰੇ ਵਿਚਕਾਰ ਕਦੀ ਅੰਤਰਾਲ ਪੈਦਾ ਨਾ ਹੋਏ? ਇਹ ਤਾਂ ਹੀ ਸੰਭਵ ਹੈ ਜਦ ਦ੍ਰਿਸ਼ਟਾ ਦਾ ਵਜੂਦ ਹੀ ਮਿਟ ਜਾਏ। ਦ੍ਰਿਸ਼ਟਾ ਜੋ ਖਿਆਲੀ ਪਰਛਾਵੇਂ ਬਣਾਉਣ ਵਾਲਾ ਹੈ, ਦ੍ਰਿਸ਼ਟਾ ਜੋ ਧਾਰਨਾਵਾਂ ਤੇ ਯਾਦਾਂ ਦਾ ਜਮਾ ਜੋੜ ਹੈ, ਦ੍ਰਿਸ਼ਟਾ ਜੋ ਹਵਾਈ ਖਿਆਲਾਂ ਦੀ ਗੱਡੀ ਹੈ। ਪਰ ਤੁਸੀਂ ਤਾਰਿਆਂ ਨੂੰ ਦੇਖਦੇ ਹੋ, ਉੱਥੇ ਦੇਖਣ ਵਾਲੇ ਦੇ ਰੂਪ ਵਿੱਚ ਤੁਸੀਂ ਹਾਜ਼ਰ ਹੋ ਜੋ ਅਸਮਾਨ ਦੇ ਸਿਤਾਰਿਆਂ ਨੂੰ ਦੇਖ ਰਿਹਾ ਹੈ। ਅਸਮਾਨ ਜਗਮਗਾਉਂਦੇ ਤਾਰਿਆਂ ਨਾਲ ਭਰਿਆ ਹੈ, ਚੁਫੇਰੇ ਠੰਡੀ ਹਵਾ ਵਗ ਰਹੀ ਹੈ ਅਤੇ ਉੱਥੇ ਮੌਜੂਦ ਹੋ ਤੁਸੀਂ। ਦ੍ਰਿਸ਼ਟਾ ਅਨੁਭਵ ਕਰਤਾ, ਵਿਚਾਰਕ, ਦੁੱਖ ਦਰਦ ਨੂੰ ਜਾਣਨ ਵਾਲਾ, ਉਹ ਕੇਂਦਰ ਜੋ ਆਪਣੇ ਚੁਫੇਰੇ ਘੇਰਾ ਖਿੱਚ ਰਿਹਾ ਹੈ। ਤੁਸੀਂ ਤਾਰਿਆਂ ਤੇ ਆਪਣੇ ਵਿੱਚ ਦੀ ਦੂਰੀ ਨੂੰ ਆਪਣੀ ਪਤਨੀ ਜਾਂ ਪਤੀ ਜਾਂ ਆਪਣੇ ਮਿੱਤਰ ਤੇ ਆਪਣੇ ਵਿਚਲੀ ਦੂਰੀ ਨੂੰ ਕਦੀ ਨਹੀਂ ਸਮਝ ਸਕਦੇ, ਕਿਉਂਕਿ ਖਿਆਲੀ ਪਰਛਾਈਆਂ ਤੋਂ ਮੁਕਤ ਹੋ ਕੇ ਤੁਸੀਂ ਕਦੀ ਉਹਨਾਂ ਨੂੰ ਦੇਖਿਆ ਹੀ ਨਹੀਂ। ਇਸ ਕਰਕੇ ਤੁਹਾਨੂੰ ਸੁੰਦਰਤਾ ਦਾ ਪਤਾ ਹੈ ਨਾ ਪ੍ਰੇਮ ਦਾ। ਤੁਸੀਂ ਇਸ ਤੇ ਚਰਚਾ ਕਰਦੇ ਹੋ, ਕਿਤਾਬ ਲਿਖ ਦਿੰਦੇ ਹੋ, ਪਰ ਤੁਸੀਂ ਕਦੀ ਨਹੀਂ ਇਸ ਨੂੰ ਜਾਣਿਆ ਨਹੀਂ। ਬੇਖੁਦੀ ਦੇ ਪਲਾਂ ਵਿੱਚ ਸ਼ਾਇਦ ਤੁਹਾਨੂੰ ਕਦੇ ਇਸ ਦਾ ਅਹਿਸਾਸ ਹੋ ਜਾਏ, ਪਰ ਜਦ ਤੁਹਾਡੇ ਅੰਦਰ ਦੂਰੀ ਪੈਦਾ ਕਰਨ ਵਾਲਾ ਕੇਂਦਰ ਮੌਜੂਦ ਹੈ, ਤਦ ਤੱਕ ਪ੍ਰੇਮ ਦਾ ਵਜੂਦ ਹੈ ਨਾ ਸੁੰਦਰਤਾ ਦਾ। ਜਦ ਕੇਂਦਰ ਮਿਟ ਜਾਂਦਾ ਹੈ ਤੇ ਨਾਲ ਹੀ ਘੇਰਾ ਵੀ, ਤਾਂ ਪ੍ਰੇਮ ਆਪਣੇ ਆਪ ਉਜਾਗਰ ਹੁੰਦਾ ਹੈ। ਅਤੇ ਜਦ ਤੁਹਾਡੇ ਅੰਦਰ ਪ੍ਰੇਮ ਹੁੰਦਾ ਹੈ ਤਾਂ ਤੁਸੀਂ ਖੁਦ ਸੁੰਦਰਤਾ ਹੋ ਜਾਂਦੇ ਹੋ। ਜਦ ਤੁਸੀਂ ਆਪਣੇ ਸਾਹਮਣੇ ਕਿਸੇ ਵਿਅਕਤੀ ਦਾ ਚਿਹਰਾ ਦੇਖਦੇ ਹੋ ਤਾਂ ਤੁਸੀਂ ਇੱਕ ਕੇਂਦਰ ਤੋਂ ਦੇਖ ਰਹੇ ਹੁੰਦੇ ਹੋ। ਇਹੀ ਕੇਂਦਰ ਆਦਮੀ ਤੇ ਆਦਮੀ ਵਿੱਚ ਫਾਸਲਾ ਪੈਦਾ ਕਰਦਾ ਹੈ। ਇਹੀ ਕਾਰਨ ਹੈ ਕਿ ਸਾਡਾ ਜੀਵਨ ਇੰਨਾ ਰੁੱਖਾ ਤੇ ਖਾਲੀ ਹੈ। ਤੁਸੀਂ ਸੁੰਦਰਤਾ ਜਾਂ ਪ੍ਰੇਮ ਪੈਦਾ ਨਹੀਂ ਕਰ ਸਕਦੇ, ਨਾ ਹੀ ਤੁਸੀਂ ਸੱਚ ਨੂੰ ਘੜ ਸਕਦੇ ਹੋ। ਪਰ ਜੋ ਵੀ ਤੁਸੀਂ ਕਰ ਰਹੇ ਹੋ ਉਸ ਦੇ ਪ੍ਰਤੀ ਜੇ ਤੁਸੀਂ ਹਰ ਵਕਤ ਸਜਗ ਰਹੋ ਤਾਂ ਤੁਸੀਂ ਆਪਣੇ ਅੰਦਰ ਸਜਗਤਾ ਉਤਪੰਨ ਕਰ ਸਕਦੇ ਹੋ। ਇਹ ਸਜਗਤਾ ਦੇ ਫਲਸਰੂਪ ਤੁਸੀਂ ਆਪਣੇ ਅੰਦਰ ਸੁੱਖ ਦੁੱਖ, ਇੱਛਾ ਤੇ ਵਾਸਨਾ, ਇਕੱਲੇਪਨ ਅਤੇ ਬੋਰੀਅਤ ਦੇ ਸੁਭਾਅ ਨੂੰ ਸਮਝਣ ਲੱਗੋਗੇ, ਤਾਂ ਇੱਕ ਅਨੰਤ ਵਿਸਤਾਰ ਤੇ ਫੈਲਾਅ ਤੁਹਾਡੇ ਅੰਦਰ ਖੁੱਲ੍ਹੇਗਾ। ਤੁਸੀਂ ਇਹ ਸਮਝ ਜਾਓਗੇ ਕਿ ਦ੍ਰਿਸ਼ਟਾ ਅਤੇ ਦ੍ਰਿਸ਼ਟ ਦੇ ਵਿਚਲੀ ਦੂਰੀ ਤੇ ਅੰਤਰਾਲ ਦੇ ਕਾਰਨ ਕੀ ਹਨ। ਮਨੁੱਖ ਦੇ ਜੀਵਨ ਚੋਂ ਪ੍ਰੇਮ ਗਾਇਬ ਹੋ ਗਿਆ ਹੈ। ਬਿਨਾਂ ਪ੍ਰੇਮ ਜੋ ਚਾਹੇ ਕਰੋ, ਸੰਸਾਰ ਨੂੰ ਬਦਲ ਦੇਣ ਦੀ ਤੇ ਸਮਾਜ ਵਿੱਚ ਇੱਕ ਨਵੀਂ ਵਿਵਸਥਾ ਲਿਆਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ, ਵਿਕਾਸ ਤੇ ਤਰੱਕੀ ਦੀ ਜਿੰਨੀ ਮਰਜ਼ੀ ਦੁਹਾਈ ਪਾਓ,
ਤੁਸੀਂ ਸਿਰਫ ਦੁੱਖ ਕਲੇਸ਼ ਹੀ ਇਕੱਠਾ ਕਰੋਗੇ। ਇਸ ਲਈ ਸਭ ਕੁਝ ਤੁਹਾਡੇ ਤੇ ਨਿਰਭਰ ਹੈ। ਇੱਥੇ ਨਾ ਕੋਈ ਗੁਰੂ ਹੈ, ਨਾ ਕੋਈ ਮਾਰਗਦਰਸ਼ਕ। ਅਸੀਂ ਕੀ ਕਰਨਾ ਹੈ ਇਹ ਦੱਸਣ ਵਾਲਾ ਵੀ ਕੋਈ ਨਹੀਂ। ਇਹ ਸਿਰਫਰੀ ਤੇ ਬੇਰਹਿਮ ਦੁਨੀਆ ਵਿੱਚ ਤੁਸੀਂ ਇਕੱਲੇ ਹੋ। ਦ੍ਰਿਸ਼ਟਾ ਤੇ ਦ੍ਰਿਸ਼। ਮਿਹਰਬਾਨੀ ਕਰਕੇ ਥੋੜ੍ਹੀ ਦੂਰ ਮੇਰੇ ਨਾਲ ਹੋਰ ਚੱਲੋ। ਹੋ ਸਕਦਾ ਹੈ ਕਿ ਗੱਲ ਤੁਹਾਨੂੰ ਥੋੜ੍ਹੀ ਗੁੰਝਲਦਾਰ ਲੱਗੇ, ਪਰ ਮਿਹਰਬਾਨੀ ਕਰਕੇ ਥੋੜ੍ਹਾ ਨਾਲ ਚੱਲੋ। ਜਦ ਮੈਂ ਤੁਹਾਨੂੰ ਤੁਹਾਡੇ ਬਾਰੇ ਜਾਂ ਕਿਸੇ ਵੀ ਚੀਜ਼ ਬਾਰੇ ਇੱਕ ਛਵੀ ਬਣਾ ਲੈਂਦਾ ਹਾਂ, ਮੈਂ ਉਸ ਛਵੀ ਨੂੰ ਦੇਖ ਸਕਦਾ ਹਾਂ। ਸੋ ਉੱਥੇ ਇੱਕ ਪਾਸੇ ਛਵੀ ਹੈ ਤੇ ਦੂਜੇ ਪਾਸੇ ਦੇਖਣ ਵਾਲਾ। ਫਰਜ਼ ਕਰੋ ਮੈਂ ਕਿਸੇ ਲਾਲ ਕਮੀਜ਼ ਵਾਲੇ ਨੂੰ ਦੇਖਦਾ ਹਾਂ, ਉਹ ਮੈਨੂੰ ਚੰਗਾ ਲੱਗਦਾ ਹੈ ਜਾਂ ਮਾੜਾ। ਇਹ ਪ੍ਰਤੀਕਿਰਿਆ ਮੇਰੀ ਸੰਸਕ੍ਰਿਤੀ, ਮੇਰੀ ਸਿਖਲਾਈ, ਮੇਰੀ ਸੰਗਤ ਸੋਬਤ, ਮੇਰੇ ਝੁਕਾਵਾਂ, ਮੇਰੇ ਪਿਛੋਕੜ ਕਰਕੇ ਹੈ। ਇਹਨਾਂ ਸਾਰਿਆਂ ਤੋਂ ਬਣੇ ਕੇਂਦਰ ਤੋਂ ਮੈਂ ਦੇਖਦਾ ਹਾਂ ਤੇ ਆਪਣੇ ਨਿਰਣੇ ਲੈਂਦਾ ਹਾਂ, ਅਤੇ ਇੰਜ ਦੇਖਣ ਵਾਲਾ ਦ੍ਰਿਸ਼ ਨਾਲੋਂ ਵੱਖ ਹੋ ਜਾਂਦਾ ਹੈ। ਪਰ ਦੇਖਣ ਵਾਲਾ ਇੱਕ ਤੋਂ ਵੱਧ ਛਵੀਆਂ ਦੇ ਪ੍ਰਤੀ ਚੇਤਨ ਹੁੰਦਾ ਹੈ। ਉਹ ਹਜ਼ਾਰਾਂ ਪ੍ਰਤੀਬਿੰਬ ਬਣਾਉਂਦਾ ਹੈ। ਕੀ ਦ੍ਰਿਸ਼ਟਾ ਇਹਨਾਂ ਛਵੀਆਂ ਤੋਂ ਵੱਖ ਹੈ? ਕੀ ਉਹ ਵੀ ਖੁਦ ਇੱਕ ਛਵੀ ਹੀ ਨਹੀਂ ਹੈ? ਉਹ ਹਮੇਸ਼ਾ ਆਪਣੇ ਵਿੱਚੋਂ ਕੁਝ ਨਾ ਕੁਝ ਜਮਾ ਘਟਾਓ ਕਰਦਾ ਰਹਿੰਦਾ ਹੈ। ਦ੍ਰਿਸ਼ਟਾ ਇੱਕ ਜੀਵੰਤ ਹਸਤੀ ਹੈ ਜੋ ਹਰ ਵੇਲੇ ਤੋਲ ਮੋਲ ਵਿੱਚ, ਤੁਲਨਾ ਵਿੱਚ, ਨਿਰਣੇ ਲੈਣ ਵਿੱਚ ਲੱਗਾ ਰਹਿੰਦਾ ਹੈ। ਅੰਦਰਲੇ ਤੇ ਬਾਹਰੀ ਦਬਾਵਾਂ ਕਰਕੇ ਡੋਲਦਾ ਰਹਿੰਦਾ ਹੈ। ਇਹ ਜੀਵਨ ਉਸ ਦੇ ਗਿਆਨ, ਪ੍ਰਭਾਵਾਂ ਤੇ ਅਣਗਿਣਤ ਲੇਖੇ ਜੋਖੇ ਤੋਂ ਹੀ ਬਣਦਾ ਹੈ, ਜੋ ਉਸ ਦੀ ਆਪਣੀ ਚੇਤਨਾ ਦਾ ਹੀ ਖਿਲਾਰਾ ਹੈ। ਤੇ ਜੇ ਤੁਸੀਂ ਕਿਸੇ ਦ੍ਰਿਸ਼ਟਾ ਤੇ ਨਜ਼ਰ ਮਾਰੋ ਜੋ ਤੁਸੀਂ ਖੁਦ ਹੋ, ਤਾਂ ਤੁਸੀਂ ਪਾਓਗੇ ਕਿ ਇੱਕ ਅਨੇਕ ਯਾਦਾਂ, ਅਨੁਭਵਾਂ, ਪ੍ਰਭਾਵਾਂ, ਪਰੰਪਰਾਵਾਂ, ਘਟਨਾਵਾਂ ਅਤੇ ਅਨੰਤ ਦੁੱਖਾਂ ਤੋਂ ਬਣਿਆ ਹੈ, ਜੋ ਸਭ ਦੇ ਸਭ ਅਤੀਤ ਹਨ। ਇਹ ਦ੍ਰਿਸ਼ਟਾ ਵਰਤਮਾਨ ਤੇ ਅਤੀਤ ਦੋਹੇ ਹੈ, ਤੇ ਆਉਣ ਵਾਲਾ ਕੱਲ੍ਹ ਜੋ ਉਡੀਕ 'ਚ ਹੈ ਉਹ ਵੀ ਇਸ ਦਾ ਹਿੱਸਾ ਹੈ। ਇਸ ਲਈ ਦ੍ਰਿਸ਼ਟਾ ਬਿਰਖ ਤੇ ਉਸ ਪੱਤੇ ਵਾਂਗ ਹੈ ਜਿਸ ਦਾ ਅੱਧਾ ਹਿੱਸਾ ਪੀਲਾ ਪੈ ਚੁੱਕਿਆ ਹੈ ਤੇ ਅੱਧਾ ਹਲੇ ਹਰਾ ਹੈ। ਅੱਧ ਪਚਦਾ ਜਿਉਂਦਾ ਤੇ ਅੱਧ ਸੋਇਆ ਦ੍ਰਿਸ਼ਟੀ ਇਹ ਸਭ ਦੇਖਦਾ ਹੈ। ਵਕਤ ਦੇ ਘੇਰੇ ਵਿੱਚ ਚੇਤਨਾ ਤੇ ਮਨ ਦੀ ਇਸ ਅਵਸਥਾ ਵਿੱਚ ਦ੍ਰਿਸ਼ਟਾ ਯਾਨੀ ਤੁਸੀਂ ਖੁਦ ਡਰ, ਈਰਖਾ, ਯੁੱਧ ਅਤੇ ਪਰਿਵਾਰ ਨੂੰ ਦੇਖਦੇ ਹੋ, ਅਤੇ ਇਸ ਤੋਂ ਪੈਦਾ ਹੁੰਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਜੋ ਹਰ ਵਾਰ ਤੁਹਾਡੇ ਸਾਹਮਣੇ ਨਵੀਂ ਚੁਣੌਤੀ ਦੇ ਰੂਪ ਵਿੱਚ ਉੱਭਰਦੀਆਂ ਹਨ। ਪਰ ਜੋ ਵੀ ਨਵਾਂ ਹੈ ਉਸ ਦਾ ਸਿੱਧਾ ਸਾਹਮਣਾ ਕਰਨ ਦੀ ਬਜਾਏ ਤੁਸੀਂ ਉਸ ਨੂੰ ਪਹਿਲਾਂ ਪੁਰਾਣੇ ਢਾਂਚੇ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਹੋ। ਇਸ ਲਈ ਤੁਸੀਂ ਹਮੇਸ਼ਾ ਟਕਰਾਅ ਵਿੱਚ ਜਿਉਂਦੇ ਹੋ। ਦ੍ਰਿਸ਼ਟਾ ਆਪ ਵੀ ਇੱਕ ਬਿੰਬ ਹੈ ਜੋ ਆਪਣੇ ਅੰਦਰ ਤੇ ਆਸ-ਪਾਸ ਦਰਜਨਾਂ ਦੂਸਰੀਆਂ ਛਵੀਆਂ ਨੂੰ ਦੇਖਦਾ ਹੈ ਤੇ ਕਹਿੰਦਾ ਹੈ, ਮੈਨੂੰ ਇਹ ਚੰਗਾ ਲੱਗਦਾ ਹੈ, ਮੈਂ ਇਸ ਨੂੰ ਸਾਂਭ ਕੇ ਰੱਖਾਂਗਾ, ਜਾਂ ਇਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ, ਇਸ ਲਈ ਮੈਂ ਇਸ ਤੋਂ ਛੁਟਕਾਰਾ ਪਾਉਣਾ ਹੈ। ਪਰ ਦ੍ਰਿਸ਼ਟਾ ਖੁਦ ਉਹਨਾਂ ਬਿੰਬਾਂ ਦਾ ਜਮਾ ਜੋੜ ਹੈ ਜੋ ਬਿੰਬ ਦੂਸਰੇ ਅਨੇਕਾਂ ਬਿੰਬਾਂ ਵੱਲ ਉਹਨਾਂ ਦੀਆਂ ਪ੍ਰਕਿਰਿਆਵਾਂ ਸਦਕਾ ਹੀ ਹੋਂਦ ਵਿੱਚ ਆਏ ਹਨ। ਸੋ ਅਸੀਂ ਉਸ ਬਿੰਦੂ ਤੇ ਆ ਪਹੁੰਚੇ ਹਾਂ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਦ੍ਰਿਸ਼ਟਾ ਵੀ ਇੱਕ ਬਿੰਬ ਹੀ ਹੈ, ਕੇਵਲ ਉਹ ਖੁਦ ਨੂੰ ਦ੍ਰਿਸ਼ ਨਾਲੋਂ ਵੱਖ ਕਰਕੇ ਦੇਖਦਾ ਹੈ। ਇਹ ਦ੍ਰਿਸ਼ਟਾ ਜੋ ਕਈ ਬਿੰਬਾਂ ਤੋਂ ਬਣਿਆ ਹੈ, ਆਪਣੇ ਆਪ ਨੂੰ ਸਥਾਈ ਸਮਝਦਾ ਹੈ, ਅਤੇ ਉਹਨਾਂ ਬਿੰਬਾਂ ਜਿਨ੍ਹਾਂ ਨੂੰ ਉਸਨੇ ਖੁਦ ਹੀ ਸਿਰਜਿਆ ਹੈ, ਤੇ ਉਸ ਵਿਚਕਾਰ ਇੱਕ ਪਾੜਾ ਹੈ, ਸਮੇਂ ਦਾ ਅੰਤਰਾਲ ਹੈ। ਇਸ ਨਾਲ ਉਹਦੇ ਤੇ ਬਿੰਬ ਵਿੱਚ, ਜਿਨ੍ਹਾਂ ਨੂੰ ਉਹ ਦੁੱਖ ਦਾ ਕਾਰਨ ਸਮਝਦਾ ਹੈ, ਸੰਘਰਸ਼ ਸ਼ੁਰੂ ਹੋ ਜਾਂਦਾ ਹੈ, ਤੇ ਉਹ ਕਹਿੰਦਾ ਹੈ ਕਿ ਮੈਂ ਇਸ ਸੰਘਰਸ਼ ਤੋਂ ਮੁਕਤੀ ਹਾਸਲ ਕਰਨੀ ਹੈ। ਪਰ ਸੰਘਰਸ਼ ਤੋਂ ਮੁਕਤ ਹੋਣ ਦੀ ਖੁਆਇਸ਼ ਇੱਕ ਹੋਰ ਬਿੰਬ ਸਿਰਜ ਲੈਂਦੀ ਹੈ।
ਇਸ ਸਭ ਵੱਲ ਸਜਗਤਾ, ਜੋ ਕਿ ਅਸਲ ਵਿੱਚ ਧਿਆਨ ਹੈ, ਹੀ ਇਹ ਸਪਸ਼ਟ ਕਰਦੀ ਹੈ ਕਿ ਉੱਥੇ ਇੱਕ ਕੇਂਦਰੀ ਬਿੰਬ ਹੈ ਜਿਸ ਨੂੰ ਦੂਜੇ ਅਨੇਕਾਂ ਬਿੰਬਾਂ ਨੇ ਘੜਿਆ ਹੈ। ਉਹ ਕੇਂਦਰੀ ਬਿੰਬ ਦ੍ਰਿਸ਼ਟਾ, ਸੈਂਸਰ, ਅਨੁਭਵਕਰਤਾ, ਮੁਲਾਂਕਣਕਰਤਾ ਤੇ ਜੱਜ ਹੈ, ਜੋ ਬਾਕੀ ਬਿੰਬਾਂ ਨੂੰ ਜਿੱਤਣਾ ਜਾਂ ਅਧੀਨ ਕਰਨਾ ਚਾਹੁੰਦਾ ਹੈ, ਉਹਨਾਂ ਦਾ ਨਾਸ਼ ਕਰਨਾ ਚਾਹੁੰਦਾ ਹੈ। ਦੂਸਰੇ ਬਿੰਬ ਦ੍ਰਿਸ਼ਟਾ ਵੱਲੋਂ ਕੱਢੇ ਨਿਚੋੜਾਂ, ਨਿਰਣਿਆਂ ਤੇ ਮਤਾਂ ਦਾ ਹੀ ਫਲ ਹਨ ਤੇ ਦ੍ਰਿਸ਼ਟਾ ਖੁਦ ਦੂਸਰੇ ਬਿੰਬਾਂ ਦਾ ਫਲ ਹੈ। ਇਸ ਕਰਕੇ ਦ੍ਰਿਸ਼ਟਾ ਹੀ ਦ੍ਰਿਸ਼ ਹੈ। ਸੋ ਸਜਗਤਾ ਨੇ ਸਾਡੇ ਮਨ ਦੀਆਂ ਵੱਖ-ਵੱਖ ਅਵਸਥਾਵਾਂ ਨੂੰ ਉਜਾਗਰ ਕਰ ਦਿੱਤਾ ਹੈ, ਵੱਖ-ਵੱਖ ਬਿੰਬਾਂ ਨੂੰ ਪ੍ਰਗਟ ਕਰ ਦਿੱਤਾ ਹੈ ਤੇ ਇਹ ਵੀ ਪ੍ਰਗਟ ਕੀਤਾ ਹੈ ਕਿ ਕਿਸ ਤਰ੍ਹਾਂ ਇਹਨਾਂ ਬਿੰਬਾਂ ਦੇ ਵਿਚਕਾਰ ਆਪਸੀ ਵਿਰੋਧ ਹੈ, ਜਿਸ ਕਰਕੇ ਟਕਰਾਅ ਖੜੇ ਹੁੰਦੇ ਹਨ ਅਤੇ ਫਿਰ ਇਹਨਾਂ ਤੋਂ ਕੁਝ ਹਾਸਲ ਹੁੰਦਾ ਨਾ ਦੇਖ ਕੇ ਨਿਰਾਸ਼ਾ ਉੱਭਰਦੀ ਹੈ ਅਤੇ ਫਿਰ ਉਸ ਤੋਂ ਭੱਜਣ ਦੀ ਕੋਸ਼ਿਸ਼। ਬੜੇ ਧੀਰਜ ਤੇ ਸਾਵਧਾਨੀ ਭਰੀ ਸਜਗਤਾ ਹੀ ਇਹਨਾਂ ਤੱਥਾਂ ਨੂੰ ਉਘਾੜਦੀ ਹੈ ਤੇ ਫਿਰ ਹੀ ਇਹ ਬੋਧ ਜਾਗਦਾ ਹੈ ਕਿ ਦ੍ਰਿਸ਼ਟਾ ਹੀ ਦ੍ਰਿਸ਼ ਹੈ ਤੇ ਇਹ ਬੋਧ ਅੰਦਰ ਬੈਠੀ ਕਿਸੇ ਅਖੌਤੀ ਉੱਚੀ ਸਤਾ ਨੂੰ ਨਹੀਂ ਹੁੰਦਾ, ਕਿਸੇ ਆਤਮਾ ਨੂੰ ਨਹੀਂ ਹੁੰਦਾ। ਉੱਚੀ ਸਤਾ ਜਾਂ ਆਤਮਾ ਵਗੈਰਾ ਸਭ ਸਾਡੇ ਅਵਿਸ਼ਕਾਰ ਹਨ, ਸਿਰਫ ਕਲਪਨਾਵਾਂ। ਇਹ ਵੀ ਮਨ ਦੇ ਬਣਾਏ ਬਿੰਬ ਹੀ ਹਨ। ਸਗੋਂ ਇਹ ਬੋਧ ਹੀ ਹੈ ਜਿਸ ਨੇ ਉਜਾਗਰ ਕੀਤਾ ਹੈ ਕਿ ਦ੍ਰਿਸ਼ਟਾ ਹੀ ਦ੍ਰਿਸ਼ ਹੈ। ਜੇ ਤੁਸੀਂ ਆਪਣੇ ਆਪ ਨੂੰ ਕੁਝ ਪੁੱਛਦੇ ਹੋ ਤਾਂ ਉਹ ਕਿਹੜੀ ਸਤਾ ਹੈ ਜਿਸ ਨੂੰ ਜਵਾਬ ਚਾਹੀਦਾ ਹੈ ਤੇ ਉਹ ਕੌਣ ਹੈ ਜੋ ਜਵਾਬ ਲੱਭਦਾ ਹੈ? ਜੇ ਇਹ ਸਤਾ ਚੇਤਨਾ ਦਾ ਹੀ ਇੱਕ ਹਿੱਸਾ ਹੈ ਤਾਂ ਵਿਚਾਰ ਦਾ ਹੀ ਇੱਕ ਅੰਸ਼ ਹੈ। ਫਿਰ ਤਾਂ ਇਹ ਖੋਜ ਕਰ ਹੀ ਨਹੀਂ ਸਕਦੀ। ਜੋ ਇਹ ਖੋਜ ਕਰ ਸਕਦੀ ਹੈ ਉਹ ਸਜਗਤਾ ਦੀ ਹਾਲਤ ਹੀ ਹੈ। ਪਰ ਜੇ ਸਜਗਤਾ ਦੀ ਹਾਲਤ ਵਿੱਚ ਇੱਕ ਸਤਾ ਬਣੀ ਰਹਿੰਦੀ ਹੈ ਜੋ ਕਹਿੰਦੀ ਹੈ ਮੈਨੂੰ ਸਜਗ ਹੋਣਾ ਚਾਹੀਦਾ ਹੈ, ਮੈਨੂੰ ਸਜਗਤਾ ਦਾ ਅਭਿਆਸ ਕਰਨਾ ਚਾਹੀਦਾ ਹੈ, ਤਾਂ ਫਿਰ ਉਹ ਇੱਕ ਹੋਰ ਬਿੰਬ ਹੀ ਹੋਵੇਗਾ। ਇੱਕ ਸਜਗਤਾ ਕੀ ਸ੍ਰਸ਼ਟਾ ਤੇ ਹੀ ਦ੍ਰਿਸ਼ ਹੈ। ਦ੍ਰਿਸ਼ ਨਾਲ ਸਾਂਝ ਪਾਉਣਾ ਨਹੀਂ ਹੈ। ਆਪਣੇ ਆਪ ਨੂੰ ਕਿਸੇ ਚੀਜ਼ ਨਾਲ ਜੋੜ ਲੈਣਾ ਕਾਫੀ ਆਸਾਨ ਹੈ। ਸਾਡੇ ਚੋਂ ਜ਼ਿਆਦਾਤਰ ਲੋਕ ਆਪਣੀ ਪਹਿਚਾਣ ਕਿਸੇ ਨਾ ਕਿਸੇ ਚੀਜ਼ ਨਾਲ ਜੋੜਦੇ ਹਨ। ਪਰਿਵਾਰ ਨਾਲ, ਪਤੀ ਨਾਲ ਜਾਂ ਪਤਨੀ ਨਾਲ, ਦੇਸ਼ ਨਾਲ। ਸਾਰੀਆਂ ਮੁਸੀਬਤਾਂ ਤੇ ਜੰਗਾਂ ਉਸੀ ਦਾ ਨਤੀਜਾ ਹਨ। ਪਰ ਇੱਥੇ ਅਸੀਂ ਬਿਲਕੁਲ ਅਲੱਗ ਚੀਜ਼ ਤੇ ਵਿਚਾਰ ਕਰਨ ਜਾ ਰਹੇ ਹਾਂ, ਸਿਰਫ ਸ਼ਾਬਦਿਕ ਰੂਪ ਵਿੱਚ ਨਹੀਂ ਸਗੋਂ ਗਹਿਰਾਈ ਵਿੱਚ, ਧੂੜ ਅੰਦਰ ਤੱਕ। ਪ੍ਰਾਚੀਨ ਚੀਨ ਵਿੱਚ ਕਲਾਕਾਰ ਚਿੱਤਰ ਬਣਾਉਣ ਤੋਂ ਪਹਿਲਾਂ ਇੱਕ ਅਜੀਬ ਪ੍ਰਯੋਗ ਵਿੱਚੋਂ ਲੰਘਦਾ ਸੀ। ਜੇ ਕਿਸੇ ਕਲਾਕਾਰ ਨੇ ਬਿਰਖ ਦਾ ਚਿੱਤਰ ਬਣਾਉਣਾ ਹੁੰਦਾ ਤਾਂ ਪਹਿਲਾਂ ਕਿਸੇ ਬਿਰਖ ਦੇ ਸਾਹਮਣੇ ਜਾ ਬੈਠਦਾ, ਦਿਨਾਂ, ਮਹੀਨਿਆਂ, ਸਾਲਾਂ ਤਾਈਂ। ਜਿੰਨਾ ਚਿਰ ਮਰਜ਼ੀ ਲੱਗ ਜਾਏ ਉਹ ਬੈਠਾ ਰਹੇਗਾ, ਜਿੰਨਾ ਚਿਰ ਉਹ ਉਸ ਬਿਰਖ ਨਾਲ ਇੱਕਮਿਕ ਨਹੀਂ ਹੋ ਜਾਂਦਾ, ਆਪ ਹੀ ਬਿਰਖ ਨਹੀਂ ਹੋ ਜਾਂਦਾ। ਉਹ ਖੁਦ ਨੂੰ ਬਿਰਖ ਨਾਲ ਜੋੜਦਾ ਨਹੀਂ ਸੀ, ਸਗੋਂ ਖੁਦ ਹੀ ਬਿਰਖ ਹੋ ਜਾਂਦਾ ਸੀ। ਇਸ ਦਾ ਅਰਥ ਹੈ ਕਿ ਬਿਰਖ ਤੇ ਉਸ ਦੇ ਵਿੱਚ ਕੋਈ ਅੰਤਰਾਲ ਨਹੀਂ ਰਹਿ ਜਾਂਦਾ ਸੀ, ਅਰਥਾਤ ਦ੍ਰਿਸ਼ਟਾ ਅਤੇ ਦ੍ਰਿਸ਼ ਦੇ ਵਿੱਚ ਦੀ ਦੂਰੀ ਨਹੀਂ ਬਚਦੀ ਸੀ। ਅਨੁਭਵ ਕਰਨ ਵਾਲਾ ਨਹੀਂ ਬਚਦਾ ਸੀ, ਜੋ ਬਿਰਖ ਦੀ ਸੁੰਦਰਤਾ ਦਾ, ਹਵਾ ਵਿੱਚ ਝੂਮਦੀਆਂ ਡਾਲੀਆਂ ਦਾ, ਸੂਰਜ ਦੀਆਂ ਕਿਰਨਾਂ ਨਾਲ ਚਮਕਦੀਆਂ ਪੱਤੀਆਂ ਦੇ ਰੰਗਾਂ ਦਾ ਅਨੁਭਵ ਕਰਦਾ ਸੀ। ਕਿਉਂਕਿ ਕਲਾਕਾਰ ਖੁਦ ਬਿਰਖ ਹੋ ਜਾਂਦਾ ਸੀ ਤੇ ਐਸੇ ਹਾਲਤ ਵਿੱਚ ਜਨਮ ਲੈਂਦੀ ਸੀ ਉਸਦੀ ਜਿਉਂਦੀ ਜਾਗਦੀ ਚਿੱਤਰਕਲਾ। ਦ੍ਰਿਸ਼ਟਾ ਹੀ ਦ੍ਰਿਸ਼ ਹੈ। ਜੇ ਇਹ ਬੋਧ ਅਜੇ ਤੱਕ ਨਹੀਂ ਹੋਇਆ ਤਾਂ ਦ੍ਰਿਸ਼ਟਾ ਵੱਲੋਂ ਕੀਤੀ ਗਈ ਕੋਈ ਵੀ ਹਰਕਤ ਬਿੰਬਾਂ ਦੀ ਨਵੀਂ ਲੜੀ ਨੂੰ ਵੀ ਪੈਦਾ ਕਰਦੀ ਹੈ, ਜਿਸ ਵਿੱਚ ਉਹ ਮੁੜ ਉਲਝ ਜਾਂਦਾ ਹੈ। ਪਰ ਜੇ ਦ੍ਰਿਸ਼ਟਾ ਨੂੰ ਇਹ ਸਪਸ਼ਟ ਬੋਧ ਹੈ ਕਿ ਦ੍ਰਿਸ਼ਟਾ ਹੀ ਦ੍ਰਿਸ਼ ਹੈ ਤਾਂ ਕੀ ਹੁੰਦਾ ਹੈ? ਇਸ ਸਵਾਲ ਵਿੱਚ ਤੁਸੀਂ ਹੌਲੀ-ਹੌਲੀ ਉਤਰੋ, ਕਿਉਂਕਿ ਇਹ ਇੱਕ ਬਹੁਤ ਹੀ ਗੁੰਝਲਦਾਰ ਤੇ ਗੂੜ੍ਹ ਮਾਮਲਾ ਹੈ ਜਿਸ ਦੀ ਅਸੀਂ ਛਾਣਬੀਣ ਕਰਨ ਲੱਗੇ ਹਾਂ। ਇੱਕ ਵਾਰ ਮੁੜ ਤੋਂ ਸੋਚੋ, ਕੀ ਹੁੰਦਾ ਹੈ? ਦ੍ਰਿਸ਼ਟਾ ਆਪਣੇ ਸਭ ਕਿਰਿਆ-ਕਲਾਪ ਬੰਦ ਕਰ ਦਿੰਦਾ ਹੈ। ਹੁਣ ਤੱਕ ਦ੍ਰਿਸ਼ਟਾ ਇਹੀ ਸੋਚਦਾ ਰਿਹਾ ਕਿ ਮੈਨੂੰ ਇਹਨਾਂ ਬਿੰਬਾਂ ਦੇ ਸੰਬੰਧਾਂ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਮੈਂ ਜਾਂ ਤੇ ਉਹਨਾਂ ਨੂੰ ਦਬਾ ਦੇਵਾਂਗਾ ਜਾਂ ਉਹਨਾਂ ਦਾ ਰੰਗ ਰੂਪ ਬਦਲ ਦੇਵਾਂਗਾ। ਯਾਨੀ ਕਿ ਅਜੇ ਤੱਕ ਦ੍ਰਿਸ਼ਟਾ ਦ੍ਰਿਸ਼ ਦੇ ਸੰਬੰਧ ਵਿੱਚ
ਕਿਰਿਆਸ਼ੀਲ ਰਿਹਾ ਹੈ। ਉਹ ਉਸ 'ਤੇ ਕਿਰਿਆ ਤੇ ਪ੍ਰਤੀਕਿਰਿਆ ਕਰਦਾ ਰਿਹਾ ਹੈ, ਕਦੀ ਸ਼ਾਂਤ ਹੋ ਕੇ, ਕਦੇ ਜੋਸ਼ੀਲੇ ਢੰਗ ਨਾਲ। ਪਰ ਦ੍ਰਿਸ਼ਟਾ ਵੱਲੋਂ ਲਿਆ ਗਿਆ ਪਸੰਦਗੀ ਤੇ ਨਾਪਸੰਦਗੀ ਦਾ ਕੋਈ ਵੀ ਕਦਮ ਹੀ ਉਸ ਦੀ ਸਰਗਰਮੀ ਕਹਾਉਂਦਾ ਹੈ। ਮੈਨੂੰ ਇਹ ਪਸੰਦ ਹੈ, ਇਸ ਲਈ ਇਸ ਨੂੰ ਮੈਂ ਕੋਲ ਰੱਖਾਂਗਾ। ਇਹ ਮੈਨੂੰ ਬਿਲਕੁਲ ਪਸੰਦ ਨਹੀਂ, ਇਸ ਲਈ ਮੈਂ ਇਸ ਤੋਂ ਪਿੱਛਾ ਛੁਡਾਉਣਾ ਹੈ। ਪਰ ਜਦ ਦ੍ਰਿਸ਼ਟਾ ਸਮਝ ਲੈਂਦਾ ਹੈ ਕਿ ਜਿਸ 'ਤੇ ਉਸ ਦੀ ਸਾਰੀ ਊਰਜਾ ਲੱਗੀ ਹੋਈ ਹੈ ਉਹ ਤੇ ਖੁਦ ਹੀ ਹੈ, ਤਾਂ ਤੁਰੰਤ ਦ੍ਰਿਸ਼ਟਾ ਤੇ ਦ੍ਰਿਸ਼ ਦਾ ਟਕਰਾਵ ਖਤਮ ਹੋ ਜਾਂਦਾ ਹੈ। ਫਿਰ ਉਹ ਆਪ ਉਹ ਹੈ, ਉਹ ਉਸ ਤੋਂ ਵੱਖ ਨਹੀਂ। ਜਦ ਤੱਕ ਉਸ ਨੇ ਆਪਣੀ ਆਪ ਨੂੰ ਇਸ ਤੋਂ ਵੱਖ ਕਰ ਮੰਨ ਕੇ ਰੱਖਿਆ ਸੀ ਤਾਂ ਉਸ ਨੇ ਇਸ ਸੰਬੰਧ ਵਿੱਚ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਦ੍ਰਿਸ਼ਟਾ ਨੂੰ ਪਤਾ ਲੱਗਿਆ ਕਿ ਉਹ ਆਪ ਹੀ ਉਹ ਹੈ ਤਾਂ ਉਸ ਦੀ ਪਸੰਦ ਤੇ ਨਾਪਸੰਦ ਜਾਂਦੀ ਰਹੀ ਤੇ ਇਸ ਤਰ੍ਹਾਂ ਸਾਰਾ ਸੰਘਰਸ਼ ਤੇ ਤਣਾਅ ਵੀ ਖਤਮ ਹੋ ਗਿਆ। ਹੁਣ ਕਰਨ ਨੂੰ ਕੀ ਬਚਦਾ ਹੈ? ਜੇ ਤੁਸੀਂ ਖੁਦ ਉਹੀ ਹੋ ਜੋ ਤੁਸੀਂ ਕਰ ਰਹੇ ਹੋ ਤਾਂ ਕੀ ਹੋ ਸਕਦਾ ਹੈ? ਤੁਸੀਂ ਨਾ ਤੇ ਇਸ ਤੋਂ ਬਾਗੀ ਹੋ ਸਕਦੇ ਹੋ, ਨਾ ਇਸ ਤੋਂ ਭੱਜ ਸਕਦੇ ਹੋ, ਇੱਥੇ ਤੱਕ ਕਿ ਤੁਸੀਂ ਇਸ ਨੂੰ ਸਵੀਕਾਰ ਵੀ ਨਹੀਂ ਕਰ ਸਕਦੇ। ਇਹ ਤਾਂ ਹੈ ਹੀ ਉੱਥੇ। ਸੋ ਪਸੰਦ ਤੇ ਨਾਪਸੰਦ ਤੋਂ ਉਪਜੀਆਂ ਸਾਰੀਆਂ ਪ੍ਰਕਿਰਿਆਵਾਂ ਦਾ ਆਪਣੇ ਆਪ ਅੰਤ ਹੋ ਜਾਂਦਾ ਹੈ। ਫਿਰ ਤੁਸੀਂ ਦੇਖੋਗੇ ਕਿ ਇਹ ਅਜਿਹਾ ਸਜਗਤਾ ਹੈ, ਪ੍ਰਚੰਡ ਰੂਪ ਵਿੱਚ ਜੀਵਤ ਹੈ। ਇਹ ਕਿਸੇ ਮੁੱਦੇ ਤੇ ਜਾਂ ਬਿੰਬ ਨਾਲ ਨਹੀਂ ਬੱਝੀ ਹੋਈ। ਸਜਗਤਾ ਦੀ ਇਹ ਤੀਬਰਤਾ ਤੇ ਗਹਿਣਤਾ ਤੋਂ ਇੱਕ ਵੱਖਰੀ ਤਰ੍ਹਾਂ ਦਾ ਹੋਸ਼ ਪੈਦਾ ਹੁੰਦਾ ਹੈ, ਕਿਉਂਕਿ ਹੁਣ ਮਨ ਹੀ ਉਹ ਸਜਗਤਾ ਹੈ। ਇਸ ਲਈ ਫਿਰ ਮਨ ਬੇਹੱਦ ਸੰਵੇਦਨਸ਼ੀਲ ਹੋ ਜਾਂਦਾ ਹੈ, ਸਿਆਣਪ ਨਾਲ ਭਰ ਜਾਂਦਾ ਹੈ। ਚਿੰਤਨ ਕੀ ਹੈ? ਹੁਣ ਅਸੀਂ ਇਸ ਸਵਾਲ ਦੀ ਛਾਣਬੀਣ ਕਰਾਂਗੇ ਕਿ ਚਿੰਤਨ ਕੀ ਹੈ। ਚਿੰਤਨ, ਜਿਸ ਦੀ ਰੋਜ਼ਾਨਾ ਜੀਵਨ ਵਿੱਚ ਸਾਵਧਾਨੀ ਨਾਲ, ਤਰਕਪੂਰਨ ਤੇ ਸੂਝ-ਬੂਝ ਨਾਲ ਕੀਤੇ ਜਾਣ ਦੀ ਲੋੜ ਹੈ, ਅਤੇ ਉਹ ਚਿੰਤਨ ਜੋ ਬਿਲਕੁਲ ਬੇਲੋੜਾ ਹੈ, ਜਿਸ ਦਾ ਕੋਈ ਮਹੱਤਵ ਨਹੀਂ। ਜਦ ਤੱਕ ਸਾਨੂੰ ਵਿਚਾਰ ਦੇ ਇਹਨਾਂ ਦੋਹਾਂ ਰੂਪਾਂ ਦੀ ਸਮਝ ਨਹੀਂ ਆ ਜਾਂਦੀ, ਉਨਾ ਚਿਰ ਸ਼ਾਇਦ ਅਸੀਂ ਉਸ ਸ਼ੈ ਨੂੰ ਨਹੀਂ ਸਮਝ ਸਕਦੇ ਜੋ ਇਸ ਨਾਲੋਂ ਕਿਤੇ ਗੂੜ੍ਹ ਤੇ ਸੂਖਮ ਹੈ ਅਤੇ ਜਿਸ ਨੂੰ ਵਿਚਾਰ ਛੂਹ ਤੱਕ ਨਹੀਂ ਸਕਦਾ। ਚਿੰਤਨ ਕੀ ਹੈ? ਯਾਦ ਕੀ ਹੈ? ਵਿਚਾਰ ਕਿਵੇਂ ਉਤਪੰਨ ਹੁੰਦਾ ਹੈ? ਵਿਚਾਰ ਕਿਵੇਂ ਸਾਡੇ ਕਰਮਾਂ ਨੂੰ ਸੰਸਕਾਰਬੱਧ ਕਰ ਦਿੰਦਾ ਹੈ? ਇਸ ਪੂਰੇ ਦੇ ਪੂਰੇ ਮੁੱਦੇ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਸਭ ਨੂੰ ਸਮਝਦੇ ਹੋਏ ਹੀ ਸ਼ਾਇਦ ਸਾਡਾ ਉਸ ਚੀਜ਼ ਨਾਲ ਸਾਹਮਣਾ ਹੋ ਜਾਏ ਜੋ ਵਿਚਾਰ ਦੀ ਪਹੁੰਚ ਤੋਂ ਪਰੇ ਹੈ ਤੇ ਵਿਚਾਰ ਜਿਸ ਦੇ ਦੁਆਰਾ ਕਦੀ ਨਹੀਂ ਬਣ ਸਕਦਾ। ਸਾਡੇ ਲਈ ਜੀਵਨ ਭਰ ਵਿਚਾਰ ਕਰਨਾ ਮਹੱਤਵਪੂਰਨ ਕਿਉਂ ਬਣਿਆ ਰਹਿੰਦਾ ਹੈ? ਵਿਚਾਰ ਯਾਨੀ ਧਾਰਨਾ ਅਤੇ ਮਤ ਜੋ ਦਿਮਾਗ ਦੀਆਂ ਕੋਸ਼ਿਕਾਵਾਂ ਵਿੱਚੋਂ ਜਮ੍ਹਾਂ ਹੋਈ ਯਾਦਾਂ ਦੀ ਪ੍ਰਕਿਰਿਆ ਹੈ। ਸਾਡੇ 'ਚੋਂ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸ਼ਾਇਦ ਇਹ ਸਵਾਲ ਕਦੇ ਉੱਠਿਆ ਵੀ ਨਾ ਹੋਵੇਗਾ ਕਿ ਜੇ ਉੱਠਿਆ ਵੀ ਹੋਵੇਗਾ ਤਾਂ ਅਸੀਂ ਕਿਹਾ ਹੋਵੇਗਾ ਕਿ ਇਸ ਦਾ ਮਹੱਤਵ ਹੀ ਕੀ ਹੈ। ਮਹੱਤਵ ਦੇ ਭਾਵਨਾ ਦਾ ਹੈ। ਪਰ ਅਸੀਂ ਇਹਨਾਂ ਦੋਹਾਂ ਨੂੰ ਵੱਖ ਕਿੱਦਾਂ ਕਰ ਸਕਦੇ ਹਾਂ? ਜੇ ਵਿਚਾਰ ਭਾਵਨਾ ਨੂੰ ਗਤੀ ਨਾ ਦੇਵੇ ਤਾਂ ਭਾਵਨਾ ਝੱਟ ਖਤਮ ਹੋ ਜਾਂਦੀ ਹੈ। ਸਾਡੇ ਰੋਜ਼ਾਨਾ ਜੀਵਨ ਵਿੱਚ ਇਸ ਡਰ, ਬੋਰੀਅਤ ਤੇ ਸੰਘਰਸ਼ਾਂ ਮਾਰੇ ਜੀਵਨ ਵਿੱਚ ਵਿਚਾਰ ਇੰਨਾ ਮਹੱਤਵਪੂਰਨ ਕਿਉਂ ਬਣ ਗਿਆ ਹੈ? ਇਹ ਤੁਸੀਂ ਆਪਣੇ ਆਪ ਤੋਂ ਪੁੱਛੋ, ਜਿਵੇਂ ਮੈਂ ਆਪਣੇ ਆਪ ਤੋਂ ਪੁੱਛ ਰਿਹਾ ਹਾਂ। ਮੱਕਾਰ ਤੇ ਚਲਾਕ ਵਿਚਾਰ, ਜਿਸ ਵਿੱਚ ਸੰਗਠਿਤ ਕਰਨ ਦੀ ਕਾਬਲੀਅਤ ਹੈ, ਜੋ ਨਿੱਤ ਨਵੀਆਂ ਚੀਜ਼ਾਂ ਨੂੰ ਸੁਰ ਕਰ ਸਕਦਾ ਹੈ, ਜੋ ਇੰਨਾ ਕੁਝ ਖੋਜ ਲੈਂਦਾ ਹੈ, ਇਹਨਾਂ ਯੁੱਧਾਂ ਨੂੰ ਜਨਮ ਦਿੰਦਾ ਹੈ, ਇੰਨਾ ਡਰ, ਚਿੰਤਾ ਤੇ ਗੜਬੜਾਹਟ ਪੈਦਾ ਕਰਦਾ ਹੈ, ਜੋ ਹਮੇਸ਼ਾ ਖਿਆਲੀ ਬਿੰਬ ਘੜਦਾ ਹੈ ਅਤੇ ਆਪਣੀ ਹੀ ਪੁੱਛ ਦਾ ਪਿੱਛਾ ਕਰਦਾ ਹੈ। ਵਿਚਾਰ ਜਿਸਨੇ ਕੱਲ੍ਹ ਦਾ ਆਨੰਦ ਮਾਣਿਆ ਹੈ, ਜੋ ਉਸ ਆਨੰਦ ਨੂੰ ਵਰਤਮਾਨ ਤੇ ਭਵਿੱਖ ਵਿੱਚ ਵੀ ਗਤੀ ਦਿੰਦਾ ਹੈ। ਵਿਚਾਰ ਜੋ ਹਮੇਸ਼ਾ ਕਿਰਿਆਸ਼ੀਲ ਹੈ, ਜੋ ਬੜਬੜਾ ਰਿਹਾ ਹੈ, ਜੋ ਗਤੀਸ਼ੀਲ ਹੈ, ਜੋੜ ਤੋੜ ਕਰ ਰਿਹਾ ਹੈ ਤੇ ਅਨੁਮਾਨ ਤੇ ਕਲਪਨਾ ਕਰ ਰਿਹਾ ਹੈ, ਉਸ ਦੇ ਅਸੀਂ ਗੁਲਾਮ ਕਿਉਂ ਹਾਂ? ਸਾਡੇ ਲਈ ਵਿਚਾਰ ਕਰਮ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ। ਵਿਚਾਰ ਜੋ ਹਰ ਖੇਤਰ ਦੇ ਬੁੱਧੀਜੀਵੀਆਂ ਨੇ ਇੰਨੀ ਹੁਸ਼ਿਆਰੀ ਨਾਲ ਕਿਤਾਬਾਂ ਵਿੱਚ ਪ੍ਰਗਟਾਏ ਹਨ।
ਵਿਚਾਰ ਜਿੰਨੇ ਜ਼ਿਆਦਾ ਸੂਖਮ ਤੇ ਚਾਲਾਕੀ ਭਰੇ ਹੁੰਦੇ ਹਨ, ਓਨੀ ਹੀ ਅਸੀਂ ਉਹਨਾਂ ਦੀ ਤੇ ਉਹਨਾਂ ਨਾਲ ਸੰਬੰਧਿਤ ਪੁਸਤਕਾਂ ਦੀ ਪੂਜਾ ਕਰਦੇ ਹਾਂ। ਵਿਚਾਰਾਂ ਅਤੇ ਪੁਸਤਕਾਂ ਨੇ ਸਾਡੇ 'ਤੇ ਇੰਨੀ ਬੁਰੀ ਤਰ੍ਹਾਂ ਪ੍ਰਭਾਵ ਪਾਇਆ ਹੈ ਕਿ ਅਸੀਂ ਮਾਨਸਿਕ ਤੌਰ 'ਤੇ ਖੁਦ ਹੀ ਵਿਚਾਰ ਤੇ ਕਿਤਾਬਾਂ ਬਣ ਚੁੱਕੇ ਹਾਂ। ਚਾਰੇ ਪਾਸੇ ਲੋਕ ਵੱਖ-ਵੱਖ ਵਿਚਾਰਾਂ ਤੇ ਆਦਰਸ਼ਾਂ ਦੀ ਚਰਚਾ ਕਰ ਰਹੇ ਹਨ ਅਤੇ ਆਪਣਾ-ਆਪਣਾ ਤਰਕ ਦੇ ਰਹੇ ਹਨ। ਹਰੇਕ ਧਰਮ ਦਾ ਆਪਣਾ-ਆਪਣਾ ਮਤ ਤੇ ਫਾਰਮੂਲਾ ਹੈ ਅਤੇ ਰੱਬ ਤੱਕ ਪਹੁੰਚਣ ਲਈ ਉਹਨਾਂ ਨੇ ਆਪਣੀ-ਆਪਣੀ ਪੌੜੀ ਬਣਾਈ ਹੋਈ ਹੈ। ਜਦੋਂ ਅਸੀਂ ਵਿਚਾਰ ਦੇ ਮੂਲ 'ਚ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਅਸੀਂ ਜਾਣਬੁੱਝ ਕੇ ਵਿਚਾਰ ਨੂੰ ਕਰਮ ਤੋਂ ਅਲੱਗ ਰੱਖ ਰਹੇ ਹਾਂ। ਕਿਉਂਕਿ ਵਿਚਾਰ ਹਮੇਸ਼ਾ ਅਤੀਤ ਨਾਲ ਜੁੜਿਆ ਹੁੰਦਾ ਹੈ, ਜਦਕਿ ਕਰਮ ਐਕਸ਼ਨ ਵਰਤਮਾਨ ਹੈ, ਅਰਥਾਤ ਜਿਉਣਾ ਵਰਤਮਾਨ ਵਿੱਚ ਹੁੰਦਾ ਹੈ। ਕਿਉਂਕਿ ਅਸੀਂ ਜਿਉਣ ਤੋਂ ਡਰਦੇ ਹਾਂ, ਇਸ ਕਰਕੇ ਵਿਚਾਰ ਦੇ ਰੂਪ ਵਿੱਚ ਅਤੀਤ ਸਾਡੇ ਲਈ ਇੰਨਾ ਮਹੱਤਵਪੂਰਨ ਹੋ ਗਿਆ ਹੈ। ਆਪਣੇ ਹੀ ਮਨ ਵਿੱਚ ਉੱਠਦੇ ਵਿਚਾਰਾਂ ਨੂੰ ਦੇਖਣਾ ਸੱਚਮੁੱਚ ਕਿੰਨਾ ਰੋਚਕ ਤੇ ਮਜ਼ੇਦਾਰ ਹੈ। ਕਿੱਦਾਂ ਕੋਈ ਸੋਚਦਾ ਹੈ, ਇਸ ਦਾ ਨਿਰੀਖਣ ਕਰਨਾ ਉਹ ਪ੍ਰਤੀਕਿਰਿਆ ਹੈ ਜਿਸ ਨੂੰ ਵਿਚਾਰ ਕਿਹਾ ਜਾਂਦਾ ਹੈ। ਕਿੱਥੋਂ ਨਿਕਲਦੀ ਹੈ ਤੇ ਪ੍ਰਗਟ ਹੁੰਦੀ ਹੈ? ਸਾਫ਼ ਹੈ ਕਿ ਯਾਦਾਸ਼ਤ ਵਿੱਚੋਂ। ਕੀ ਕੋਈ ਵਿਚਾਰ ਦੀ ਕੋਈ ਸ਼ੁਰੂਆਤ ਵੀ ਹੈ? ਜੇ ਹੁੰਦੀ ਹੈ ਤੇ ਕੀ ਅਸੀਂ ਉਸ ਨੂੰ ਫੜ ਸਕਦੇ ਹਾਂ? ਕਿਉਂਕਿ ਉੱਥੋਂ ਹੀ ਯਾਦਾਸ਼ਤ ਦੀ ਗਤੀਵਿਧੀ ਸ਼ੁਰੂ ਹੁੰਦੀ ਹੈ। ਜੇ ਸਾਡੇ ਕੋਲ ਯਾਦਾਸ਼ਤ ਹੀ ਨਾ ਹੋਵੇ ਤਾਂ ਵਿਚਾਰ ਆਏਗਾ ਕਿੱਥੋਂ? ਅਸੀਂ ਦੇਖ ਲਿਆ ਹੈ ਕਿ ਕੱਲ੍ਹ ਜੋ ਅਸੀਂ ਸੁੱਖ ਭੋਗਿਆ ਹੈ, ਉਸ ਨੂੰ ਵਿਚਾਰ ਕਿਵੇਂ ਕਾਇਮ ਰੱਖਣਾ ਹੈ। ਸੁੱਖ ਦੀ ਵਿਪਰੀਤ ਇਹ ਡਰ ਨੂੰ ਵੀ ਕਾਇਮ ਰੱਖਦਾ ਹੈ। ਇਸ ਤਰ੍ਹਾਂ ਅਨੁਭਵ ਕਰਤਾ ਜੋ ਵਿਚਾਰ ਕਰਨ ਵਾਲਾ ਹੈ, ਆਪ ਹੀ ਦੁੱਖ ਤੇ ਆਪ ਹੀ ਸੁੱਖ ਹੈ ਅਤੇ ਆਪ ਹੀ ਉਹ ਦੁੱਖ ਸੁੱਖ ਨੂੰ ਜਨਮ ਦੇਣ ਤੇ ਪਾਲਣ ਵਾਲਾ ਹੈ। ਪਰ ਵਿਚਾਰ ਕਰਨ ਵਾਲਾ ਸੁੱਖ ਨੂੰ ਦੁੱਖ ਤੋਂ ਅਲੱਗ ਕਰ ਲੈਂਦਾ ਹੈ। ਉਹ ਇਹ ਨਹੀਂ ਦੇਖਦਾ ਕਿ ਸੁੱਖ ਦੀ ਖੁਆਇਸ਼ ਤੇ ਮੰਗ ਕਾਰਨ ਹੀ ਉਹ ਦੁੱਖ ਤੇ ਡਰ ਨੂੰ ਸੱਦਾ ਦੇ ਰਿਹਾ ਹੈ। ਮਨੁੱਖ ਦੇ ਆਪਸੀ ਸੰਬੰਧਾਂ ਵਿੱਚ ਵਿਚਾਰ ਹਮੇਸ਼ਾ ਸੁੱਖ ਦੀ ਮੰਗ ਕਰਦਾ ਹੈ, ਪਰ ਸੁੱਖ ਦੀ ਮੰਗ ਨੂੰ ਲੁਕਾਉਣ ਲਈ ਕੁਝ ਲੁਭਾਵੇਂ ਸ਼ਬਦ ਘੜ ਲਏ ਹਨ, ਜਿਵੇਂ ਵਫਾ, ਦਾਨ ਕਰਨਾ, ਸਹਾਰਾ ਦੇਣਾ, ਸਹਾਇਤਾ ਤੇ ਸੇਵਾ ਕਰਨਾ। ਮੈਂ ਹੈਰਾਨ ਹਾਂ ਕਿ ਅਸੀਂ ਸੇਵਾ ਕਰਨ ਲਈ ਕਿਉਂ ਹਮੇਸ਼ਾ ਤੁਰੇ ਰਹਿੰਦੇ ਹਾਂ। ਪੈਟਰੋਲ ਪੰਪ ਸਟੇਸ਼ਨ ਬੜੀ ਚੰਗੀ ਸੇਵਾ ਦਿੰਦਾ ਹੈ। ਆਖਿਰ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ? ਦੇਣਾ, ਸਹਾਇਤਾ ਕਰਨਾ, ਸੇਵਾ ਕਰਨਾ। ਆਖਿਰ ਇਹ ਸੇਵਾ ਕਰਨਾ ਕਿਉਂ, ਕਿਸ ਲਈ? ਰੰਗ, ਸੁੰਦਰਤਾ ਤੇ ਖੁਸ਼ਬੂ ਨਾਲ ਭਰਿਆ ਫੁੱਲ ਕੀ ਕਦੀ ਕਹਿੰਦਾ ਹੈ ਕਿ ਮੈਂ ਵੰਡ ਰਿਹਾ ਹਾਂ, ਸਹਾਇਤਾ ਕਰ ਰਿਹਾ ਹਾਂ, ਸੇਵਾ ਕਰ ਰਿਹਾ ਹਾਂ? ਫੁੱਲ ਤਾਂ ਸਿਰਫ ਫੁੱਲ ਹੈ ਅਤੇ ਕਿਉਂਕਿ ਇਹ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਇਸ ਲਈ ਇਹ ਪੂਰੀ ਧਰਤੀ ਨੂੰ ਮਹਿਕਾ ਰਿਹਾ ਹੈ। ਵਿਚਾਰ ਇੰਨਾ ਮੱਕਾਰ ਤੇ ਚਲਾਕ ਹੈ ਕਿ ਇਹ ਆਪਣੀ ਸੁਵਿਧਾ ਮੁਤਾਬਿਕ ਹਰ ਚੀਜ਼ ਨੂੰ ਤੋੜ ਮਰੋੜ ਲੈਂਦਾ ਹੈ। ਵਿਚਾਰ ਸੁੱਖ ਪ੍ਰਾਪਤੀ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਲਈ ਸਿਰਫ ਬੰਧਨ ਤੇ ਗੁਲਾਮੀ ਹੀ ਪੈਦਾ ਕਰਦਾ ਹੈ। ਸਾਡੇ ਆਪਸੀ ਸੰਬੰਧਾਂ ਵਿੱਚ ਵਿਚਾਰ ਦੇ ਕਾਰਨ ਹੀ ਦਵੈਤ ਪੈਦਾ ਹੁੰਦੀ ਹੈ। ਸਾਡੇ ਸਾਰਿਆਂ ਅੰਦਰ ਹਿੰਸਾ ਮੌਜੂਦ ਹੈ, ਜੋ ਇੱਕ ਤਰ੍ਹਾਂ ਨਾਲ ਸਾਨੂੰ ਸੁੱਖ ਦਿੰਦੀ ਹੈ। ਪਰ ਸਾਡੇ ਅੰਦਰ ਸ਼ਾਂਤੀ ਦੀ ਵੀ ਇੱਛਾ ਹੈ, ਦਿਆਲੂ ਤੇ ਭਲੇ ਹੋਣ ਦੀ ਵੀ ਇੱਛਾ ਹੈ। ਸਾਡੀ ਜ਼ਿੰਦਗੀ ਵਿੱਚ ਇਹੋ ਕੁਝ ਹੁੰਦਾ ਰਹਿੰਦਾ ਹੈ। ਵਿਚਾਰ ਸਾਡੇ ਅੰਦਰ ਇਹ ਦਵੰਦ ਹੀ ਪੈਦਾ ਨਹੀਂ ਕਰਦੇ, ਇਹ ਆਪਾ ਵਿਰੋਧ ਹੀ ਪੈਦਾ ਨਹੀਂ ਕਰਦੇ, ਸਗੋਂ ਬੇਹਿਸਾਬ ਸੁੱਖਾਂ ਦੁੱਖਾਂ ਦੀਆਂ ਯਾਦਾਂ ਵੀ ਇਕੱਠੀਆਂ ਕਰਦੇ ਹਨ ਅਤੇ ਇਹਨਾਂ ਯਾਦਾਂ 'ਚੋਂ ਹੀ ਮੁੜ ਜੰਮਦੇ ਹਨ। ਸੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਵਿਚਾਰ ਹਮੇਸ਼ਾ ਅਤੀਤ ਹੁੰਦੇ ਹਨ, ਪੁਰਾਣੇ ਹੁੰਦੇ ਹਨ। ਹਰ ਚੁਣੌਤੀ ਹਮੇਸ਼ਾ ਨਵੀਂ ਹੁੰਦੀ ਹੈ, ਪਰ ਅਸੀਂ ਉਸ ਦਾ ਸਾਹਮਣਾ ਅਤੀਤ ਦੀ ਭਾਸ਼ਾ ਵਿੱਚ ਕਰਦੇ ਹਾਂ। ਇਸ ਕਰਕੇ ਸਾਡਾ ਸਾਹਮਣਾ ਕਰਨਾ ਹਮੇਸ਼ਾ ਅਧੂਰਾ ਤੇ ਨਾ ਕਾਫੀ ਹੁੰਦਾ ਹੈ। ਇਸੇ ਕਾਰਨ ਅਸੀਂ ਟਕਰਾਵਾਂ, ਸੰਘਰਸ਼ਾਂ, ਦੁੱਖਾਂ, ਕਲੇਸ਼ਾਂ ਦੇ ਸ਼ਿਕਾਰ ਹੋ ਜਾਂਦੇ ਹਾਂ। ਸਾਡਾ ਛੋਟਾ ਜਿਹਾ ਦਿਮਾਗ ਭਾਵੇਂ ਇਹ ਜੋ ਮਰਜ਼ੀ ਕਰੇ, ਹਮੇਸ਼ਾ ਸੰਘਰਸ਼ ਵਿੱਚ ਰਹਿੰਦਾ ਹੈ। ਚਾਹੇ ਇਹ ਕਿਸੇ ਦੀ ਰੀਸ ਕਰੇ, ਨਕਲ ਕਰੇ, ਦਮਨ ਕਰੇ, ਨਵੀਆਂ ਉਚਾਈਆਂ ਛੂਹਣੀਆਂ ਚਾਹੇ, ਨਵੀਂ ਅਨੁਭੂਤੀ ਲਈ ਜਾਂ ਚੇਤਨਾ ਦੇ ਨਵੇਂ ਵਿਸਥਾਰਾਂ ਲਈ ਨਸ਼ਿਆਂ ਦੀ ਵਰਤੋਂ
ਨਸ਼ਿਆਂ ਦੀ ਵਰਤੋਂ ਕਰੇ। ਸੰਘਰਸ਼ ਵਿੱਚ ਡੁੱਬਿਆ ਹੋਇਆ ਇਹ ਦਿਮਾਗ ਤੇ ਮਨ ਜੋ ਚਾਹੇ ਕਰ ਲਏ, ਉਹ ਟਕਰਾਵ 'ਚ ਹੈ, ਇਸ ਲਈ ਟਕਰਾਵ ਹੀ ਖੜੇ ਕਰੇਗਾ। ਜੋ ਲੋਕ ਬਹੁਤ ਸੋਚਦੇ ਵਿਚਾਰਦੇ ਹਨ, ਉਹ ਓਨੇ ਹੀ ਪਦਾਰਥਵਾਦੀ ਹੁੰਦੇ ਹਨ, ਕਿਉਂਕਿ ਵਿਚਾਰ ਪਦਾਰਥ ਹੈ। ਫਰਸ਼, ਕੰਧਾਂ ਜਾਂ ਟੈਲੀਫੋਨ ਵਾਂਗ ਵਿਚਾਰ ਵੀ ਪਦਾਰਥ ਹੈ। ਊਰਜਾ ਜਦ ਇੱਕ ਢਾਂਚੇ ਵਿੱਚ ਕੰਮ ਕਰਦੀ ਹੈ ਤਾਂ ਪਦਾਰਥ ਬਣ ਜਾਂਦੀ ਹੈ। ਊਰਜਾ ਵੀ ਹੈ, ਪਦਾਰਥ ਵੀ ਹੈ। ਬਸ ਇਹੀ ਜ਼ਿੰਦਗੀ ਹੈ। ਭਾਵੇਂ ਅਸੀਂ ਸੋਚੀਏ ਕਿ ਵਿਚਾਰ ਪਦਾਰਥ ਨਹੀਂ ਹੈ, ਪਰ ਇਹ ਹੈ। ਵਿਚਾਰਧਾਰਾ ਦੇ ਰੂਪ ਵਿੱਚ ਵਿਚਾਰ ਪਦਾਰਥ ਹੈ। ਜਿੱਥੇ ਊਰਜਾ ਹੋਵੇ, ਇਹ ਪਦਾਰਥ ਬਣ ਸਕਦੀ ਹੈ। ਪਦਾਰਥ ਤੇ ਊਰਜਾ ਪਰਸਪਰ ਸੰਬੰਧਿਤ ਹਨ। ਇੱਕ ਬਗੈਰ ਦੂਜਾ ਨਹੀਂ ਹੋ ਸਕਦਾ। ਇਹਨਾਂ ਦੋਹਾਂ ਵਿੱਚ ਜਿੰਨਾ ਤਾਲਮੇਲ ਹੋਏਗਾ, ਓਨਾ ਹੀ ਸੰਤੁਲਨ ਹੋਵੇਗਾ। ਦਿਮਾਗ ਦੇ ਸੈੱਲ ਓਨੇ ਹੀ ਜ਼ਿਆਦਾ ਕਿਰਿਆਸ਼ੀਲ ਹੋਣਗੇ। ਵਿਚਾਰ ਨੇ ਸੁੱਖ ਪੀੜ ਤੇ ਡਰ ਦਾ ਇੱਕ ਢਾਂਚਾ ਖੜਾ ਕਰ ਲਿਆ ਹੈ। ਇਸ ਵਿੱਚ ਹੀ ਉਹ ਹਜ਼ਾਰਾਂ ਸਾਲਾਂ ਤੋਂ ਰੁੱਝਿਆ ਹੋਇਆ ਹੈ। ਵਿਚਾਰ ਇਸ ਢਾਂਚੇ ਨੂੰ ਤੋੜ ਨਹੀਂ ਸਕਦੇ, ਕਿਉਂਕਿ ਇਹ ਢਾਂਚਾ ਵਿਚਾਰਾਂ ਦਾ ਹੀ ਬਣਿਆ ਹੋਇਆ ਹੈ। ਨਵੀਂ ਗੱਲ ਨੂੰ ਵਿਚਾਰ ਇੱਕਦਮ ਨਹੀਂ ਦੇਖ ਸਕਦਾ, ਉਹ ਇਸ ਨੂੰ ਬਾਅਦ ਵਿੱਚ ਸਮਝ ਸਕਦਾ ਹੈ, ਉਹ ਵੀ ਸਿਰਫ ਜ਼ਬਾਨੀ ਕਲਾਮੀ। ਬਿਲਕੁਲ ਹੀ ਨਵੀਂ ਗੱਲ ਵਿਚਾਰਾਂ ਲਈ ਹਕੀਕੀ ਨਹੀਂ ਹੁੰਦੀ, ਵਿਚਾਰ ਦੀ ਸਮਝ ਤੋਂ ਪਰੇ ਹੁੰਦੀ ਹੈ। ਵਿਚਾਰ ਕਿਸੇ ਮਾਨਸਿਕ ਸਮੱਸਿਆ ਨੂੰ ਕਦੀ ਹੱਲ ਨਹੀਂ ਕਰ ਸਕਦਾ। ਵਿਚਾਰ ਭਾਵੇਂ ਜਿੰਨਾ ਮਰਜ਼ੀ ਚਲਾਕ, ਚਾਲਬਾਜ਼ ਤੇ ਵਿਦਵਤਾ ਨਾਲ ਭਰਿਆ ਹੋਵੇ, ਜ਼ਰੂਰਤ ਪੈਣ 'ਤੇ ਕਿੰਨੀ ਵੀ ਉੱਚੀ ਵਿਗਿਆਨਕ ਰਚਨਾ ਕਰ ਲਵੇ, ਨਵੇਂ ਤੋਂ ਨਵਾਂ ਕੰਪਿਊਟਰ ਬਣਾ ਲਵੇ, ਪਰ ਵਿਚਾਰ ਖੁਦ ਪੁਰਾਣੇ ਦਾ ਪੁਰਾਣਾ ਹੀ ਰਹਿੰਦਾ ਹੈ। ਇਸ ਕਰਕੇ ਇਹ ਕਿਸੇ ਵੀ ਜ਼ਬਰਦਸਤ ਸਵਾਲ ਅੱਗੇ ਨਿਰੁੱਤਰ ਹੋ ਜਾਂਦਾ ਹੈ। ਪੁਰਾਣਾ ਦਿਮਾਗ ਜਿਉਣ ਦੀ ਅਜੀਮ ਸਮੱਸਿਆ ਨੂੰ ਹੱਲ ਨਹੀਂ ਕਰ ਸਕਦਾ। ਵਿਚਾਰ ਚਾਲਬਾਜ਼ ਹੁੰਦਾ ਹੈ, ਕਿਉਂਕਿ ਇਹ ਜੋ ਚਾਹੇ ਘੜ ਲੈਂਦਾ ਹੈ, ਜੋ ਹੈ ਹੀ ਨਹੀਂ, ਇਹ ਉਹ ਵੀ ਦੇਖ ਲੈਂਦਾ ਹੈ। ਇਹ ਕਿਸੇ ਵੀ ਤਰ੍ਹਾਂ ਦੀ ਚਲਾਕੀ ਕਰ ਸਕਦਾ ਹੈ। ਇਸ ਕਰਕੇ ਇਸ 'ਤੇ ਨਿਰਭਰ ਨਹੀਂ ਰਿਹਾ ਜਾ ਸਕਦਾ। ਤੁਸੀਂ ਕਿਉਂ ਸੋਚਦੇ ਹੋ, ਕਿਵੇਂ ਸੋਚਦੇ ਹੋ, ਇਸ ਦੇ ਪੂਰੇ ਢਾਂਚੇ ਨੂੰ ਜੇ ਤੁਸੀਂ ਸਮਝਦੇ ਹੋ ਅਤੇ ਜਿਨ੍ਹਾਂ ਸ਼ਬਦਾਂ ਦਾ ਤੁਸੀਂ ਪ੍ਰਯੋਗ ਕਰਦੇ ਹੋ ਆਪਣੇ ਰੋਜ਼ਮर्रा ਦੇ ਜੀਵਨ ਵਿੱਚ, ਲੋਕਾਂ ਨਾਲ ਜਿਸ ਢੰਗ ਨਾਲ ਮਿਲਦੇ ਜੁਲਦੇ ਹੋ, ਵਿਵਹਾਰ ਕਰਦੇ ਹੋ, ਤੁਹਾਡਾ ਗੱਲ ਕਰਨ ਦਾ ਜੋ ਢੰਗ ਹੈ, ਤੁਰਨ ਫਿਰਨ ਦਾ ਜੋ ਢੰਗ ਹੈ, ਖਾਣ ਪੀਣ ਦਾ ਜੋ ਢੰਗ ਹੈ, ਜੋ ਤੁਸੀਂ ਇਹਨਾਂ ਸਭ ਦੇ ਪ੍ਰਤੀ ਸੁਚੇਤ ਤੇ ਸਤਰਕ ਰਹਿੰਦੇ ਹੋ, ਤਾਂ ਤੁਹਾਡਾ ਮਨ ਤੁਹਾਨੂੰ ਧੋਖਾ ਨਹੀਂ ਦੇ ਸਕਦਾ। ਫਿਰ ਉੱਥੇ ਕੋਈ ਧੋਖਾ ਖਾਣ ਵਾਲਾ ਵੀ ਨਹੀਂ ਹੁੰਦਾ। ਫਿਰ ਮਨ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ, ਕਿਸੇ ਚੀਜ਼ ਦਾ ਮਾਲਕ ਹੋਣਾ ਨਹੀਂ ਚਾਹੁੰਦਾ, ਫਿਰ ਇਹ ਹਾਵੀ ਹੋਣ ਦੀ ਕੋਸ਼ਿਸ਼ ਨਹੀਂ ਕਰਦਾ। ਅਜਿਹਾ ਮਨ ਅਸਧਾਰਨ ਰੂਪ ਨਾਲ ਸ਼ਾਂਤ, ਲਚੀਲਾ, ਸੰਵੇਦਨਸ਼ੀਲ, ਕੋਮਲ ਤੇ ਇਕੱਲਾ ਹੋ ਜਾਂਦਾ ਹੈ। ਤੇ ਅਜਿਹੇ ਹਾਲ ਵਿੱਚ ਕਿਸੇ ਤਰ੍ਹਾਂ ਦਾ ਛਲ ਕਪਟ ਤੇ ਧੋਖਾ ਅਸੰਭਵ ਹੈ। ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਜਦ ਤੁਸੀਂ ਪੂਰੇ ਧਿਆਨ ਦੀ ਅਵਸਥਾ ਵਿੱਚ ਹੁੰਦੇ ਹੋ ਤਾਂ ਦ੍ਰਿਸ਼ਟਾ, ਵਿਚਾਰਕ ਕੇਂਦਰ ਭਾਵ ਮੈਂ ਦਾ ਅੰਤ ਹੋ ਜਾਂਦਾ ਹੈ, ਕਿਉਂਕਿ ਧਿਆਨ ਦੀ ਇਸ ਹਾਲਤ ਵਿੱਚ ਵਿਚਾਰ ਮੁਰਝਾਉਣ ਤੇ ਝੜਨ ਲੱਗਦੇ ਹਨ। ਜੇ ਕੋਈ ਆਦਮੀ ਕਿਸੇ ਚੀਜ਼ ਨੂੰ ਸਾਫ਼-ਸਾਫ਼ ਦੇਖਣਾ ਚਾਹੁੰਦਾ ਹੈ ਤਾਂ ਉਸ ਦਾ ਮਨ ਇੱਕਦਮ ਸ਼ਾਂਤ ਹੋਣਾ ਚਾਹੀਦਾ ਹੈ। ਦੇਖਣ ਲਈ ਸਾਰੇ ਸ਼ੋਰ ਸ਼ਰਾਬੇ ਤੇ ਸ਼ਬਦਾਂ ਦੇ ਰਾਮ ਰੌਲੇ ਨੂੰ, ਖਿਆਲੀ ਮੂਰਤਾਂ ਨੂੰ, ਛਵੀਆਂ ਨੂੰ ਲਾਂਭੇ ਕਰ ਦੇਣਾ ਪਵੇਗਾ ਤੇ ਸਿਰਫ ਖਾਮੋਸ਼ੀ ਵਿੱਚ ਹੀ ਤੁਸੀਂ ਵਿਚਾਰ ਦੀ ਸ਼ੁਰੂਆਤ ਨੂੰ ਦੇਖ ਸਕਦੇ ਹੋ, ਨਾ ਕਿ ਕਿਸੇ ਚੀਜ਼ ਨੂੰ ਲੱਭਦੇ ਹੋਏ, ਸਵਾਲ ਖੜਾ ਕਰਕੇ ਜਾਂ ਜਵਾਬ ਉਡੀਕਦੇ ਹੋਏ। ਵਿਚਾਰ ਕਿਸੇ ਛਿਨ ਜੰਮਦਾ ਹੈ ਖੁਦ ਤੋਂ ਇਹ ਸਵਾਲ ਪੁੱਛਣ ਤੋਂ ਬਾਅਦ, ਜਦ ਤੁਸੀਂ ਪੂਰਨ ਮੌਨ ਹੋ ਜਾਂਦੇ ਹੋ, ਖਾਮੋਸ਼, ਆਪਣੇ ਪੂਰਨ ਵਜੂਦ ਨਾਲ ਮੌਨ। ਉਸ ਚੁੱਪ ਵਿੱਚ ਹੀ ਤੁਸੀਂ ਦੇਖਣ ਲੱਗਦੇ ਹੋ ਕਿ ਵਿਚਾਰ ਕਿਸ ਤਰ੍ਹਾਂ ਆਕਾਰ ਧਾਰਦਾ ਹੈ। ਜੇ ਇਸ ਗੱਲ ਦੀ ਪੂਰੀ ਹੋਸ਼ ਹੋਵੇ ਕਿ ਵਿਚਾਰ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ, ਤਾਂ ਉਸ ਨੂੰ ਕਾਬੂ ਰੱਖਣ ਦੀ ਲੋੜ ਨਹੀਂ ਰਹਿੰਦੀ। ਅਸੀਂ ਆਪਣੇ ਜੀਵਨ ਦਾ ਬਹੁਤ ਸਾਰਾ ਵਕਤ ਤੇ ਢੇਰ ਸਾਰੀ ਊਰਜਾ ਨਾ ਸਿਰਫ ਜੀਵਨ ਦੀਆਂ ਕਿਰਿਆਵਾਂ ਵਿੱਚ, ਸਗੋਂ ਵਿਚਾਰਾਂ ਨੂੰ ਕੰਟਰੋਲ ਕਰਨ ਅਤੇ ਉਹਨਾਂ ਨੂੰ ਸੇਧ ਦੇਣ ਵਿੱਚ ਖਰਚ ਕਰ ਛੱਡਦੇ ਹਾਂ। ਜਿਵੇਂ ਇਹ ਇੱਕ ਚੰਗਾ ਵਿਚਾਰ ਹੈ,
ਮੈਨੂੰ ਇਸ 'ਤੇ ਹੋਰ ਜ਼ਿਆਦਾ ਸੋਚਣਾ ਚਾਹੀਦਾ ਹੈ। ਇਹ ਇੱਕ ਭੱਦਾ ਵਿਚਾਰ ਹੈ, ਇਸ ਨੂੰ ਤੁਰੰਤ ਦਬਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਵੱਖ-ਵੱਖ ਵਿਚਾਰਾਂ ਵਿੱਚ ਆਪਸੀ ਯੁੱਧ ਚੱਲਦਾ ਰਹਿੰਦਾ ਹੈ। ਇੱਕ ਇੱਛਾ ਦਾ ਦੂਜੀ ਨਾਲ, ਇੱਕ ਸੁੱਖ ਦੂਜਿਆਂ 'ਤੇ ਭਾਰੂ ਪੈਣ ਲੱਗਾ ਰਹਿੰਦਾ ਹੈ। ਪਰ ਜੇ ਵਿਚਾਰ ਦੇ ਸ਼ੁਰੂ ਹੋਣ ਬਾਰੇ ਸਜਗਤਾ ਤੇ ਹੋਸ਼ ਹੋਵੇ ਤਾਂ ਫਿਰ ਵਿਚਾਰਾਂ ਵਿੱਚ ਕੋਈ ਵਿਰੋਧ ਨਹੀਂ ਹੁੰਦਾ। ਜਦ ਅਸੀਂ ਇਹ ਸੁਣਦੇ ਹਾਂ ਕਿ ਵਿਚਾਰ ਹਮੇਸ਼ਾ ਪੁਰਾਣਾ ਹੁੰਦਾ ਹੈ ਜਾਂ ਸਮਾਂ ਹੀ ਦੁੱਖ ਹੈ, ਤਾਂ ਵਿਚਾਰ ਤੁਰੰਤ ਇਸ ਦਾ ਰੂਪਾਂਤਰਨ ਤੇ ਵਿਆਖਿਆ ਕਰਨੀ ਸ਼ੁਰੂ ਕਰ ਦਿੰਦਾ ਹੈ। ਪਰ ਇਹ ਰੂਪਾਂਤਰਨ ਤੇ ਵਿਆਖਿਆ ਬੀਤੇ ਹੋਏ ਕੱਲ ਦੇ ਅਨੁਭਵ ਤੇ ਗਿਆਨ ਤੇ ਆਧਾਰਿਤ ਹੁੰਦੀ ਹੈ। ਨਿਸ਼ਚੈ ਹੀ ਤੁਸੀਂ ਇਸ ਦੀ ਵਿਆਖਿਆ ਆਪਣੇ ਸੰਸਕਾਰ ਮੁਤਾਬਕ ਹੀ ਕਰੋਗੇ। ਪਰ ਜੇ ਤੁਸੀਂ ਇਹਨਾਂ ਕਥਨਾਂ ਨੂੰ ਸਿਰਫ ਦੇਖੋ, ਵਿਆਖਿਆ ਨਾ ਕਰੋ, ਬਸ ਉਹਨਾਂ ਵੱਲ ਪੂਰਾ ਧਿਆਨ ਇਕਾਗਰਤਾ ਨਹੀਂ ਦਿਓ, ਤਾਂ ਤੁਸੀਂ ਦੇਖੋਗੇ ਕਿ ਉੱਥੇ ਨਾ ਦੇਖਣ ਵਾਲਾ ਬੱਚਾ ਹੈ, ਨਾ ਦੇਖੀ ਜਾਣ ਵਾਲੀ ਚੀਜ਼, ਨਾ ਵਿਚਾਰ ਕਰਨ ਵਾਲਾ, ਨਾ ਵਿਚਾਰ। ਇਹ ਨਾ ਪੁੱਛੋ ਕਿ ਪਹਿਲਾ ਵਜੂਦ ਕਿਸ ਦਾ ਹੈ। ਇਹ ਇੱਕ ਹੁਸ਼ਿਆਰੀ ਭਰਿਆ ਤਰਕ ਹੈ ਜਿਸ ਚੋਂ ਕੁਝ ਨਹੀਂ ਨਿਕਲਣਾ। ਇਹ ਸਭ ਤੁਸੀਂ ਆਪਣੇ ਅੰਦਰ ਦੇਖ ਸਕਦੇ ਹੋ। ਜਿੰਨਾ ਚਿਰ ਤੁਸੀਂ ਵਿਚਾਰਾਂ ਤੋਂ ਖਾਲੀ ਰਹਿੰਦੇ ਹੋ, ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਯਾਦਾਸ਼ਤ ਖੋ ਬੈਠੇ ਹੋ। ਜਦ ਤੱਕ ਯਾਦ, ਅਨੁਭਵ ਤੇ ਗਿਆਨ ਅਰਥਾਤ ਅਤੀਤ ਤੋਂ ਪੈਦਾ ਹੋਏ ਵਿਚਾਰ ਗੈਰ ਹਾਜ਼ਰ ਹਨ, ਉਨਾ ਚਿਰ ਉੱਥੇ ਵਿਚਾਰਕਤਾ ਦਾ ਕੋਈ ਵਜੂਦ ਨਹੀਂ ਹੁੰਦਾ। ਇਹ ਕੋਈ ਦਾਰਸ਼ਨਿਕ ਜਾਂ ਰਹੱਸਵਾਦੀ ਮਸਲਾ ਨਹੀਂ ਹੈ। ਅਸੀਂ ਇੱਥੇ ਵਾਸਤਵਿਕ ਤੱਥਾਂ ਦੀ ਗੱਲ ਕਰ ਰਹੇ ਹਾਂ। ਜੇ ਤੁਸੀਂ ਇਸ ਯਾਤਰਾ ਵਿੱਚ ਇੱਥੋਂ ਤੱਕ ਚੱਲਦੇ ਆ ਰਹੇ ਹੋ, ਤਾਂ ਤੁਸੀਂ ਦੇਖੋਗੇ ਕਿ ਤੁਸੀਂ ਕਿਸੇ ਚੁਣੌਤੀ ਦਾ ਸਾਹਮਣਾ ਪੁਰਾਣੇ ਦਿਮਾਗ ਨਾਲ ਨਹੀਂ, ਸਗੋਂ ਨਵੇਂ, ਨਕੋਰ ਤੇ ਤਰੋ-ਤਾਜ਼ਾ ਦਿਮਾਗ ਨਾਲ ਕਰੋਗੇ। ਆਮ ਜੀਵਨ ਵਿੱਚ ਸ਼ਾਇਦ ਹੀ ਕਦੇ ਇਕਾਂਤ ਨਸੀਬ ਹੁੰਦਾ ਹੋਵੇ। ਜਦ ਅਸੀਂ ਇਕੱਲੇ ਵੀ ਹੁੰਦੇ ਹਾਂ ਤਾਂ ਉਦੋਂ ਵੀ ਸਾਨੂੰ ਅਨੇਕ ਕਿਸਮ ਦੇ ਪ੍ਰਭਾਵ, ਅਨੁਭਵ, ਗਿਆਨ, ਯਾਦਾਂ, ਚਿੰਤਾਵਾਂ, ਲੜਾਈਆਂ, ਝਗੜੇ ਤੇ ਦੁੱਖਾਂ ਨੇ ਘੇਰਿਆ ਹੁੰਦਾ ਹੈ। ਇਹਨਾਂ ਕਰਕੇ ਹੀ ਸਾਡਾ ਮਨ ਜ਼ਿਆਦਾ ਤੋਂ ਜ਼ਿਆਦਾ ਮੂਡ ਤੇ ਅਸੰਵੇਦਨਸ਼ੀਲ ਹੋ ਜਾਂਦਾ ਹੈ। ਆਦਮੀ ਇੱਕੋ ਹੀ ਢਰੇ ਵਿੱਚ ਵੱਜਾ ਜਿਉਂਦਾ ਰਹਿੰਦਾ ਹੈ। ਅਤੇ ਕੀ ਅਸੀਂ ਸੱਚਮੁੱਚ ਕਦੇ ਇਕੱਲੇ ਹੋ ਪਾਉਂਦੇ ਹਾਂ, ਜਾਂ ਸਦਾ ਬੀਤੇ ਹੋਏ ਕੱਲ੍ਹ ਦੇ ਬੋਝ ਨੂੰ ਢੋਂਦੇ ਰਹਿੰਦੇ ਹਾਂ। ਦੋ ਸੰਨਿਆਸੀਆਂ ਦੀ ਰੋਚਕ ਤੇ ਅਰਥਪੂਰਨ ਕਹਾਣੀ ਹੈ। ਇੱਕ ਵਾਰ ਦੋ ਸੰਨਿਆਸੀ ਕਿਸੇ ਪਿੰਡ ਤੋਂ ਦੂਜੇ ਪਿੰਡ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਉਹਨਾਂ ਦੀ ਨਜ਼ਰ ਇੱਕ ਨਦੀ ਦੇ ਕਿਨਾਰੇ ਰੋ ਰਹੀ ਜਵਾਨ ਕੁੜੀ 'ਤੇ ਪਈ। ਉਹਨਾਂ 'ਚੋਂ ਇੱਕ ਸੰਨਿਆਸੀ ਕੁੜੀ ਕੋਲ ਗਿਆ ਤੇ ਕਹਿਣ ਲੱਗਾ, ਭੈਣ, ਤੂੰ ਕਿਉਂ ਰੋ ਰਹੀ ਹੈ? ਉਸ ਲੜਕੀ ਨੇ ਕਿਹਾ ਕਿ ਨਦੀ ਪਾਰ ਜੋ ਘਰ ਤੁਸੀਂ ਦੇਖ ਰਹੇ ਹੋ, ਮੈਂ ਉੱਥੇ ਰਹਿੰਦੀ ਹਾਂ। ਅੱਜ ਸਵੇਰੇ ਜਦ ਮੈਂ ਨਦੀ ਪਾਰ ਕੀਤੀ ਤਾਂ ਕੋਈ ਮੁਸ਼ਕਲ ਨਹੀਂ ਹੋਈ। ਥੋੜ੍ਹਾ ਥੋੜ੍ਹਾ ਪਾਣੀ ਸੀ, ਪਰ ਹੁਣ ਪਾਣੀ ਚੜ੍ਹ ਗਿਆ ਹੈ। ਇਸ ਕਰਕੇ ਮੈਂ ਹੁਣ ਘਰ ਨਹੀਂ ਜਾ ਸਕਦੀ। ਕੋਈ ਬੇੜੀ ਵੀ ਨਹੀਂ ਹੈ। ਉਸ ਸੰਨਿਆਸੀ ਨੇ ਕਿਹਾ ਕਿ ਇਹ ਕਿਹੜੀ ਗੱਲ ਹੈ, ਮੈਂ ਤੇਰੀ ਸਹਾਇਤਾ ਕਰਦਾ ਹਾਂ। ਇਹ ਕਹਿ ਕੇ ਉਸ ਨੇ ਕੁੜੀ ਨੂੰ ਮੋਢਿਆਂ 'ਤੇ ਚੁੱਕਿਆ ਤੇ ਪਾਰ ਜਾ ਕੇ ਕਿਨਾਰੇ 'ਤੇ ਛੱਡ ਦਿੱਤਾ ਅਤੇ ਆਪਣੇ ਸੰਨਿਆਸੀ ਸਾਥੀ ਨਾਲ ਫਿਰ ਯਾਤਰਾ 'ਤੇ ਚੱਲ ਪਿਆ। ਕੋਈ 2 ਘੰਟੇ ਬਾਅਦ ਦੂਸਰਾ ਸੰਨਿਆਸੀ ਪਹਿਲੇ ਸੰਨਿਆਸੀ ਨੂੰ ਕਹਿਣ ਲੱਗਾ ਕਿ ਭਾਈ, ਅਸੀਂ ਇਹ ਸਹੁੰ ਖਾਧੀ ਸੀ ਕਿ ਸਾਡੇ 'ਚੋਂ ਕੋਈ ਕਿਸੇ ਹੋਰ ਔਰਤ ਨੂੰ ਹੱਥ ਤੱਕ ਨਹੀਂ ਲਾਏਗਾ। ਇਸ ਲਈ ਜੋ ਤੂੰ ਅੱਜ ਕੀਤਾ ਹੈ ਉਹ ਘੋਰ ਪਾਪ ਹੈ। ਕੀ ਤੈਨੂੰ ਉਸ ਔਰਤ ਨੂੰ ਚੁੱਕ ਕੇ ਸੁੱਖ, ਰੋਮਾਂਚ ਅਤੇ ਇਹ ਗਹਿਰੀ ਉਤੇਜਨਾ ਅਨੁਭਵ ਨਹੀਂ ਹੋਈ? ਉਸ ਸੰਨਿਆਸੀ ਨੇ ਉੱਤਰ ਦਿੱਤਾ ਕਿ ਮੈਂ ਤੇ ਉਸ ਔਰਤ ਨੂੰ 2 ਘੰਟੇ ਪਹਿਲਾਂ ਛੱਡ ਆਇਆ ਹਾਂ। ਕੀ ਤੂੰ ਅਜੇ ਤੱਕ ਉਹਨੂੰ ਹੀ ਚੱਕੀ ਫਿਰਦਾ ਹੈ? ਅਸੀਂ ਸਭ ਇਹੋ ਹੀ ਕਰ ਰਹੇ ਹਾਂ। ਜੋ ਬੀਤ ਗਿਆ ਹੈ ਉਸ ਦੇ ਭਾਰ ਨੂੰ ਚੁੱਕੀ ਫਿਰਦੇ ਹਾਂ। ਉਸ ਦੇ ਪ੍ਰਤੀ ਅਸੀਂ ਕਦੀ ਨਹੀਂ ਮਰਦੇ। ਅਸੀਂ ਉਸ ਨੂੰ ਨਾਲ ਰੱਖਦੇ ਹਾਂ। ਤੇ ਸਹੀ ਅਰਥਾਂ ਵਿੱਚ ਸਾਡਾ ਜੀਵਨ ਵਿੱਚ ਇਕਾਂਤ ਉਦੋਂ ਹੁੰਦਾ ਹੈ ਜਦ ਹਰ ਸਮੱਸਿਆ ਵੱਲ ਪੂਰਨ ਧਿਆਨ ਦਿੰਦੇ ਹਾਂ ਤੇ ਉਸ ਨੂੰ ਤਤਕਾਲ ਹੱਲ ਕਰ ਲੈਂਦੇ ਹਾਂ। ਉਸ ਨੂੰ ਅਗਲੇ ਦਿਨ ਜਾਂ ਅਗਲੇ ਮਿੰਟ ਤੱਕ ਨਹੀਂ ਸਾਂਭਦੇ। ਫਿਰ ਭਾਵੇਂ ਲੋਕਾਂ ਨਾਲ ਭੀੜ ਭੜੱਕੇ ਵਾਲੇ ਘਰ ਵਿੱਚ ਰਹੀਏ ਜਾਂ ਖਚਾਖਚ ਭਰੀ ਬੱਸ ਵਿੱਚ ਸਫ਼ਰ ਕਰਦੇ ਹੋਈਏ, ਅਸੀਂ ਸਦਾ ਇਕਾਂਤ ਵਿੱਚ ਹੀ ਹੁੰਦੇ ਹਾਂ। ਅਤੇ ਇਸ ਇਕਾਂਤ ਦਾ ਅਰਥ ਹੈ ਕਿ ਇੱਕ ਭੋਲਾ ਭਾਲਾ ਤੇ ਤਾਜ਼ਾ ਮਨ।
ਅੰਦਰੂਨੀ ਇਕਾਂਤ ਤੇ ਵਿਸਥਾਰ ਨਿਹਾਇਤ ਜ਼ਰੂਰੀ ਹੈ, ਕਿਉਂਕਿ ਇਸ ਤੋਂ ਅਜਿਹਾ ਬੋਧ ਹੁੰਦਾ ਹੈ ਕਿ ਅਸੀਂ ਇਸ ਤੋਂ ਅਜਿਹਾ ਬੋਧ ਹੁੰਦਾ ਹੈ ਕਿ ਤੁਸੀਂ ਕੁਝ ਕਰਨ ਲਈ, ਕੁਝ ਹੋਣ ਲਈ ਬਿਲਕੁਲ ਆਜ਼ਾਦ ਹੋ। ਜਿਵੇਂ ਤੁਸੀਂ ਖੁੱਲ੍ਹੇ ਆਕਾਸ਼ ਵਿੱਚ ਉਡਾਨ ਭਰ ਰਹੇ ਹੋਵੋ। ਇਸ ਵਿਸਥਾਰ ਵਿੱਚ ਹੀ ਚੰਗਿਆਈ ਦਾ ਜਨਮ ਹੋ ਸਕਦਾ ਹੈ। ਜਿਵੇਂ ਆਜ਼ਾਦੀ ਤੇ ਮੁਕਤੀ ਵਿੱਚ ਹੀ ਸਦਗੁਣ ਖਿੜ ਸਕਦੇ ਹਨ। ਅਸੀਂ ਸਿਆਸੀ ਤੌਰ 'ਤੇ ਭਾਵੇਂ ਆਜ਼ਾਦ ਹੋਈਏ, ਪਰ ਅੰਦਰੋਂ ਅਸੀਂ ਆਜ਼ਾਦ ਨਹੀਂ ਹਾਂ। ਇਸ ਕਰਕੇ ਸਾਡੇ ਅੰਦਰ ਵਿਸਥਾਰ ਤੇ ਵੇਲ ਨਹੀਂ ਹੈ। ਆਪਣੇ ਅੰਦਰਲੇ ਅਸੀਮ ਵਿਸਥਾਰ ਤੋਂ ਬਿਨਾਂ ਕੋਈ ਵੀ ਸਾਰਥਕ ਸਦਗੁਣ ਤੇ ਖੂਬੀ ਨਾ ਵਿਕਸਿਤ ਹੋ ਸਕਦੀ ਹੈ, ਨਾ ਕੋਈ ਕੰਮ ਕਰ ਸਕਦੀ ਹੈ। ਵਿਸਥਾਰ ਤੇ ਮੌਨ ਜ਼ਰੂਰੀ ਹੈ। ਜਦ ਮਨ ਇਕੱਲਾ, ਕੋਰਾ ਤਾਜ਼ਾ, ਸਭ ਪ੍ਰਭਾਵਾਂ ਤੋਂ ਮੁਕਤ, ਹਰ ਤਰ੍ਹਾਂ ਦੇ ਅਨੁਭਵਾਂ ਦੇ ਬੰਧਨ ਤੋਂ ਛੁੱਟ ਜਾਂਦਾ ਹੈ, ਤਾਂ ਹੀ ਉਸ ਨਵੀਂ ਹਸਤੀ ਦਾ ਦੀਦਾਰ ਸੰਭਵ ਹੋ ਪਾਉਂਦਾ ਹੈ। ਅਸੀਂ ਇਹ ਆਸਾਨੀ ਨਾਲ ਦੇਖ ਸਕਦੇ ਹਾਂ ਕਿ ਜਦ ਮਨ ਸ਼ਾਂਤ ਤੇ ਮੌਨ ਹੁੰਦਾ ਹੈ, ਸਪਸ਼ਟਤਾ ਉਦੋਂ ਹੀ ਸੰਭਵ ਹੁੰਦੀ ਹੈ। ਪੂਰਬੀ ਮੁਲਕਾਂ ਦੇ ਲੋਕਾਂ ਲਈ ਧਿਆਨ ਦਾ ਸਾਰਾ ਮਤਲਬ ਹੀ ਇਸ ਵਿੱਚ ਹੈ ਕਿ ਕਿਵੇਂ ਮਨ ਦੀ ਅਜਿਹੀ ਅਵਸਥਾ ਨੂੰ ਪਹੁੰਚਿਆ ਜਾਏ, ਜਾਨੀ ਵਿਚਾਰਾਂ ਨੂੰ ਕੰਟਰੋਲ ਕੀਤਾ ਜਾਏ, ਜਿਵੇਂ ਕਿ ਮੰਤਰਾਂ ਦਾ ਵਾਰ-ਵਾਰ ਜਪ ਕਰਕੇ ਮਨ ਨੂੰ ਸ਼ਾਂਤ ਕੀਤਾ ਜਾਂਦਾ ਹੈ। ਉਹ ਅਜਿਹਾ ਇਸ ਉਮੀਦ ਨਾਲ ਕਰਦੇ ਹਨ ਕਿ ਮਨ ਦੀ ਸ਼ਾਂਤ ਹਾਲਤ ਵਿੱਚ ਉਹ ਆਪਣੀਆਂ ਸਮੱਸਿਆਵਾਂ ਨੂੰ ਸਮਝ ਸਕਣਗੇ। ਪਰ ਜਦ ਤੱਕ ਆਦਮੀ ਪਹਿਲਾਂ ਧਿਆਨ ਦੀ ਨੀਂਹ ਨਹੀਂ ਰੱਖਦਾ, ਅਰਥਾਤ ਜਦੋਂ ਤੱਕ ਉਹ ਡਰ, ਦੁੱਖ, ਚਿੰਤਾ ਤੇ ਆਪਣੇ ਹੀ ਬਣਾਏ ਫੰਦਿਆਂ ਤੋਂ ਮੁਕਤ ਨਹੀਂ ਹੋ ਜਾਂਦਾ, ਉਦੋਂ ਤੱਕ ਮਨ ਭਲਾ ਸ਼ਾਂਤ ਕਿਵੇਂ ਹੋ ਸਕਦਾ ਹੈ। ਪਰ ਇਹ ਗੱਲ ਕਿਸੇ ਨੂੰ ਸਮਝਾ ਸਕਣਾ ਬੇਹੱਦ ਮੁਸ਼ਕਿਲ ਹੈ। ਸਾਡੇ ਦਰਮਿਆਨ ਗੱਲਬਾਤ ਦਾ ਅਰਥ ਹੈ ਕਿ ਤੁਹਾਨੂੰ ਤੇ ਮੈਨੂੰ ਨਾ ਕੇਵਲ ਵਰਤੇ ਗਏ ਸ਼ਬਦਾਂ ਨੂੰ ਸਮਝਣਾ ਚਾਹੀਦਾ ਹੈ, ਸਗੋਂ ਸਾਨੂੰ ਇੱਕੋ ਵੇਲੇ ਤੀਵਰ ਤੇ ਸੰਜੀਦਾ ਹੋਣਾ ਚਾਹੀਦਾ ਹੈ। ਇੱਕ ਪਲ ਪਹਿਲਾਂ ਜਾਂ ਬਾਅਦ 'ਚ ਨਹੀਂ, ਨਾਲ ਸਾਨੂੰ ਇੱਕ ਹੀ ਤਲ 'ਤੇ ਮਿਲਣਯੋਗ ਹੋਣਾ ਚਾਹੀਦਾ ਹੈ। ਪਰ ਤੁਸੀਂ ਜੋ ਪੜ੍ਹ ਰਹੇ ਹੋ, ਤੁਸੀਂ ਉਸ ਦੀ ਵਿਆਖਿਆ ਕਰ ਰਹੇ ਹੋ ਆਪਣੇ ਗਿਆਨ, ਮਤਾਂ ਤੇ ਸੁਖ ਸਿੱਧਾਂ ਅਨੁਸਾਰ, ਜਾਂ ਇਸ ਨੂੰ ਸਮਝਣ ਲਈ ਜੇ ਤੁਸੀਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹੋ, ਫਿਰ ਸਾਡੇ ਦਰਮਿਆਨ ਇਹ ਗੱਲਬਾਤ ਸੰਭਵ ਹੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਕਿਤੇ ਪਹੁੰਚਣ ਲਈ, ਕੁਝ ਪਾਉਣ ਲਈ ਤੇ ਕੁਝ ਹਾਸਲ ਕਰਨ ਲਈ ਇੱਕ ਨਿਰੰਤਰ ਸੰਘਰਸ਼ ਹੀ ਸਾਡਾ ਜੀਵਨ ਵਿੱਚ ਬਹੁਤ ਵੱਡੀ ਰੁਕਾਵਟ ਹੈ। ਸਾਨੂੰ ਬਚਪਨ ਵਿੱਚ ਹੀ ਸਿਖਾ ਬੁਝਾ ਕੇ ਤਿਆਰ ਕੀਤਾ ਜਾਂਦਾ ਹੈ ਕਿ ਅਸੀਂ ਕੁਝ ਹਾਸਲ ਕਰਨਾ ਹੈ, ਸੋ ਕੁਝ ਇਕੱਠਾ ਕਰੋ। ਇਸ ਤਰ੍ਹਾਂ ਭੌਤਿਕ ਸੁਰੱਖਿਆ ਦੀ ਚਾਹਤ ਵਿੱਚ ਸਾਡੇ ਦਿਮਾਗ ਦੀਆਂ ਕੋਸ਼ਿਕਾਵਾਂ ਕੁਝ ਹਾਸਲ ਕਰਨ ਦੀ ਦੌੜ ਦੀਆਂ ਆਦੀ ਹੋ ਜਾਂਦੀਆਂ ਹਨ। ਪਰ ਮਾਨਸਿਕ ਸੁਰੱਖਿਆ ਹਾਸਲ ਕਰਨ ਵਾਲੀ ਚੀਜ਼ ਤਾਂ ਹੈ ਹੀ ਨਹੀਂ। ਅਸੀਂ ਆਪਣੇ ਸੰਬੰਧਾਂ ਵਿੱਚ, ਨਜ਼ਰੀਏ ਵਿੱਚ ਅਤੇ ਕਿਰਿਆ ਕਲਾਪਾਂ ਵਿੱਚ ਸੁਰੱਖਿਆ ਦੀ ਖੋਜ ਕਰਦੇ ਹਾਂ। ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਕਿਸੇ ਸੰਬੰਧ 'ਚ ਸੁਰੱਖਿਆ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਇਸ ਗੱਲ ਦਾ ਅਹਿਸਾਸ ਕਿ ਮਾਨਸਿਕ ਰੂਪ ਵਿੱਚ ਕੁਝ ਵੀ ਸਥਾਈ ਨਹੀਂ ਹੈ, ਜ਼ਿੰਦਗੀ ਜਿਉਣ ਦੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਬਾਹਰੀ ਸੁਰੱਖਿਆ ਜਿਵੇਂ ਭੋਜਨ, ਕੱਪੜੇ ਤੇ ਘਰ ਸੱਚਮੁੱਚ ਬਹੁਤ ਜ਼ਰੂਰੀ ਹੈ, ਪਰ ਮਾਨਸਿਕ ਸੁਰੱਖਿਆ ਦੀ ਇੱਛਾ ਤੇ ਖੋਜ ਬਾਹਰੀ ਸੁਰੱਖਿਆ ਨੂੰ ਵੀ ਤਬਾਹ ਕਰ ਦਿੰਦੀ ਹੈ। ਚੇਤਨਾ ਦੀ ਸੀਮਾ ਤੋਂ ਪਾਰ ਜਾਣ ਲਈ ਮੌਨ ਤੇ ਵਿਹਲ ਜ਼ਰੂਰੀ ਹੈ, ਪਰ ਜੋ ਮਨ ਆਪਣੇ ਭਲੇ ਦੀ ਚਿੰਤਾ ਵਿੱਚ ਹਰ ਵੇਲੇ ਰੁੱਝਾ ਹੋਇਆ ਹੈ, ਉਹ ਭਲਾ ਸ਼ਾਂਤ ਕਿਵੇਂ ਹੋ ਸਕਦਾ ਹੈ। ਤੁਸੀਂ ਮਨ ਨੂੰ ਅਨੁਸ਼ਾਸਿਤ ਤੇ ਕੰਟਰੋਲ ਕਰ ਸਕਦੇ ਹੋ, ਇੱਕ ਖਾਸ ਢਾਂਚੇ ਵਿੱਚ ਢਾਲ ਸਕਦੇ ਹੋ, ਪਰ ਮਨ ਨੂੰ ਇਸ ਤਰ੍ਹਾਂ ਸਤਾ ਕੇ ਤੁਸੀਂ ਉਸ ਨੂੰ ਸ਼ਾਂਤ ਨਹੀਂ ਕਰ ਸਕਦੇ। ਇਸ ਨਾਲ ਤੇ ਮਨ ਕੇਵਲ ਮੂੜ ਹੋ ਜਾਂਦਾ ਹੈ। ਜੇ ਤੁਸੀਂ ਮਨ ਨੂੰ ਸ਼ਾਂਤ ਕਰਨ ਦਾ ਸੰਕਲਪ ਜਾਂ ਆਦਰਸ਼ ਬਣਾ ਲਿਆ ਹੈ, ਤਾਂ ਇਸ ਦਾ ਕੋਈ ਲਾਭ ਨਹੀਂ, ਕਿਉਂਕਿ ਤੁਸੀਂ ਮਨ ਨਾਲ ਜਿੰਨੀ ਜ਼ਬਰਦਸਤੀ ਕਰੋਗੇ, ਓਨਾ ਹੀ ਉਹ ਸੌੜਾ ਤੇ ਜੜ ਹੋ ਜਾਵੇਗਾ। ਮਨ ਤੇ ਕਿਸੇ ਵੀ ਤਰ੍ਹਾਂ ਦਾ ਕੰਟਰੋਲ ਜਾਂ ਦਬਾਅ ਸਿਰਫ ਸੰਘਰਸ਼ ਪੈਦਾ ਕਰਦਾ ਹੈ। ਇਸ ਕਰਕੇ ਅੰਦਰੂਨੀ ਕੰਟਰੋਲ ਤੇ ਬਾਹਰੀ ਅਨੁਸ਼ਾਸਨ ਸਹੀ ਮਾਰਗ ਨਹੀਂ ਹੈ, ਅਤੇ ਨਾ ਹੀ ਅਨੁਸ਼ਾਸਨਹੀਨ ਜ਼ਿੰਦਗੀ। ਸਮਾਜ ਦੀ ਮੰਗ, ਪਰਿਵਾਰ, ਸਾਡੇ ਦੁੱਖ, ਸਾਡੇ ਅਨੁਭਵ, ਸਾਡੇ ਸਿਧਾਂਤ ਤੇ ਵਿਵਹਾਰਕ ਢਾਂਚੇ
ਅਨੁਸ਼ਾਸਨ 'ਚ ਰਹਿਣ ਲਈ ਸਾਡੇ 'ਤੇ ਦਬਾਅ ਪਾਉਂਦੇ ਹਨ। ਅਜਿਹਾ ਅਨੁਸ਼ਾਸਨ ਬਹੁਤ ਘਾਤਕ ਚੀਜ਼ ਹੈ। ਅਨੁਸ਼ਾਸਨ ਕਿਸੇ ਦਬਾਅ, ਕੰਟਰੋਲ ਤੇ ਡਰ ਤੋਂ ਬਗੈਰ ਹੋਣਾ ਚਾਹੀਦਾ ਹੈ। ਅਜਿਹਾ ਅਨੁਸ਼ਾਸਨ ਕਿਵੇਂ ਹੋ ਸਕਦਾ ਹੈ? ਇੱਕ ਅਜਿਹਾ ਨਹੀਂ ਕਿ ਅਨੁਸ਼ਾਸਨ ਪਹਿਲਾਂ ਹੈ ਤੇ ਮੁਕਤੀ ਬਾਅਦ ਵਿੱਚ। ਆਜ਼ਾਦੀ ਸ਼ੁਰੂ 'ਚ ਹੁੰਦੀ ਹੈ, ਅੰਤ 'ਚ ਨਹੀਂ। ਇਸ ਆਜ਼ਾਦੀ ਨੂੰ ਸਮਝਣਾ ਜਾਨੀ ਅਨੁਸ਼ਾਸਨਬੱਧਤਾ ਤੋਂ ਆਜ਼ਾਦੀ, ਇਹੀ ਅਨੁਸ਼ਾਸਨ ਹੈ। ਸਿੱਖਣ ਦੀ ਕਿਰਿਆ ਹੀ ਅਨੁਸ਼ਾਸਨ ਹੈ ਅਤੇ ਸਿੱਖਣ ਦੀ ਕਿਰਿਆ ਹੀ ਸਪਸ਼ਟਤਾ ਬਣ ਜਾਂਦੀ ਹੈ। ਕੰਟਰੋਲ ਕਰਨ, ਦਮਨ, ਦਬਾਅ ਤੇ ਭੋਗ ਦੇ ਪੂਰੇ ਸਰੂਪ ਤੇ ਢਾਂਚੇ ਨੂੰ ਸਮਝਣ ਲਈ ਹੋਸ਼ ਅਤੇ ਧਿਆਨ ਜ਼ਰੂਰੀ ਹੈ। ਇਸ ਦਾ ਅਧਿਐਨ ਕਰਨ ਲਈ ਤੁਹਾਨੂੰ ਉੱਪਰੋਂ ਅਨੁਸ਼ਾਸਨ ਨਹੀਂ ਥੋਪਣਾ ਪਏਗਾ, ਸਗੋਂ ਅਧਿਐਨ ਕਰਨ ਦੀ ਕਿਰਿਆ ਆਪਣੇ ਆਪ ਉਸ ਸਹਿਜ ਅਨੁਸ਼ਾਸਨ ਨੂੰ ਪੈਦਾ ਕਰਦੀ ਹੈ ਜਿਸ ਵਿੱਚ ਦਮਨ ਮੌਜੂਦ ਨਹੀਂ ਹੁੰਦਾ। ਸੱਤਾ ਨੂੰ ਨਕਾਰਨ ਲਈ ਇੱਥੇ ਮਾਨਸਿਕ ਸੱਤਾ ਦੀ ਗੱਲ ਹੈ, ਕਾਨੂੰਨੀ ਜਾਂ ਸਰਕਾਰੀ ਸੱਤਾ ਦੀ ਨਹੀਂ। ਧਾਰਮਿਕ ਸੰਸਥਾਵਾਂ, ਧਰਮ ਪਰੰਪਰਾਵਾਂ ਤੇ ਅਨੁਭਵਾਂ ਦੀ ਸੱਤਾ ਨੂੰ ਨਕਾਰਨ ਲਈ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਤੁਸੀਂ ਉਸ ਦੇ ਆਦੇਸ਼ਾਂ ਤੇ ਨਿਯਮਾਂ ਨੂੰ ਕਿਉਂ ਮੰਨਦੇ ਹੋ। ਤੁਸੀਂ ਇਸ ਦਾ ਠੀਕ ਅਧਿਐਨ ਕਰੋ। ਇਸ ਦਾ ਅਧਿਐਨ ਕਰਨ ਲਈ ਤੁਹਾਨੂੰ ਆਪਣੇ ਮਤਾਂ, ਵਿਰੋਧਾਂ, ਸਮਰਥਨਾਂ ਨੇ ਮਨਜ਼ੂਰੀਆਂ ਤੋਂ ਮੁਕਤ ਹੋਣਾ ਪਵੇਗਾ। ਅਸੀਂ ਸੱਤਾ ਨੂੰ ਮੰਨ ਵੀ ਲਈਏ ਤੇ ਉਸ ਦਾ ਅਧਿਐਨ ਵੀ ਕਰੀਏ, ਇਹ ਤਾਂ ਨਾਮੁਮਕਿਨ ਹੈ। ਆਪਣੇ ਅੰਦਰ ਸੱਤਾ ਦੇ ਪੂਰੇ ਮਾਨਸਿਕ ਢਾਂਚੇ ਦਾ ਅਧਿਐਨ ਕਰਨ ਲਈ ਮੁਕਤੀ ਪਹਿਲਾਂ ਜ਼ਰੂਰੀ ਹੈ। ਜਦ ਅਸੀਂ ਇਸ ਦਾ ਅਧਿਐਨ ਕਰ ਰਹੇ ਹਾਂ ਤਾਂ ਅਸੀਂ ਇਸ ਦੇ ਢਾਂਚੇ ਨੂੰ ਪੂਰੀ ਤਰ੍ਹਾਂ ਨਕਾਰ ਰਹੇ ਹਾਂ, ਅਤੇ ਜਦ ਅਸੀਂ ਨਕਾਰਦੇ ਹਾਂ ਤਾਂ ਇਹ ਨਕਾਰਨਾ ਹੀ ਸੱਤਾ ਤੋਂ ਮੁਕਤ ਮਨ ਦੀ ਇੱਕ ਲੋੜ ਹੈ। ਉਹ ਹਰ ਚੀਜ਼ ਜੋ ਅਜੇ ਤੱਕ ਸਾਰਥਕ ਮੰਨੀ ਜਾਂਦੀ ਸੀ, ਜਿਵੇਂ ਬਾਹਰੀ ਅਨੁਸ਼ਾਸਨ, ਗੁਰੂ ਚੇਲੇ ਦੀ ਪਰੰਪਰਾ, ਆਦਰਸ਼, ਇਹਨਾਂ ਸਭ ਦੇ ਨਿਖੇਧ ਦਾ ਮਤਲਬ ਹੈ ਇਹਨਾਂ ਦਾ ਅਧਿਐਨ ਕਰਨਾ। ਅਧਿਐਨ ਦੀ ਇਹ ਕਿਰਿਆ ਹੀ ਨਾ ਕੇਵਲ ਅਨੁਸ਼ਾਸਨ ਹੈ, ਸਗੋਂ ਇਹਨਾਂ ਦਾ ਨਿਖੇਧ ਵੀ ਹੈ। ਤੁਹਾਡਾ ਨਕਾਰਨਾ ਇੱਕ ਹਾਂ ਪੱਖੀ ਕੰਮ ਹੈ। ਮਨ ਨੂੰ ਸ਼ਾਂਤ ਕਰਨ ਲਈ ਜੋ ਚੀਜ਼ਾਂ ਅਜੇ ਤੱਕ ਠੀਕ, ਮਹੱਤਵਪੂਰਨ ਤੇ ਕੀਮਤੀ ਸਮਝੀਆਂ ਜਾਂਦੀਆਂ ਸਨ, ਅਸੀਂ ਉਹਨਾਂ ਸਭਨਾਂ ਦਾ ਇੱਕਦਮ ਨਿਖੇਧ ਕਰ ਰਹੇ ਹਾਂ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕੰਟਰੋਲ ਨਾਲ ਮਨ ਦਾ ਸ਼ਾਂਤ ਤੇ ਮੌਨ ਹੋਣਾ ਸੰਭਵ ਨਹੀਂ ਹੈ। ਇਹ ਮਨ ਕਿਸੇ ਚੀਜ਼ ਤੇ ਇਕਾਗਰ ਹੋ ਕੇ ਸ਼ਾਂਤ ਨਹੀਂ ਹੁੰਦਾ, ਕਿਉਂਕਿ ਫਿਰ ਉਹ ਚੀਜ਼ ਮਨ ਨੂੰ ਆਪਣੇ ਆਪ ਵਿੱਚ ਉਲਝਾਈ ਰੱਖਦੀ ਹੈ। ਇਹ ਇੱਦਾਂ ਹੀ ਹੈ ਜਿਵੇਂ ਤੁਸੀਂ ਜੇ ਕਿਸੇ ਬੱਚੇ ਨੂੰ ਇੱਕ ਮਜ਼ੇਦਾਰ ਖਿਡੌਣਾ ਦੇ ਦਿੰਦੇ ਹੋ ਤਾਂ ਉਹ ਉਸ ਵਿੱਚ ਉਲਝ ਕੇ ਬਿਲਕੁਲ ਸ਼ਾਂਤ ਹੋ ਜਾਂਦਾ ਹੈ, ਪਰ ਜੇ ਉਸ ਤੋਂ ਖਿਡੌਣਾ ਲੈ ਲਓ ਫਿਰ ਉਹ ਸ਼ਰਾਰਤਾਂ ਕਰਨ ਲੱਗ ਜਾਂਦਾ ਹੈ। ਸਾਡੇ ਸਭ ਕੋਲ ਆਪਣੇ ਖਿਡੌਣੇ ਹਨ। ਅਸੀਂ ਸਮਝਦੇ ਹਾਂ ਕਿ ਸ਼ਾਂਤ ਹਾਂ ਕਿਉਂਕਿ ਅਸੀਂ ਉਹਨਾਂ ਵਿੱਚ ਉਲਝੇ ਹੋਏ ਹਾਂ। ਜੇ ਆਦਮੀ ਕਿਸੇ ਖਾਸ ਕਿਸਮ ਦੇ ਕੰਮ ਨੂੰ ਸਮਰਪਿਤ ਹੈ, ਜਿਵੇਂ ਵਿਗਿਆਨਕ, ਸਾਹਿਤਕ ਗਤੀਵਿਧੀ, ਤਾਂ ਇਹ ਗਤੀਵਿਧੀ ਉਸ ਦਾ ਖਿਡੌਣਾ ਬਣ ਜਾਂਦੀ ਹੈ। ਜੋ ਆਦਮੀ ਖਿਡੌਣਿਆਂ ਨਾਲ ਸ਼ਾਂਤ ਹੋ ਜਾਂਦਾ ਹੈ, ਉਹ ਸੱਚਮੁੱਚ ਸ਼ਾਂਤ ਕਦੇ ਨਹੀਂ ਹੁੰਦਾ। ਮੌਨ ਕੀ ਹੈ? ਸ਼ੋਰ ਦੇ ਬੰਦ ਹੋਣ ਨਾਲ ਜਾਂ ਵਿਚਾਰ ਦੇ ਠਹਿਰ ਜਾਣ ਨਾਲ ਜੋ ਮੌਨ ਹੁੰਦਾ ਹੈ, ਅਸੀਂ ਸਿਰਫ ਉਸੇ ਮੌਨ ਨੂੰ ਜਾਣਦੇ ਹਾਂ, ਪਰ ਉਹ ਮੌਨ ਨਹੀਂ ਹੈ। ਮੌਨ ਤੇ ਕੁਝ ਅਜਿਹਾ ਹੈ ਜੋ ਬਿਲਕੁਲ ਅਲੱਗ ਹੈ, ਜਿੱਦਾਂ ਸੁੰਦਰਤਾ, ਪ੍ਰੇਮ। ਤੇ ਇਹ ਮੌਨ ਇੱਕ ਸ਼ਾਂਤ ਕੀਤੇ ਮਨ ਦੀ ਉਪਜ ਨਹੀਂ ਹੈ। ਇਹ ਦਿਮਾਗੀ ਕੋਸ਼ਿਕਾਵਾਂ ਦੀ ਵੀ ਦੇਣ ਨਹੀਂ ਹੈ, ਜੋ ਸਾਰੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਆਪਣੇ ਆਪ ਨੂੰ ਕਹਿੰਦੀਆਂ ਹਨ, ਰੱਬ ਦੇ ਵਾਸਤੇ ਸ਼ਾਂਤ ਹੋ ਜਾਓ। ਫਿਰ ਦਿਮਾਗ ਦੀਆਂ ਕੋਸ਼ਿਕਾਵਾਂ ਮੌਨ ਸਾਧ ਲੈਂਦੀਆਂ ਹਨ, ਪਰ ਇਹ ਅਸਲੀ ਮੌਨ ਨਹੀਂ ਹੈ। ਨਾ ਹੀ ਇਹ ਮੌਨ ਉਸ ਸਾਵਧਾਨੀ ਤੇ ਚੌਕਸੀ ਦਾ ਨਤੀਜਾ ਹੈ ਜਿਸ ਵਿੱਚ ਦੇਖਣ ਵਾਲਾ ਦ੍ਰਿਸ਼ ਹੋ ਨਿਬੜਦਾ ਹੈ। ਦ੍ਰਿਸ਼ਟਾ ਤੇ ਦ੍ਰਿਸ਼ ਹੋਣ ਨਾਲ ਸੰਘਰਸ਼ ਖਤਮ ਹੋ ਜਾਂਦਾ ਹੈ, ਪਰ ਇਹ ਮੌਨ ਦੀ ਅਵਸਥਾ ਨਹੀਂ ਹੈ। ਤੁਸੀਂ ਇਸ ਇੰਤਜ਼ਾਰ 'ਚ ਹੋ ਕਿ ਮੈਂ ਮੌਨ ਦਾ ਵਰਣਨ ਕਰ ਦੇਵਾਂ ਤਾਂ ਕਿ ਤੁਸੀਂ ਇਸ ਦੀ ਵਿਆਖਿਆ ਕਰ ਸਕੋ, ਤੁਲਨਾ ਕਰ ਸਕੋ, ਤੇ ਫਿਰ ਇਸ ਨੂੰ ਨਾਲ ਲੈ ਜਾਓ ਤੇ ਸੰਦੂਕ 'ਚ ਸਾਂਭ ਕੇ ਰੱਖ ਦਿਓ। ਇਸ ਮੌਨ ਦਾ ਬਖਾਨ ਕੀਤਾ ਹੀ ਨਹੀਂ ਜਾ ਸਕਦਾ। ਜਿਸ ਦਾ ਵਰਣਨ ਕੀਤਾ ਜਾ ਸਕਦਾ ਹੈ ਉਹ ਗਿਆਤ ਹੈ, ਅਤੇ ਗਿਆਤ ਤੋਂ ਮੁਕਤੀ ਤਾਂ ਹੀ ਮੁਮਕਿਨ ਹੈ ਜੇ ਤੁਸੀਂ ਹਰ ਦਿਨ ਗਿਆਤ ਦੇ ਪ੍ਰਤੀ, ਯਾਨੀ ਆਪਣੇ ਸਾਰੇ ਅਨੁਭਵਾਂ ਦੇ ਪ੍ਰਤੀ, ਦੂਸਰਿਆਂ ਤੋਂ ਮਿਲੀ ਨਿੰਦਿਆ ਦੇ ਪ੍ਰਤੀ, ਪ੍ਰਸ਼ੰਸਾ ਦੇ ਪ੍ਰਤੀ,
ਆਪਣੇ ਆਪ ਜੋ ਖਿਆਲੀ ਤਸਵੀਰਾਂ ਬਣਾਈਆਂ ਹਨ ਉਹਨਾਂ ਦੇ ਪ੍ਰਤੀ ਤੁਸੀਂ ਮਰਦੇ ਰਹੋ, ਤਾਂ ਕਿ ਤੁਹਾਡੇ ਦਿਮਾਗ ਦੀਆਂ ਕੋਸ਼ਿਕਾਵਾਂ ਤਾਜ਼ਾ, ਜਵਾਨ ਤੇ ਮਾਸੂਮ ਬਣੀਆਂ ਰਹਿਣ। ਪਰ ਤਾਜ਼ਗੀ, ਮਾਸੂਮੀਅਤ, ਕੋਮਲਤਾ, ਪ੍ਰੇਮ ਪੈਦਾ ਨਹੀਂ ਕਰ ਸਕਦੇ, ਕਿਉਂਕਿ ਇਹ ਸੁੰਦਰਤਾ ਦਾ ਮੌਨ ਦਾ ਗੁਣ ਨਹੀਂ ਹੈ। ਇਹ ਮੌਨ ਸ਼ੋਰ ਸ਼ਰਾਬਾ ਬੰਦ ਹੋਣ ਦਾ ਮੌਨ ਨਹੀਂ ਹੈ, ਸਿਰਫ ਛੋਟੀ ਜਿਹੀ ਸ਼ੁਰੂਆਤ ਹੈ। ਇਹ ਇੱਦਾਂ ਹੈ ਕਿ ਕੋਈ ਆਦਮੀ ਇੱਕ ਛੋਟੇ ਜਿਹੇ ਛੇਕ ਚੋਂ ਹੁੰਦਾ ਹੋਇਆ ਇੱਕ ਅਸੀਮ ਤੇ ਅਨੰਤ ਸਾਗਰ ਵਿੱਚ ਪਹੁੰਚ ਜਾਏ। ਸਮੇਂ ਤੋਂ ਪਾਰ ਦੀ ਇੱਕ ਅਜਿਹੀ ਅਵਸਥਾ ਜਿਸ ਦੀ ਕੋਈ ਥਾਂ ਹੀ ਨਹੀਂ ਹੈ, ਪਰ ਤੁਸੀਂ ਇਸ ਨੂੰ ਸ਼ਬਦਾਂ 'ਚ ਨਹੀਂ ਸਮਝ ਸਕਦੇ ਜਿੰਨਾ ਚਿਰ ਤੁਸੀਂ ਚੇਤਨਾ ਦੇ ਪੂਰੇ ਢਾਂਚੇ ਅਤੇ ਸੁੱਖ ਦੁੱਖ ਤੇ ਨਿਰਾਸ਼ਾ ਦੇ ਅਰਥਾਂ ਨੂੰ ਸਮਝ ਨਹੀਂ ਲੈਂਦੇ, ਅਤੇ ਆਪਣੇ ਆਪ ਦਿਮਾਗ ਦੀਆਂ ਕੋਸ਼ਿਕਾਵਾਂ ਵੀ ਸ਼ਾਂਤ ਨਹੀਂ ਹੋ ਜਾਂਦੀਆਂ। ਫਿਰ ਸ਼ਾਇਦ ਤੁਹਾਨੂੰ ਉਸ ਰਹੱਸ ਦਾ ਪਤਾ ਲੱਗੇ ਜਿਸ ਨੂੰ ਕੋਈ ਆਦਮੀ ਪ੍ਰਗਟ ਨਹੀਂ ਕਰ ਸਕਦਾ ਤੇ ਜਿਸ ਨੂੰ ਕੋਈ ਸ਼ੈ ਨਸ਼ਟ ਨਹੀਂ ਕਰ ਸਕਦੀ। ਇੱਕ ਜੀਵੰਤ ਮਨ ਦਾ ਅਰਥ ਹੈ ਇੱਕ ਨਿਸ਼ਚਲ ਮਨ, ਅਡੋਲ। ਇੱਕ ਜੀਵੰਤ ਮਨ ਉਹ ਹੈ ਜਿਸ ਦਾ ਕੋਈ ਕੇਂਦਰ ਨਹੀਂ ਹੈ, ਇਸ ਕਰਕੇ ਉੱਥੇ ਨਾ ਸਮਾਂ ਹੈ ਨਾ ਸਥਾਨ ਹੈ, ਅਰਥਾਤ ਨਾ ਦੇਸ਼ ਨਾ ਕਾਲ। ਅਜਿਹਾ ਮਨ ਅਸੀਮ ਤੇ ਅਨੰਤ ਹੈ, ਅਤੇ ਇਹੀ ਇੱਕਮਾਤਰ ਸੱਚ ਹੈ, ਇਹੀ ਇੱਕਮਾਤਰ ਅਸਲੀਅਤ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਦੀ ਅਨੁਭਵ ਦਾ ਸਵਾਦ ਲੈਣਾ ਚਾਹੁੰਦੇ ਹਾਂ। ਕੋਈ ਗਹਿਰਾ ਜਾਂ ਰਹੱਸਮਈ ਅਨੁਭਵ, ਰੂਹਾਨੀ ਅਨੁਭਵ, ਕਾਮ ਵਾਸਨਾ ਦਾ ਅਨੁਭਵ, ਜਾਂ ਬਹੁਤ ਰੁਪਏ, ਪੈਸੇ, ਧਨ ਦੌਲਤ, ਪਦ ਪ੍ਰਤਿਸ਼ਠਾ, ਸ਼ਕਤੀ ਤੇ ਧਾਕ ਜਮਾਉਣ ਦਾ ਅਨੁਭਵ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਸਰੀਰਕ ਭੁੱਖਾਂ ਅਤੇ ਮੰਗਾਂ ਤੋਂ ਛੁਟਕਾਰਾ ਮਿਲਦਾ ਜਾਂਦਾ ਹੈ, ਪਰ ਫਿਰ ਅਸੀਂ ਜ਼ਿਆਦਾ ਗਹਿਰੇ, ਲੰਮੇ ਚੌੜੇ ਤੇ ਮਹੱਤਵਪੂਰਨ ਅਨੁਭਵ ਦੀ ਖੋਜ ਕਰਨ ਲੱਗ ਜਾਂਦੇ ਹਾਂ। ਇਸ ਅਨੁਭਵ ਨੂੰ ਪ੍ਰਾਪਤ ਕਰਨ ਲਈ ਅਸੀਂ ਵੱਖ-ਵੱਖ ਸਾਧਨਾਂ ਤੇ ਤਰੀਕਿਆਂ ਦਾ ਸਹਾਰਾ ਲੈਂਦੇ ਹਾਂ। ਕੁਝ ਲੋਕ ਆਪਣੀ ਚੇਤਨਾ ਦੇ ਅੰਦਰ ਇੱਕ ਫੈਲਾਅ ਦੇ ਅਨੁਭਵ ਲਈ ਵੱਖ-ਵੱਖ ਤਰੀਕੇ ਵਰਤਦੇ ਹਨ, ਪਰ ਇੱਕ ਚਾਲਬਾਜ਼ੀ ਹੈ। ਪੁਰਾਣੇ ਸਮਿਆਂ 'ਚ ਲੋਕ ਇੱਕ ਖਾਸ ਦਰਖਤ ਦੀਆਂ ਪੱਤੀਆਂ ਨੂੰ ਚਬਾ ਲਿਆ ਕਰਦੇ ਸਨ, ਤੇ ਹੁਣ ਲੋਕ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਲੋਕ ਕਾਫੀ ਚਿਰ ਤੋਂ ਇਹਨਾਂ ਤਰੀਕਿਆਂ ਦੀ ਵਰਤੋਂ ਕਰਦੇ ਆ ਰਹੇ ਹਨ। ਇਸ ਨਾਲ ਹੁੰਦਾ ਕੇਵਲ ਇਹ ਹੈ ਕਿ ਦਿਮਾਗ ਦੀਆਂ ਕੋਸ਼ਿਕਾਵਾਂ ਅੰਦਰ ਅਸਥਾਈ ਕਿਸਮ ਦੀ ਤਬਦੀਲੀ ਹੋ ਜਾਂਦੀ ਹੈ, ਜਿਸ ਕਰਕੇ ਤੁਹਾਡੀ ਸੰਵੇਦਨਸ਼ੀਲਤਾ ਤੇ ਦੇਖਣ ਦੀ ਸ਼ਕਤੀ ਕੁਝ ਦੇਰ ਲਈ ਵੱਧ ਜਾਂਦੀ ਹੈ, ਤੇ ਇਸ ਨਾਲ ਜਾਪਦਾ ਹੈ ਕਿ ਇਹ ਗਜ਼ਬ ਤੇ ਅਦਭੁਤ ਸੱਚਾਈ ਦੇ ਦਰਸ਼ਨ ਹੋ ਗਏ ਹਨ। ਪਰ ਹੋਰ ਵਧੇਰੇ ਅਨੁਭਵਾਂ ਦੀ ਚਾਹਤ ਤਾਂ ਆਦਮੀ ਦੀ ਅੰਦਰਲੀ ਗਰੀਬੀ ਹੀ ਹੁੰਦੀ ਹੈ। ਅਸੀਂ ਸੋਚਦੇ ਹਾਂ ਕਿ ਇਹਨਾਂ ਅਨੁਭਵਾਂ ਨਾਲ ਅਸੀਂ ਆਪਣੇ ਆਪ ਤੋਂ ਭੱਜ ਸਕਦੇ ਹਾਂ, ਪਰ ਇਹ ਅਨੁਭਵ ਅਸੀਂ ਜੋ ਹਾਂ ਉਸੇ 'ਚੋਂ ਨਿਕਲੇ ਹੋਏ ਹੁੰਦੇ ਹਨ। ਜੇ ਮਨ ਤੁੱਛ, ਈਰਖਾਲੂ, ਚਿੰਤਾਗ੍ਰਸਤ ਹੈ ਤਾਂ ਭਾਵੇਂ ਨਵੇਂ ਤੋਂ ਨਵਾਂ ਨਸ਼ਾ ਕਰ ਲਈਏ, ਇਹ ਆਪਣੀਆਂ ਹੀ ਤੁੱਛ ਘਾੜਤਾਂ ਦੇ ਦਰਸ਼ਨ ਕਰੇਗਾ, ਆਪਣੀਆਂ ਹੀ ਕਲਪਨਾਵਾਂ ਤੇ ਉਮੀਦਾਂ ਨੂੰ ਦੇਖੇਗਾ ਜੋ ਉਸਦੇ ਸੰਸਕਾਰਾਂ ਦੇ ਅਸਰ ਦੀ ਉਪਜ ਹੈ। ਸਾਨੂੰ ਆਮ ਕਰਕੇ ਅਜਿਹੇ ਅਨੁਭਵ ਦੀ ਤਲਾਸ਼ ਰਹਿੰਦੀ ਹੈ ਜੋ ਪਰਮ ਤ੍ਰਿਪਤੀ ਦੇਣ ਵਾਲਾ ਹੋਵੇ ਤੇ ਲੰਮੇ ਸਮੇਂ ਲਈ ਹੋਵੇ, ਜੋ ਵਿਚਾਰਾਂ ਦੇ ਰੌਲੇ ਰੱਪੇ ਵਿੱਚ ਗੁਆਚ ਜਾਣ ਵਾਲਾ ਨਾ ਹੋਵੇ। ਤੇ ਅਜਿਹੇ ਅਨੁਭਵ ਦੀ ਤਲਾਸ਼ ਮਗਰ ਵੀ ਤ੍ਰਿਪਤੀ ਦੀ ਹੀ ਚਾਹ ਕੰਮ ਕਰਦੀ ਹੈ। ਇਹ ਤ੍ਰਿਪਤੀ ਦੀ ਮੰਗ ਹੀ ਸਾਡੇ ਅਨੁਭਵ ਦੀ ਰੂਪਰੇਖਾ ਦਾ ਫੈਸਲਾ ਕਰਦੀ ਹੈ। ਇਸ ਲਈ ਅਸੀਂ ਨਾ ਕੇਵਲ ਤ੍ਰਿਪਤੀ ਦੇ ਪੂਰੇ ਸਰੂਪ ਤੇ ਢਾਂਚੇ ਨੂੰ ਸਮਝਣਾ ਹੈ, ਸਗੋਂ ਹਰ ਅਨੁਭਵ ਵਿੱਚ ਜੋ ਅਨੁਭਵ ਕੀਤੀ ਜਾਂਦੀ ਹੈ ਉਸ ਦੀ ਵੀ ਜਾਂਚ ਪੜਤਾਲ ਕਰਨੀ ਹੈ। ਸਾਡੇ ਲਈ ਇੱਕ ਡੂੰਘੀ ਸੰਤੁਸ਼ਟੀ ਦਾ ਅਰਥ ਹੈ ਇੱਕ ਮਹਾਨ ਸੁੱਖ। ਇਸ ਤਰ੍ਹਾਂ ਅਨੁਭਵ ਜਿੰਨਾ ਸਥਾਈ ਤੇ ਡੂੰਘਾ ਤੇ ਟਿਕਾਊ ਹੋਵੇਗਾ, ਓਨਾ ਹੀ ਸੁੱਖ ਦੇਣ ਵਾਲਾ ਹੋਵੇਗਾ। ਇਸ ਕਰਕੇ ਸੁੱਖ ਹੀ ਉਸ ਅਨੁਭਵ ਦੇ ਰੰਗ ਰੂਪ ਦਾ ਫੈਸਲਾ ਕਰਦਾ ਹੈ ਜਿਸ ਦੀ ਅਸੀਂ ਤਲਾਸ਼ ਕਰ ਰਹੇ ਹਾਂ, ਤੇ ਸੁੱਖ ਹੀ ਉਹ ਪੈਮਾਨਾ ਹੈ ਜਿਸ ਨਾਲ ਅਸੀਂ ਹਰ ਅਨੁਭਵ ਨੂੰ ਮਿਣਦੇ ਹਾਂ। ਤੇ ਜੋ ਕੁਝ ਵੀ ਮਿਣਿਆ ਜਾ ਸਕਦਾ ਹੈ ਉਹ ਵਿਚਾਰ ਦੇ ਜਗਤ ਦਾ ਹੀ ਹਿੱਸਾ ਹੈ, ਅਤੇ ਇਸ ਲਈ ਇਹ ਭਰਮ ਪੈਦਾ ਕਰਨ ਵਾਲਾ ਹੈ।
ਅਦਭੁਤ ਤੇ ਅਨੋਖੀਆਂ ਅਨੁਭੂਤੀਆਂ ਦੇ ਬਾਵਜੂਦ ਤੁਸੀਂ ਭਰਮ ਦੇ ਧੋਖੇ ਦੇ ਸ਼ਿਕਾਰ ਹੋ ਸਕਦੇ ਹੋ। ਤੁਹਾਨੂੰ ਚੀਜ਼ਾਂ ਦੇ ਦਰਸ਼ਨ ਹੋਣਗੇ, ਉਹ ਤੁਹਾਡੇ ਸੰਸਕਾਰਿਤ ਮਨ ਦੀ ਹੀ ਖੇਡ ਹੋਵੇਗੀ। ਬਹੁਤਾਂ ਲੋਕਾਂ ਨੂੰ ਕ੍ਰਿਸ਼ਨ ਜਾਂ ਈਸਾ ਜਾਂ ਬੁੱਧ ਦਾ ਜਾਂ ਜਿਨ੍ਹਾਂ ਵਿੱਚ ਉਹਨਾਂ ਦੀ ਆਸਥਾ ਹੁੰਦੀ ਹੈ, ਉਹਨਾਂ ਦਾ ਦਰਸ਼ਨ ਹੋ ਜਾਂਦਾ ਹੈ। ਅਤੇ ਤੁਸੀਂ ਜਿੰਨੇ ਵੱਡੇ ਆਸਤਿਕ ਅਤੇ ਉਪਾਸਕ ਹੋ, ਅਰਥਾਤ ਤੁਹਾਡੀ ਆਸਥਾ ਅਤੇ ਸ਼ਰਧਾ ਜਿੰਨੀ ਜ਼ਿਆਦਾ ਹੈ, ਓਨਾ ਹੀ ਇਹ ਦਰਸ਼ਨ ਤੁਹਾਨੂੰ ਸਹੀ ਅਤੇ ਸੱਚਾ ਜਾਪੇਗਾ। ਪਰ ਇਹ ਸਭ ਤੁਹਾਡੀਆਂ ਇੱਛਾਵਾਂ ਅਤੇ ਕਲਪਨਾਵਾਂ ਦਾ ਪਰਛਾਵਾਂ ਹੈ। ਜੇ ਤੁਸੀਂ ਕਿਸੇ ਮੌਲਿਕ ਚੀਜ਼ ਦੀ ਖੋਜ ਕਰ ਰਹੇ ਹੋ, ਜਿਵੇਂ ਕਿ ਸੱਚ ਕੀ ਹੈ, ਪਰ ਤੁਸੀਂ ਸੁੱਖ ਨੂੰ ਹੀ ਆਪਣਾ ਮਾਪਦੰਡ ਬਣਾ ਲਿਆ ਹੈ, ਇਸ ਦਾ ਅਰਥ ਹੈ ਕਿ ਸੱਚ ਦੀ ਅਨੁਭੂਤੀ ਕਿੱਦਾਂ ਦੀ ਹੋਵੇਗੀ, ਇਹ ਪਹਿਲਾਂ ਹੀ ਤੁਸੀਂ ਕਲਪਿਤ ਕਰ ਲਿਆ ਹੈ। ਇਸ ਕਰਕੇ ਤੁਹਾਡੀ ਖੋਜ ਹੀ ਬੇਮਾਨੀ ਹੋ ਜਾਂਦੀ ਹੈ। ਅਨੁਭਵ ਤੋਂ ਸਾਡਾ ਮਤਲਬ ਕੀ ਹੈ? ਕਿਸੇ ਵੀ ਅਨੁਭਵ ਵਿੱਚ ਕੀ ਕੋਈ ਵੀ ਚੀਜ਼ ਨਵੀਂ ਜਾਂ ਮੌਲਿਕ ਹੁੰਦੀ ਹੈ? ਆਦਮੀ ਦਾ ਅਨੁਭਵ ਯਾਦਾਂ ਦਾ ਭੰਡਾਰ ਹੈ, ਅਤੇ ਇਸੇ ਨਾਲ ਹੀ ਆਦਮੀ ਹਰ ਚੁਣੌਤੀ ਦਾ ਸਾਹਮਣਾ ਕਰਦਾ ਹੈ ਅਤੇ ਉਸ ਦਾ ਉੱਤਰ ਦਿੰਦਾ ਹੈ। ਇਸ ਕਰਕੇ ਇਹ ਉੱਤਰ ਮਨੁੱਖ ਦੀ ਪਿਛੋਕੜ ਦੀ ਉਪਜ ਹੈ। ਤੁਸੀਂ ਆਪਣੇ ਅਨੁਭਵ ਦੇ ਵਿਸ਼ਲੇਸ਼ਣ ਅਤੇ ਵਿਆਖਿਆ ਵਿੱਚ ਜਿੰਨੇ ਮਾਹਰ ਹੋ, ਓਨੇ ਹੀ ਤਤਪਰਤਾ ਨਾਲ ਤੁਹਾਡਾ ਅਨੁਭਵ ਉੱਤਰ ਦਿੱਤਾ ਜਾਂਦਾ ਹੈ। ਇਸ ਕਰਕੇ ਤੁਹਾਨੂੰ ਨਾ ਕੇਵਲ ਦੂਸਰੇ ਦੇ ਅਨੁਭਵ 'ਤੇ ਸਗੋਂ ਆਪਣੇ ਅਨੁਭਵਾਂ 'ਤੇ ਵੀ ਸਵਾਲ ਖੜ੍ਹੇ ਕਰਨਾ ਹੈ। ਜੇ ਤੁਸੀਂ ਕਿਸੇ ਅਨੁਭਵ ਨੂੰ ਪਛਾਣਦੇ ਨਹੀਂ, ਤਾਂ ਉਹ ਅਨੁਭਵ ਹੀ ਨਹੀਂ ਹੁੰਦਾ। ਹਰ ਅਨੁਭਵ ਇਸ ਤੋਂ ਪਹਿਲਾਂ ਵੀ ਅਨੁਭਵ ਕੀਤਾ ਜਾ ਚੁੱਕਾ ਹੈ, ਨਹੀਂ ਤਾਂ ਤੁਸੀਂ ਇਸ ਨੂੰ ਪਛਾਣਦੇ ਕਿਵੇਂ? ਤੁਸੀਂ ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਕਿਸੇ ਅਨੁਭੂਤੀ ਨੂੰ ਚੰਗਾ, ਬੁਰਾ, ਧਾਰਮਿਕ, ਅਧਾਰਮਿਕ ਵਗੈਰਾ ਦੇ ਰੂਪ 'ਚ ਪਛਾਣਦੇ ਹੋ। ਇਸ ਲਈ ਹਰ ਅਨੁਭਵ ਦੀ ਪਛਾਣ ਪੁਰਾਣੀ ਹੀ ਹੈ। ਜਦੋਂ ਅਸੀਂ ਕਿਸੇ ਅਨੁਭਵ ਦੀ ਮੰਗ ਕਰਦੇ ਹਾਂ, ਜਿਵੇਂ ਕਿ ਅਸੀਂ ਕਰਦੇ ਕੀ ਹਾਂ, ਕੀ ਨਹੀਂ ਕਰਦੇ, ਅਨੁਭਵ ਕਰਨ ਦਾ ਅਰਥ ਹੈ ਉਸ ਨੂੰ ਜਾਣਨਾ, ਅਤੇ ਜਿਉਂ ਹੀ ਅਸੀਂ ਉਸ ਨੂੰ ਪਛਾਣਦੇ ਹਾਂ, ਤਾਂ ਇਸ ਦਾ ਮਤਲਬ ਹੀ ਇਹ ਹੈ ਕਿ ਅਸੀਂ ਪਹਿਲਾਂ ਹੀ ਉਸ ਦੀ ਕਲਪਨਾ ਕਰ ਰੱਖੀ ਹੈ। ਤਾਂ ਫਿਰ ਇਹ ਅਸਲੀਅਤ ਹੈ ਹੀ ਨਹੀਂ, ਕਿਉਂਕਿ ਇਹ ਤਾਂ ਵਿਚਾਰ ਦੇ ਸਮੇਂ ਜਗਤ ਦਾ ਹਿੱਸਾ ਹੋ ਗਿਆ ਹੈ। ਜੇ ਅਸਲੀਅਤ ਦੇ ਸੰਬੰਧ ਵਿੱਚ ਵਿਚਾਰ ਸੋਚ ਸਕਦਾ ਹੈ, ਉਹ ਅਸਲੀਅਤ ਹੈ ਹੀ ਨਹੀਂ। ਜੇ ਕੋਈ ਅਨੁਭੂਤੀ ਸੱਚਮੁੱਚ ਨਵੀਂ ਅਤੇ ਤਾਜ਼ੀ ਹੈ, ਤਾਂ ਅਸੀਂ ਉਸ ਨੂੰ ਪਛਾਣ ਨਹੀਂ ਸਕਦੇ। ਉਸ ਨੂੰ ਪਛਾਣਨਾ ਨਾਮੁਮਕਿਨ ਹੈ। ਅਸੀਂ ਸਿਰਫ ਉਸੇ ਚੀਜ਼ ਨੂੰ ਪਛਾਣ ਸਕਦੇ ਹਾਂ ਜਿਸ ਨੂੰ ਅਸੀਂ ਪਹਿਲਾਂ ਤੋਂ ਹੀ ਜਾਣਦੇ ਹਾਂ। ਜਦ ਅਸੀਂ ਕਹਿੰਦੇ ਹਾਂ ਕਿ ਸਾਨੂੰ ਤੇ ਇਹ ਬਿਲਕੁਲ ਵੀ ਨਵੀਂ ਅਨੁਭੂਤੀ ਹੋਈ ਹੈ, ਤਾਂ ਅਸੀਂ ਅਣਜਾਣੇ ਹੀ ਇੱਕ ਝੂਠ ਬੋਲ ਰਹੇ ਹੁੰਦੇ ਹਾਂ। ਅੱਜ ਕੱਲ੍ਹ ਵੱਖ-ਵੱਖ ਮਾਦਕ ਚੀਜ਼ਾਂ ਦੇ ਜ਼ਰੀਏ ਚੇਤਨਾ ਦੇ ਫੈਲਾਅ ਨਾਲ ਜੋ ਇੱਕ ਨਵੀਂ ਅਨੁਭੂਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਵੀ ਚੇਤਨਾ ਦੇ ਦਾਇਰੇ ਦੀ ਹੀ ਘਟਨਾ ਹੈ, ਇਸ ਲਈ ਸੀਮਿਤ ਹੈ, ਬੇਮਾਨੀ ਹੈ। ਇਸ ਤਰ੍ਹਾਂ ਅਸੀਂ ਇੱਕ ਅਤਿਅੰਤ ਮੌਲਿਕ ਅਤੇ ਕੀਮਤੀ ਸੱਚ ਦਾ ਪਤਾ ਲਗਾਇਆ ਹੈ, ਅਤੇ ਉਹ ਇਹ ਹੈ ਕਿ ਜੋ ਮਨ ਵਿੱਚ ਅਖੌਤੀ, ਗਹਿਰੀ ਅਤੇ ਅਦਭੁਤ ਅਨੁਭੂਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਨ ਵਿੱਚ ਬਹੁਤ ਛਿਛਲਾ ਅਤੇ ਖੂਹ ਦਾ ਡੱਡੂ ਹੈ, ਕਿਉਂਕਿ ਉਹ ਸਦਾ ਆਪਣੀਆਂ ਯਾਦਾਂ ਅੰਦਰ ਹੀ ਜਿਉਂਦਾ ਹੈ। ਹੁਣ ਜੇ ਸਾਡੇ ਕੋਲ ਕੋਈ ਅਨੁਭੂਤੀ ਰਹਿ ਰਹੇ ਹੀ ਨਾ, ਤਾਂ ਸਾਡਾ ਕੀ ਹੋਵੇਗਾ? ਆਪਣੇ ਆਪ ਨੂੰ ਜਾਗਦੇ ਰੱਖਣ ਲਈ ਅਸੀਂ ਚੁਣੌਤੀਆਂ ਅਤੇ ਅਨੁਭੂਤੀਆਂ 'ਤੇ ਨਿਰਭਰ ਰਹਿੰਦੇ ਹਾਂ। ਸਾਡੇ ਅੰਦਰ ਟਕਰਾਅ, ਪਰੇਸ਼ਾਨੀਆਂ ਜਾਂ ਤਬਦੀਲੀ ਨਾ ਹੋਵੇ, ਤਾਂ ਅਸੀਂ ਡੂੰਘੀ ਨੀਂਦ ਵਿੱਚ ਚਲੇ ਜਾਵਾਂਗੇ। ਇਸ ਤਰ੍ਹਾਂ ਚੁਣੌਤੀਆਂ ਕਈ ਲੋਕਾਂ ਲਈ ਜ਼ਰੂਰੀ ਹੋ ਜਾਂਦੀਆਂ ਹਨ। ਅਸੀਂ ਸੋਚਦੇ ਹਾਂ ਕਿ ਜੇ ਸਾਡੇ ਕੋਲ ਚੁਣੌਤੀਆਂ ਨਾ ਹੋਣ, ਤਾਂ ਸਾਡਾ ਮਨ ਸੁਸਤ ਅਤੇ ਬੋਝਲ ਹੋ ਜਾਏਗਾ, ਅਤੇ ਇਸ ਲਈ ਅਸੀਂ ਅਨੁਭੂਤੀਆਂ ਅਤੇ ਚੁਣੌਤੀਆਂ 'ਤੇ ਨਿਰਭਰ ਹੋ ਜਾਂਦੇ ਹਾਂ, ਤਾਂ ਕਿ ਸਾਨੂੰ ਲਗਾਤਾਰ ਉਤੇਜਨਾ ਅਤੇ ਊਰਜਾ ਮਿਲਦੀ ਰਹੇ ਅਤੇ ਸਾਡਾ ਮਨ ਤੇਜ਼-ਤਰਾਰ ਬਣਿਆ ਰਹੇ। ਅਸਲ ਵਿੱਚ ਆਪਣੇ ਆਪ ਨੂੰ ਜਾਗਦੇ ਰੱਖਣ ਲਈ ਚੁਣੌਤੀਆਂ ਅਤੇ ਅਨੁਭੂਤੀਆਂ 'ਤੇ ਨਿਰਭਰ ਹੋਣ ਨਾਲ ਜਾਗਦੇ ਰਹਿਣਾ ਅਤੇ ਦੂਰ, ਸਗੋਂ ਅਸੀਂ ਸੁਸਤ ਹੋ ਜਾਂਦੇ ਹਾਂ। ਇਸ ਲਈ ਹੁਣ ਮੈਂ ਆਪਣੇ ਆਪ ਤੋਂ ਪੁੱਛ ਰਿਹਾ ਹਾਂ ਕਿ ਬਿਨਾਂ ਕਿਸੇ ਅਨੁਭੂਤੀ ਅਤੇ ਚੁਣੌਤੀ ਦੇ ਪੂਰਨ ਰੂਪ ਵਿੱਚ ਜਾਗਦੇ ਰਹਿਣਾ ਸੰਭਵ ਹੈ? ਆਪਣੀ ਹੋਂਦ ਦੀ ਉਪਰੀ ਸਤ੍ਹਾ 'ਤੇ ਹੀ ਨਹੀਂ, ਆਂਸ਼ਿਕ ਤੌਰ 'ਤੇ ਹੀ ਨਹੀਂ, ਸਗੋਂ ਧੁਰ ਅੰਦਰ ਤੱਕ ਪੂਰਨ ਰੂਪ ਵਿੱਚ ਜਾਗਦੇ ਰਹਿਣਾ ਕੀ ਸੰਭਵ ਹੈ? ਇਸ ਲਈ ਸਰੀਰਕ ਅਤੇ ਮਾਨਸਿਕ ਦੋਨਾਂ ਤਲਾਂ 'ਤੇ ਆਧਾਰ 'ਤੇ ਸੰਵੇਦਨਸ਼ੀਲਤਾ ਚਾਹੀਦੀ ਹੈ।
ਇਸ ਤੋਂ ਮੁਰਾਦ ਹੈ ਕਿ ਮੈਨੂੰ ਆਪਣੀਆਂ ਸਾਰੀਆਂ ਮੰਗਾਂ ਤੋਂ ਆਜ਼ਾਦ ਹੋਣਾ ਪਏਗਾ, ਕਿਉਂਕਿ ਜਿਸ ਪਲ ਮੈਂ ਕੁਝ ਮੰਗਿਆ ਉਸ ਵੇਲੇ ਮੈਂ ਅਨੁਭਵ ਦੇ ਮੋਹਜਾਲ ਵਿੱਚ ਫਸਿਆ। ਤ੍ਰਿਪਤੀ ਅਤੇ ਮੰਗਾਂ ਤੋਂ ਉੱਪਰ ਉੱਠਣ ਲਈ ਮੈਨੂੰ ਆਪਣੇ ਅੰਦਰ ਗਹਿਰਾਈ ਵਿੱਚ ਜਾ ਕੇ ਜਾਂਚ ਪੜਤਾਲ ਕਰਨੀ ਹੋਵੇਗੀ ਅਤੇ ਮੰਗ ਦੇ ਸਰੂਪ ਤੇ ਸੁਭਾਅ ਨੂੰ ਸਮਝਣਾ ਹੋਵੇਗਾ। ਦਵੈਤ ਹੀ ਮੰਗ ਨੂੰ ਜਨਮ ਦਿੰਦੀ ਹੈ, ਜਿਵੇਂ ਕਿ ਮੈਂ ਦੁਖੀ ਹਾਂ, ਮੈਂ ਸੁਖੀ ਹੋਣਾ ਚਾਹੁੰਦਾ ਹਾਂ। ਇਹ ਸੁਖੀ ਹੋਣ ਦੀ ਮੰਗ ਵਿੱਚ ਹੀ ਦੁੱਖ ਛਿਪਿਆ ਹੋਇਆ ਹੈ। ਜਦ ਕੋਈ ਚੰਗਾ ਬਣਨ ਲਈ ਕੋਸ਼ਿਸ਼ ਕਰਦਾ ਹੈ ਤਾਂ ਇਸ ਚੰਗਿਆਈ ਦੀ ਕੋਸ਼ਿਸ਼ ਵਿੱਚ ਹੀ ਇਸ ਦਾ ਉਲਟ ਜਾਨੀ ਬੁਰਾਈ ਛਿਪੀ ਹੁੰਦੀ ਹੈ। ਇਸ ਤਰ੍ਹਾਂ ਹਰ ਚੀਜ਼ ਜੋ ਠੋਸੀ ਜਾਂਦੀ ਹੈ ਆਪਣੇ ਨਾਲ ਉਲਟ ਵੀ ਲੈ ਕੇ ਆਉਂਦੀ ਹੈ। ਕਿਸੇ ਚੀਜ਼ 'ਤੇ ਕਾਬੂ ਪਾ ਲੈਣ ਦੀ ਕੋਸ਼ਿਸ਼ ਉਸ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਦਿੰਦੀ ਹੈ। ਜਿਸ ਵਿਰੁੱਧ ਇਹ ਕੋਸ਼ਿਸ਼ ਤੇ ਘੋਲ ਕੀਤਾ ਜਾ ਰਿਹਾ ਹੁੰਦਾ ਹੈ। ਜਦ ਤੁਸੀਂ ਸੱਚ ਤੇ ਅਸਲੀਅਤ ਦੀ ਅਨੁਭੂਤੀ ਦੀ ਮੰਗ ਕਰਦੇ ਹੋ ਤਾਂ ਇਹ ਮੰਗ ਜੋ ਹੈ ਉਸ ਤੋਂ ਤੁਹਾਡਾ ਅਸੰਤੁਸ਼ਟ ਹੋਣ ਦੇ ਕਾਰਨ ਹੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਹਰ ਮੰਗ ਜੋ ਹੈ ਦੇ ਉਲਟ ਦੀ ਚਾਹ ਤੇ ਖੋਜ ਹੈ ਅਤੇ ਹਰ ਉਲਟ ਵਿੱਚ ਅਤੀਤ ਦੀ ਯਾਦ ਬੀਜ ਰੂਪ ਵਿੱਚ ਮੌਜੂਦ ਹੈ। ਆਦਮੀ ਦੇ ਅੰਦਰ ਹਰ ਵੇਲੇ ਉਥਲ ਪੁਥਲ ਮਚਾ ਰੱਖੀਆਂ ਮੰਗਾਂ ਤੇ ਉਸ ਨੂੰ ਆਜ਼ਾਦ ਹੋਣਾ ਪਏਗਾ, ਨਹੀਂ ਤੇ ਦਵੰਦ ਦੀ ਇਹ ਰਾਹ ਦਾ ਫਿਰ ਕੋਈ ਅੰਤ ਨਹੀਂ ਹੈ। ਇਸ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਇੰਨੀ ਪੂਰੀ ਤਰ੍ਹਾਂ ਜਾਣ ਲੈਣਾ ਕਿ ਮਨ ਦੀ ਸਾਰੀ ਖੋਜ ਤੇ ਦੌੜ ਭੱਜ ਆਪਣੇ ਆਪ ਬੰਦ ਹੋ ਜਾਏ। ਅਜਿਹਾ ਮਨ ਕਿਸੇ ਵੀ ਅਨੁਭਵ ਦੀ ਮੰਗ ਨਹੀਂ ਕਰਦਾ, ਨਾ ਹੀ ਕਿਸੇ ਚੁਣੌਤੀ ਦਾ ਉਸ ਨੂੰ ਪਤਾ ਹੁੰਦਾ ਹੈ। ਇਹ ਕਦੀ ਨਹੀਂ ਕਹਿੰਦਾ ਕਿ ਮੈਂ ਨੀਂਦ ਵਿੱਚ ਹਾਂ, ਨਾ ਹੀ ਇਹ ਕਹਿੰਦਾ ਹੈ ਕਿ ਮੈਂ ਜਾਗਦਾ ਹਾਂ। ਇਹ ਪੂਰਨ ਰੂਪ ਵਿੱਚ ਉਹੀ ਹੈ ਜੋ ਇਹ ਹੈ। ਹੋਰ ਜ਼ਿਆਦਾ ਦੀ ਚਾਹਤ ਤੇ ਖੋਜ ਵਿੱਚ ਕੇਵਲ ਛਿਛਲਾ, ਹਤਾਸ਼, ਸੌੜਾ ਅਤੇ ਸੰਸਕਾਰਬੱਧ ਮਨ ਭਟਕਦਾ ਹੈ ਕਿ ਹੋਰ ਜ਼ਿਆਦਾ ਦੀ ਖੁਆਇਸ਼ ਤੋਂ ਮੁਕਤ ਹੋ ਕੇ, ਅਰਥਾਤ ਤੁਲਨਾਵਾਂ ਦੇ ਅਨੰਤ ਸਿਲਸਿਲੇ ਤੋਂ ਮੁਕਤ ਹੋ ਕੇ ਇਸ ਸੰਸਾਰ ਵਿੱਚ ਜਿਉਣਾ ਸੰਭਵ ਹੈ। ਹਾਂ, ਇਹ ਬਿਲਕੁਲ ਸੰਭਵ ਹੈ, ਪਰ ਇਸ ਲਈ ਤੁਹਾਨੂੰ ਖੁਦ ਇਹ ਸਵਾਲ ਦੀ ਗਹਿਰਾਈ ਵਿੱਚ ਉਤਰਨਾ ਪਏਗਾ। ਇਸ ਪੂਰੇ ਪ੍ਰਸ਼ਨ ਦੀ ਜਾਂਚ ਪੜਤਾਲ ਹੀ ਧਿਆਨ ਹੈ। ਧਿਆਨ ਸ਼ਬਦ ਦਾ ਇਸਤੇਮਾਲ ਪੂਰਬ ਅਤੇ ਪੱਛਮ ਦੋਨਾਂ ਜਗ੍ਹਾ 'ਤੇ ਬਹੁਤ ਬਦਕਿਸਮਤੀ ਵਾਲੇ ਤਰੀਕੇ ਨਾਲ ਹੋਇਆ ਹੈ। ਧਿਆਨ ਦੀਆਂ ਵੱਖ-ਵੱਖ ਪਰੰਪਰਾਵਾਂ, ਪੱਧਤੀਆਂ, ਤਰੀਕੇ, ਵਿਧੀਆਂ ਪ੍ਰਚਲਿਤ ਰਹੀਆਂ ਹਨ। ਇੱਕ ਤਰੀਕੇ ਅਨੁਸਾਰ ਤੁਰਦੇ ਵਕਤ ਆਪਣੇ ਪੈਰ ਦੇ ਅੰਗੂਠੇ ਨੂੰ ਦੇਖਦੇ ਜਾਓ, ਦੇਖਦੇ ਜਾਓ, ਦੇਖਦੇ ਜਾਓ। ਕੁਝ ਦੂਜੇ ਤਰੀਕੇ ਹਨ ਜੋ ਨਿਯਮਤ ਰੂਪ ਨਾਲ ਆਸਣ ਤੇ ਪ੍ਰਾਣਾਯਾਮ ਕਰਨ ਦਾ ਤੇ ਇੱਕ ਵਿਸ਼ੇਸ਼ ਮੁਦਰਾ ਵਿੱਚ ਬੈਠਣ ਦਾ ਨਿਰਦੇਸ਼ ਦਿੰਦੇ ਹਨ। ਇੱਕ ਹੋਰ ਤਰੀਕੇ ਵਿੱਚ ਸਜਗ ਰਹਿਣ ਦਾ ਅਭਿਆਸ ਕਰਾਇਆ ਜਾਂਦਾ ਹੈ, ਪਰ ਇਹ ਸਾਰੀਆਂ ਕਿਰਿਆਵਾਂ ਇੱਕਦਮ ਮਸ਼ੀਨੀ ਹਨ। ਹੁਣ ਇੱਕ ਨਵੇਂ ਤਰੀਕੇ ਮੁਤਾਬਕ ਤੁਹਾਨੂੰ ਇੱਕ ਖਾਸ ਸ਼ਬਦ ਜਾਂ ਮੰਤਰ ਦੱਸ ਦਿੱਤਾ ਜਾਂਦਾ ਹੈ ਤੇ ਉਸ ਨੂੰ ਦੁਹਰਾਉਂਦੇ ਚਲੇ ਜਾਣ ਲਈ ਕਿਹਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਇੱਕ ਅਦਭੁਤ ਅਨੁਭੂਤੀ ਪ੍ਰਾਪਤ ਹੋਵੇਗੀ। ਇਹ ਕੋਰੀ ਬਕਵਾਸ ਹੈ। ਇਹ ਆਤਮ ਸਮੋਹਨ ਦਾ ਹੀ ਇੱਕ ਢੰਗ ਹੈ। ਅਨਿਸ਼ਚਿਤ ਕਾਲ ਤੱਕ ਓਮ ਜਾਂ ਅਮੀਨ ਜਾਂ ਕੋਕਾ-ਕੋਲਾ ਸ਼ਬਦ ਨੂੰ ਦੁਹਰਾਉਂਦੇ ਰਹਿਣ ਨਾਲ ਤੁਹਾਨੂੰ ਕੁਝ ਨਾ ਕੁਝ ਅਨੁਭੂਤੀ ਤੇ ਜ਼ਰੂਰ ਹੀ ਮਿਲੇਗੀ, ਕਿਉਂਕਿ ਕਿਸੇ ਸ਼ਬਦ ਨੂੰ ਬਾਰ-ਬਾਰ ਦੁਹਰਾਉਣ ਨਾਲ ਮਨ ਸ਼ਾਂਤ ਹੋ ਜਾਂਦਾ ਹੈ। ਇਹ ਇੱਕ ਕਾਫੀ ਮਸ਼ਹੂਰ ਗੱਲ ਹੈ ਜੋ ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਜਪ ਯੋਗ ਜਾਂ ਮੰਤਰ ਯੋਗ ਦੇ ਨਾਲ ਪ੍ਰਚਲਿਤ ਹੈ। ਬਾਰ-ਬਾਰ ਕਿਸੇ ਸ਼ਬਦ ਨੂੰ ਦੁਹਰਾਉਣ ਨਾਲ ਸ਼ਾਇਦ ਵਕਤੀ ਤੌਰ 'ਤੇ ਤੁਸੀਂ ਮਨ ਨੂੰ ਥੋੜ੍ਹਾ ਨਰਮ ਤੇ ਲਚੀਲਾ ਹੋਣ ਲਈ ਰਾਜ਼ੀ ਕਰ ਲੈਂਦੇ ਹੋ। ਇਸ ਦੇ ਬਾਵਜੂਦ ਵੀ ਇਹ ਮਨ ਮਾੜਾ, ਨਿਕੰਮਾ ਤੇ ਦੀਨਹੀਨ ਹੀ ਰਹੇਗਾ। ਭਗਤੀ ਤੇ ਪੂਜਾ ਦਾ ਜੇ ਤੁਸੀਂ ਮਨੋਵਿਗਿਆਨ ਸਮਝਣਾ ਹੋਵੇ ਤਾਂ ਤੁਸੀਂ ਕਿਤਿਓਂ ਇੱਕ ਛੜੀ ਜਾਂ ਕੋਈ ਹੋਰ ਚੀਜ਼ ਲਿਆ ਕੇ ਘਰ ਦੇ ਕਿਸੇ ਉੱਚੀ ਥਾਂ 'ਤੇ ਸਜਾ ਕੇ ਰੱਖ ਦਿਓ ਅਤੇ ਹਰ ਦਿਨ ਉਸ ਨੂੰ ਫੁੱਲ ਚੜਾਓ, ਧੂਫ ਅਗਰਬੱਤੀ ਜਗਾਓ। 1 ਮਹੀਨੇ ਦੇ ਅੰਦਰ ਇਹ ਤੁਹਾਡੇ ਲਈ ਸ਼ਰਧਾ, ਭਗਤੀ ਤੇ ਪੂਜਾ ਦੀ ਚੀਜ਼ ਹੋ ਜਾਏਗੀ। ਫਿਰ ਜੇ ਕਿਸੇ ਦਿਨ ਤੁਸੀਂ ਇਸ 'ਤੇ ਫੁੱਲ ਨਹੀਂ ਚੜਾਓਗੇ ਤਾਂ ਤੁਹਾਨੂੰ ਲੱਗੇਗਾ ਕਿ ਜਿਵੇਂ ਕੋਈ ਪਾਪ ਹੋ ਗਿਆ ਹੋਵੇ। ਧਿਆਨ ਦਾ ਅਰਥ ਕਿਸੇ ਤਰੀਕੇ ਦੀ ਰੀਸ ਕਰਨੀ ਨਹੀਂ ਹੈ, ਨਾ ਹੀ ਇਹ ਕਿਸੇ ਸ਼ਬਦ ਨੂੰ ਲਗਾਤਾਰ ਦੁਹਰਾਉਣਾ ਹੈ। ਧਿਆਨ ਇਕਾਗਰਤਾ ਨਹੀਂ ਹੈ। ਧਿਆਨ ਨੂੰ ਇਕਾਗਰਤਾ ਨਾਲ ਜੋੜਨ ਦਾ ਕੰਮ ਕੁਝ ਧਿਆਨ ਸਿਖਾਉਣ ਵਾਲੇ ਹੁਸ਼ਿਆਰ ਤੇ ਚਲਾਕ ਗੁਰੂਆਂ ਨੇ ਕੀਤਾ ਹੈ। ਉਹ ਚੇਲਿਆਂ ਨੂੰ ਇੱਕ ਤਰਕੀਬ ਦੱਸਦੇ ਹਨ। ਮਨ ਨੂੰ ਇੱਕ ਖਾਸ ਵਿਚਾਰ 'ਤੇ ਕੇਂਦਰਿਤ ਕਰੋ ਅਤੇ ਇਸ ਤੋਂ ਇਲਾਵਾ ਹੋਰ ਸਭ ਵਿਚਾਰਾਂ ਨੂੰ ਮਨ ਤੋਂ ਬਾਹਰ ਕੱਢ ਦਿਓ।
ਇਹ ਇੱਕ ਨਿਹਾਇਤ ਭੱਦੀ ਅਤੇ ਮੂਰਖਤਾਪੂਰਨ ਗੱਲ ਹੈ। ਅਜਿਹੀ ਗੱਲ ਸਕੂਲ ਦੇ ਬੱਚੇ ਕੋਲੋਂ ਉਸ ਨੂੰ ਮਜਬੂਰ ਕਰਕੇ ਕਰਵਾਈ ਜਾਂਦੀ ਹੈ ਤੇ ਇਸ ਦਾ ਖਤਰਾ ਇਹ ਹੈ ਕਿ ਇਸ ਨਾਲ ਤੁਹਾਡੇ ਅੰਦਰ ਇੱਕ ਭਿਆਨਕ ਯੁੱਧ ਤੇ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਇੱਕ ਪਾਸੇ ਤਾਂ ਇਹ ਕਿ ਮੈਨੂੰ ਆਪਣੇ ਮਨ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਇਕਾਗਰ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਤੁਹਾਡਾ ਮਨ ਜੋ ਆਪਣੇ ਸੁਭਾਅ ਕਰਕੇ ਬਾਰ-ਬਾਰ ਭਟਕ ਕੇ ਬਾਹਰ ਚਲਾ ਜਾਂਦਾ ਹੈ। ਸਹੀ ਤਰੀਕਾ ਇੰਨਾ ਹੈ ਕਿ ਮਨ ਭਟਕ ਕੇ ਜਿੱਥੇ ਵੀ ਜਾਏ, ਜੋ ਕਰੇ ਉਸ ਨੂੰ ਸਜਗ ਹੋ ਕੇ, ਸੁਚੇਤ ਹੋ ਕੇ ਸਿਰਫ ਦੇਖਦੇ ਰਹੋ। ਮਨ ਜਦ ਭਟਕ ਕੇ ਬਾਰ-ਬਾਰ ਕਿਤੇ ਹੋਰ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਰਥ ਹੋਇਆ ਕਿ ਤੁਹਾਡੀ ਦਿਲਚਸਪੀ ਕਿਤੇ ਹੋਰ ਚੀਜ਼ ਵਿੱਚ ਹੈ। ਧਿਆਨ ਇੱਕ ਅਜਿਹੇ ਮਨ ਦੀ ਮੰਗ ਕਰਦਾ ਹੈ ਜੋ ਬੇਹੱਦ ਚੁਕੰਨਾ ਹੈ। ਜੀਵਨ ਦੀ ਪੂਰੀ ਸਮਝ ਹੀ ਧਿਆਨ ਹੈ, ਜਿਸ ਵਿੱਚ ਕਿਸੇ ਤਰ੍ਹਾਂ ਦੀ ਵੰਡ ਮੁੱਕ ਗਈ ਹੈ। ਵਿਚਾਰਾਂ ਦਾ ਕੰਟਰੋਲ ਧਿਆਨ ਨਹੀਂ ਹੈ, ਕਿਉਂਕਿ ਜਦ ਵਿਚਾਰਾਂ 'ਤੇ ਕੰਟਰੋਲ ਕਰੀਦਾ ਹੈ ਤਾਂ ਇਸ ਨਾਲ ਮਨ ਅੰਦਰ ਟਕਰਾਅ ਪੈਦਾ ਹੁੰਦਾ ਹੈ। ਪਰ ਜੇ ਤੁਸੀਂ ਵਿਚਾਰ ਦੀ ਉਤਪਤੀ ਤੇ ਇਸ ਦੇ ਢਾਂਚੇ ਨੂੰ ਸਮਝਦੇ ਹੋ, ਇਸ ਦੀ ਛਾਣਬੀਨ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਤਾਂ ਵਿਚਾਰ ਲੱਤ ਅੜਾਉਣੀ ਬੰਦ ਕਰ ਦਿੰਦਾ ਹੈ। ਵਿਚਾਰ ਦੀ ਪ੍ਰਕਿਰਿਆ ਦੇ ਪੂਰੇ ਢਾਂਚੇ ਦੀ ਸਮਝ ਆਪਣੇ ਆਪ ਵਿੱਚ ਅਨੁਸ਼ਾਸਨ ਹੈ। ਇਹ ਧਿਆਨ ਹੈ। ਧਿਆਨ ਦਾ ਅਰਥ ਆਪਣੇ ਅੰਦਰ ਉੱਠਣ ਵਾਲੇ ਇੱਕ ਵਿਚਾਰ ਤੇ ਭਾਵ ਦੇ ਪ੍ਰਤੀ ਸਜਗ ਰਹਿਣਾ ਹੈ। ਇਹ ਨਹੀਂ ਕਹਿਣਾ ਕਿ ਵਿਚਾਰ ਚੰਗਾ ਹੈ, ਇਹ ਵਿਚਾਰ ਗਲਤ ਹੈ। ਇਹਨਾਂ ਨੂੰ ਸਿਰਫ ਦੇਖਦੇ ਰਹਿਣਾ ਹੈ, ਨਾਲ ਚੱਲਦੇ ਰਹਿਣਾ ਹੈ। ਇਸ ਨਿਰੀਖਣ ਵਿੱਚ ਤੁਸੀਂ ਵਿਚਾਰ ਤੇ ਭਾਵ ਦੀ ਪੂਰੀ ਗਤੀਵਿਧੀ ਨੂੰ ਸਮਝਣ ਲੱਗਦੇ ਹੋ। ਇਸੇ ਸਜਗਤਾ ਤੋਂ ਹੀ ਮੌਨ ਦਾ ਜਨਮ ਹੁੰਦਾ ਹੈ। ਵਿਚਾਰ ਦੀ ਮਦਦ ਨਾਲ ਜਬਰਨ ਪੈਦਾ ਕੀਤਾ ਗਿਆ ਮੌਨ ਜਾਂ ਇੱਕ ਲਾਸ਼ ਵਾਂਗ ਹੈ, ਪਰ ਜਦੋਂ ਵਿਚਾਰ ਆਪਣੇ ਮੂਲ ਤੇ ਸਰੂਪ ਨੂੰ ਸਮਝ ਲੈਂਦਾ ਹੈ ਕਿ ਜਿੰਨਾ ਮਰਜ਼ੀ ਉੱਚਾ ਉੱਡ ਲਏ, ਰਹਿੰਦਾ ਉਹ ਆਪਣੀ ਹੱਦ ਅੰਦਰ ਹੀ ਹੈ, ਅਤੇ ਇਹ ਕਿ ਇਸ ਦਾ ਸੁਭਾਅ ਹੀ ਪੁਰਾਣਾ ਹੋਣਾ ਹੈ ਅਤੇ ਵਿਚਾਰ ਕਦੀ ਵੀ ਤੇ ਕੁਝ ਵੀ ਨਵਾਂ ਨਹੀਂ ਜਨਮ ਸਕਦਾ, ਤੇ ਇਸ ਸਮਝ ਤੋਂ ਜਿਹੜੇ ਮੌਨ ਦਾ ਜਨਮ ਹੁੰਦਾ ਹੈ ਉਹੀ ਧਿਆਨ ਹੈ। ਇਸ ਧਿਆਨ ਵਿੱਚ ਧਿਆਨੀ ਦਾ ਵਜੂਦ ਨਹੀਂ ਰਹਿੰਦਾ ਤੇ ਮਨ ਆਪਣੇ ਵਿੱਚੋਂ ਅਤੀਤ ਨੂੰ ਕੱਢ ਸੁੱਟਦਾ ਹੈ। ਜੇ ਤੁਸੀਂ 1 ਘੰਟੇ ਲਈ ਵੀ ਇਸ ਕਿਤਾਬ ਨੂੰ ਧਿਆਨ ਨਾਲ ਪੜ੍ਹਿਆ ਹੈ ਤਾਂ ਇਹ ਧਿਆਨ ਹੈ, ਪਰ ਜੇ ਤੁਸੀਂ ਇਸ ਕਿਤਾਬ 'ਚੋਂ ਕੁਝ ਸ਼ਬਦ ਹੀ ਚੁਣੇ ਹਨ ਤੇ ਬਾਅਦ ਵਿੱਚ ਸੋਚ ਵਿਚਾਰ ਕਰਨ ਲਈ ਕੁਝ ਵਿਚਾਰ ਇਕੱਠੇ ਕਰ ਲਏ ਹਨ ਤਾਂ ਇਹ ਧਿਆਨ ਨਹੀਂ ਹੈ। ਧਿਆਨ ਮਨ ਦੀ ਉਸ ਹਾਲਤ ਹੈ ਜਿਸ ਵਿੱਚ ਮਨ ਹਰ ਚੀਜ਼ ਨੂੰ ਉਸ ਦੇ ਪੂਰੇ ਰੂਪ ਵਿੱਚ ਜਾਗਦਾ ਹੋਇਆ ਤੇ ਪੂਰੀ ਹੋਸ਼ ਨਾਲ ਦੇਖਦਾ ਹੈ। ਤੁਹਾਨੂੰ ਜਾਗਣਾ, ਸੁਚੇਤ ਰਹਿਣਾ ਤੇ ਹੋਸ਼ ਵਿੱਚ ਹੋਣਾ ਕੋਈ ਸਿਖਾ ਨਹੀਂ ਸਕਦਾ। ਜੇ ਤੁਸੀਂ ਇਹ ਕਿਸੇ ਖਾਸ ਤਰੀਕੇ ਨਾਲ ਸਿੱਖ ਰਹੇ ਹੋ ਤਾਂ ਤੁਸੀਂ ਤਰੀਕੇ ਦੇ ਪ੍ਰਤੀ ਤਾਂ ਸਜਗ ਹੋ ਸਕਦੇ ਹੋ, ਪਰ ਇਹ ਧਿਆਨ ਨਹੀਂ ਹੈ। ਧਿਆਨ ਜੀਵਨ ਦੀਆਂ ਮਹਾਨਤਮ ਕਲਾਵਾਂ ਵਿੱਚੋਂ ਇੱਕ ਹੈ, ਸ਼ਾਇਦ ਸਭ ਨੂੰ ਹੀ ਮਹਾਨ, ਅਤੇ ਇਸ ਨੂੰ ਕਿਸੇ ਕੋਲੋਂ ਸਿੱਖਣਾ ਸੰਭਵ ਨਹੀਂ ਹੈ। ਇਹੋ ਇਸ ਦੀ ਸੁੰਦਰਤਾ ਹੈ। ਇਸ ਦੀ ਕੋਈ ਤਰਕੀਬ ਨਹੀਂ ਹੁੰਦੀ, ਇਸ ਦਾ ਕੋਈ ਮਾਸਟਰ ਨਹੀਂ ਹੁੰਦਾ। ਜਦ ਤੁਸੀਂ ਆਪਣੇ ਆਪ ਦਾ ਨਿਰੀਖਣ ਕਰਦੇ ਹੋਏ ਆਪਣੇ ਬਾਰੇ ਸਿੱਖਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਖਾਂਦੇ ਪੀਂਦੇ ਹੋ, ਕਿਸ ਢੰਗ ਨਾਲ ਤੁਸੀਂ ਚੱਲਦੇ ਫਿਰਦੇ ਹੋ, ਕਿਸ ਤਰ੍ਹਾਂ ਦੀ ਗੱਲਬਾਤ ਤੇ ਗੱਪਸ਼ਪ ਕਰਦੇ ਹੋ, ਕਿਸ ਤਰ੍ਹਾਂ ਤੁਸੀਂ ਨਫ਼ਰਤ ਤੇ ਈਰਖਾ ਕਰਦੇ ਹੋ, ਜਾਂ ਤੁਸੀਂ ਆਪਣੇ ਅੰਦਰ ਦੇ ਬਾਹਰ ਦੀਆਂ ਸਾਰੀਆਂ ਗੱਲਾਂ ਬਾਰੇ ਬਿਨਾਂ ਕਿਸੇ ਚੋਣ ਤੋਂ ਸਜਗ ਤੇ ਸੁਚੇਤ ਹੁੰਦੇ ਹੋ, ਤਾਂ ਧਿਆਨ ਦਾ ਹੀ ਇੱਕ ਅੰਗ ਹੈ। ਇਸ ਕਰਕੇ ਧਿਆਨ ਕਿਤੇ ਵੀ ਤੇ ਕਦੋਂ ਵੀ ਹੋ ਸਕਦਾ ਹੈ। ਜਦ ਤੁਸੀਂ ਕਿਸੇ ਬੱਸ 'ਚ ਬੈਠੇ ਸਫ਼ਰ ਕਰ ਰਹੇ ਹੋ, ਜਾਂ ਧੁੱਪੇ ਜਾਂ ਸ਼ਾਮੀ ਜੰਗਲ ਵਿੱਚ ਟਹਿਲ ਰਹੇ ਹੋ, ਜਦੋਂ ਤੁਸੀਂ ਪੰਛੀਆਂ ਦੇ ਗੀਤਾਂ ਨੂੰ ਸੁਣ ਰਹੇ ਹੁੰਦੇ ਹੋ, ਜਾਂ ਜਦ ਤੁਸੀਂ ਆਪਣੀ ਪਤਨੀ ਜਾਂ ਬੱਚਿਆਂ ਦੇ ਚਿਹਰੇ ਦੇਖ ਰਹੇ ਹੁੰਦੇ ਹੋ। ਇਸ ਧਿਆਨ ਦੀ ਸਮਝ ਵਿੱਚ ਹੀ ਪ੍ਰੇਮ ਦਾ ਬੂਟਾ ਪੁੰਗਰਦਾ ਹੈ। ਪ੍ਰੇਮ ਦਾ ਸੰਬੰਧ ਨਾ ਕਿਸੇ ਆਦਤ ਨਾਲ ਹੈ, ਨਾ ਨਕਲ ਨਾਲ, ਨਾ ਕਿਸੇ ਤਰੀਕੇ ਨਾਲ ਜਾਂ ਪ੍ਰਣਾਲੀ ਨਾਲ। ਪ੍ਰੇਮ ਵਿਚਾਰ ਦੀ ਹੀ ਪੈਦਾਇਸ਼ ਨਹੀਂ ਹੈ। ਪ੍ਰੇਮ ਤਾਂ ਹੀ ਪੈਦਾ ਹੋ ਸਕਦਾ ਹੈ ਜਦ ਪੂਰਨ ਮੌਨ ਹੋਵੇ, ਅਜਿਹਾ ਮੌਨ ਜਿਸ ਵਿੱਚ ਧਿਆਨੀ ਪੂਰੀ ਤਰ੍ਹਾਂ ਗੈਰ ਮੌਜੂਦ ਹੋਵੇ। ਮਨ ਤਾਂ ਹੀ ਮੌਨ ਤੇ ਚੁੱਪ ਹੋ ਸਕਦਾ ਹੈ ਜਦ ਉਹ ਵਿਚਾਰ ਤੇ ਭਾਵ ਦੇ ਰੂਪ ਵਿੱਚ ਆਪਣੀ ਸਾਰੀ ਗਤੀਵਿਧੀ ਨੂੰ ਸਮਝ ਲੈਂਦਾ ਹੈ।
ਵਿਚਾਰ ਤੇ ਭਾਵ ਦੀ ਗਤੀਵਿਧੀ ਨੂੰ ਸਮਝਣਾ ਤਾਂ ਹੀ ਸੰਭਵ ਹੈ ਜੇ ਇਹਨਾਂ ਦਾ ਨਿਰੀਖਣ ਕਰਦੇ ਸਮੇਂ ਇਹਨਾਂ ਦੀ ਨਿੰਦਿਆ ਨਾ ਕੀਤੀ ਜਾਵੇ। ਇਸ ਤਰ੍ਹਾਂ ਨਿਰੀਖਣ ਤੇ ਅਵਲੋਕਨ ਕਰਨਾ ਹੀ ਅਨੁਸ਼ਾਸਨ ਹੈ। ਇਸ ਤਰ੍ਹਾਂ ਦਾ ਅਨੁਸ਼ਾਸਨ ਆਜ਼ਾਦ ਤੇ ਸੁਭਾਵਿਕ ਹੁੰਦਾ ਹੈ। ਇਹ ਨੇਮਬੱਧਤਾ ਵਾਲਾ ਅਨੁਸ਼ਾਸਨ ਨਹੀਂ ਹੈ। ਇਸ ਪੂਰੀ ਕਿਤਾਬ ਵਿੱਚ ਜੋ ਸਾਡੀ ਮਨਸ਼ਾ ਰਹੀ ਹੈ ਉਹ ਹੈ ਖੁਦ ਆਪਣੇ ਅੰਦਰ ਤੇ ਆਪਣੇ ਪੂਰੇ ਜੀਵਨ ਵਿੱਚ ਇੱਕ ਮੁਕੰਮਲ ਕ੍ਰਾਂਤੀ ਲਿਆਉਣਾ, ਜਿਸ ਦਾ ਸਮਾਜਿਕ ਢਾਂਚੇ ਨਾਲ ਕੁਝ ਲੈਣਾ ਦੇਣਾ ਨਹੀਂ। ਅਜੋਕਾ ਸਮਾਜ ਤਾਂ ਇੱਕ ਡਰਾਉਣੀ ਚੀਜ਼ ਹੈ ਜਿਸ ਵਿੱਚ ਯੁੱਧਾਂ ਤੇ ਹਮਲਿਆਂ ਦਾ, ਭਾਵੇਂ ਇਹ ਹਮਲੇ ਵਿਸਥਾਰਵਾਦੀ ਹੋਣ ਜਾਂ ਬਚਾਵਵਾਦੀ, ਅੰਤਹੀਨ ਸਿਲਸਿਲਾ ਕਾਇਮ ਹੈ। ਸਾਨੂੰ ਇੱਕ ਬਿਲਕੁਲ ਨਵੀਂ ਚੀਜ਼ ਅਰਥਾਤ ਆਦਮੀ ਦੇ ਚਿੱਤ ਵਿੱਚ ਇੱਕ ਪੂਰਨ ਕ੍ਰਾਂਤੀ ਅਤੇ ਰੂਪਾਂਤਰਨ ਦੀ ਜ਼ਰੂਰਤ ਹੈ। ਪੁਰਾਣਾ ਦਿਮਾਗ ਸੰਬੰਧਾਂ ਦੇ ਮਨੁੱਖੀ ਮਸਲੇ ਦਾ ਹੱਲ ਨਹੀਂ ਕਰ ਸਕਦਾ। ਪੁਰਾਣਾ ਦਿਮਾਗ ਤੇ ਏਸ਼ੀਆਈ, ਯੂਰਪੀ, ਅਮਰੀਕੀ ਤੇ ਅਫਰੀਕੀ ਬਣਿਆ ਬੈਠਾ ਹੈ। ਇਸ ਕਰਕੇ ਅਸੀਂ ਖੁਦ ਨੂੰ ਇੱਕ ਮੌਲਿਕ ਸਵਾਲ ਕਰ ਰਹੇ ਹਾਂ ਕਿ ਕੀ ਖੁਦ ਦਿਮਾਗ ਦੀਆਂ ਕੋਸ਼ਿਕਾਵਾਂ ਵਿੱਚ ਬੁਨਿਆਦੀ ਪਰਿਵਰਤਨ ਲਿਆਉਣਾ ਸੰਭਵ ਹੈ? ਹੁਣ ਜਦ ਕਿ ਅਸੀਂ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸਮਝ ਲਿਆ ਹੈ ਤਾਂ ਅਸੀਂ ਇੱਕ ਵਾਰ ਫਿਰ ਪੁੱਛਦੇ ਹਾਂ ਕਿ ਕੀ ਇਹ ਸੰਭਵ ਹੈ ਕਿ ਇੱਕ ਆਦਮੀ ਜੋ ਸਧਾਰਨ ਜਿਹਾ ਜੀਵਨ ਬਤੀਤ ਕਰ ਰਿਹਾ ਹੈ, ਇਸ ਨਿਰਦਈ, ਪੱਥਰ ਦਿਲ ਤੇ ਹਿੰਸਕ ਸੰਸਾਰ ਵਿੱਚ, ਉਸ ਸੰਸਾਰ ਵਿੱਚ ਜੋ ਦਿਨ ਪ੍ਰਤੀ ਦਿਨ ਜਿੰਨਾ ਸਮਰੱਥ ਕੁਸ਼ਲ ਹੋ ਰਿਹਾ ਹੈ ਉਨਾ ਹੀ ਜ਼ਿਆਦਾ ਨਿਰਦਈ ਤੇ ਕਠੋਰ ਵੀ ਹੋਈ ਜਾ ਰਿਹਾ ਹੈ, ਕੀ ਉਸ ਆਦਮੀ ਲਈ ਇਹ ਸੰਭਵ ਹੈ ਕਿ ਉਹ ਨਾ ਕੇਵਲ ਆਪਣੇ ਬਾਹਰੀ ਸੰਬੰਧਾਂ ਵਿੱਚ ਸਗੋਂ ਆਪਣੇ ਵਿਚਾਰਾਂ, ਭਾਵਨਾਵਾਂ, ਕਿਰਿਆਵਾਂ ਤੇ ਪ੍ਰਤੀਕਿਰਿਆਵਾਂ ਦੇ ਪੂਰੇ ਖੇਤਰ ਵਿੱਚ ਇੱਕ ਕ੍ਰਾਂਤੀ ਲੈ ਆਵੇ? ਤੁਸੀਂ ਇਸ ਸੰਸਾਰ ਵਿੱਚ ਹਰ ਰੋਜ਼ ਆਪਣੇ ਚਾਰੇ ਪਾਸੇ ਅਜਿਹੀਆਂ ਭਿਆਨਕ ਘਟਨਾਵਾਂ ਦੇਖਦੇ ਪੜ੍ਹਦੇ ਹੋ ਜੋ ਮਨੁੱਖ ਅੰਦਰ ਮੌਜੂਦ ਹਿੰਸਾ ਦਾ ਨਤੀਜਾ ਹਨ। ਤੁਸੀਂ ਕਹਿ ਸਕਦੇ ਹੋ ਕਿ ਮੈਂ ਇਸ ਸੰਬੰਧ ਵਿੱਚ ਕਰ ਹੀ ਕੀ ਸਕਦਾ ਹਾਂ, ਜਾਂ ਕਿ ਸੰਸਾਰ ਨੂੰ ਪ੍ਰਭਾਵਿਤ ਕਰਨਾ ਮੇਰੇ ਵੱਸ ਵਿੱਚ ਨਹੀਂ ਹੈ। ਮੈਂ ਸਮਝਦਾ ਹਾਂ ਕਿ ਤੁਸੀਂ ਪ੍ਰਚੰਡ ਰੂਪ ਵਿੱਚ ਇਸ ਸੰਸਾਰ ਨੂੰ ਪ੍ਰਭਾਵਿਤ ਕਰ ਸਕਦੇ ਹੋ ਜੇ ਤੁਸੀਂ ਖੁਦ ਆਪਣੇ ਅੰਦਰੋਂ ਹਿੰਸਕ ਨਹੀਂ ਹੋ। ਜੇ ਤੁਸੀਂ ਆਪ ਰੋਜ਼ਾਨਾ ਇੱਕ ਸੱਚਮੁੱਚ ਦਾ ਸ਼ਾਂਤ ਜੀਵਨ ਜੀ ਰਹੇ ਹੋ, ਇੱਕ ਅਜਿਹਾ ਜੀਵਨ ਜੋ ਲਾਗਤਬਾਜ਼ੀ, ਈਰਖਾ ਤੇ ਲੋਭ ਲਾਲਚ ਤੋਂ ਪ੍ਰੇਰਿਤ ਨਹੀਂ ਹੈ, ਇੱਕ ਅਜਿਹਾ ਜੀਵਨ ਜੋ ਦੁਸ਼ਮਣੀ ਪੈਦਾ ਨਹੀਂ ਕਰਦਾ, ਇੱਕ ਛੋਟੀ ਜਿਹੀ ਚਿੰਗਾਰੀ ਜਵਾਲਾ ਬਣ ਸਕਦੀ ਹੈ। ਅਸੀਂ ਆਪਣੀਆਂ ਸਵੈ ਕੇਂਦਰਿਤ ਕਿਰਿਆਵਾਂ ਨਾਲ, ਆਪਣੀਆਂ ਨਫ਼ਰਤਾਂ, ਲਾਗਤਬਾਜ਼ੀਆਂ ਤੇ ਕੌਮੀ ਭਾਵਨਾਵਾਂ ਨਾਲ ਸੰਸਾਰ ਨੂੰ ਅਰਾਜਕਤਾ ਦੇ ਵਰਤਮਾਨ ਕੰਗਾਰ ਤੇ ਲਿਆ ਖੜਾ ਕੀਤਾ ਹੈ। ਅਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਇਸ ਸੰਬੰਧ ਵਿੱਚ ਕਰ ਹੀ ਕੀ ਸਕਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਅੰਦਰ ਦੀ ਮਾੜੀ ਹਾਲਤ ਨੂੰ ਪੱਕੀ ਤੇ ਸਥਾਈ ਸੱਚਾਈ ਮੰਨੀ ਬੈਠੇ ਹਾਂ। ਅਸਲੀਅਤ ਇਹ ਹੈ ਕਿ ਸਾਡੇ ਕਾਰਨ ਹੀ ਇਹ ਸੰਸਾਰ ਛਿੰਨ ਭਿੰਨ ਹੋ ਰਿਹਾ ਹੈ, ਟੁਕੜੇ ਟੁਕੜੇ ਹੋ ਰਿਹਾ ਹੈ। ਜੇ ਅਸੀਂ ਆਪ ਟੁੱਟੇ ਹੋਏ ਹਾਂ, ਖੰਡਿਤ ਹਾਂ, ਤਾਂ ਸਾਡਾ ਸੰਸਾਰ ਨਾਲ ਸੰਬੰਧ ਵੀ ਖੰਡਿਤ ਹੀ ਹੋਏਗਾ। ਪਰ ਜੇ ਅਸੀਂ ਆਪਣੇ ਹਰ ਕਰਮ ਨੂੰ ਪੂਰੀ ਸ਼ਿੱਦਤ ਨਾਲ ਕਰੀਏ ਤਾਂ ਸੰਸਾਰ ਸਾਡੇ ਨਾਲ, ਸਾਡੇ ਸੰਬੰਧਾਂ ਵਿੱਚ ਇੱਕ ਪ੍ਰਚੰਡ ਕ੍ਰਾਂਤੀ ਆ ਜਾਂਦੀ ਹੈ। ਕਿਸੇ ਵੀ ਸਾਰਥਕ ਗਤੀਵਿਧੀ ਜਾਂ ਮਹੱਤਵਪੂਰਨ ਬਦਲਾਵ ਦੀ ਸ਼ੁਰੂਆਤ ਸਾਡੇ ਚੋਂ ਹਰੇਕ ਆਦਮੀ ਦੇ ਅੰਦਰੋਂ ਹੋਣੀ ਚਾਹੀਦੀ ਹੈ। ਪਹਿਲਾਂ ਮੈਨੂੰ ਖੁਦ ਬਦਲਣਾ ਪਵੇਗਾ। ਮੈਨੂੰ ਦੇਖਣਾ ਚਾਹੀਦਾ ਹੈ ਕਿ ਸੰਸਾਰ ਮੇਰੇ ਰਿਸ਼ਤੇ ਦਾ ਸਰੂਪ ਤੇ ਢਾਂਚਾ ਕੀ ਹੈ। ਇਸ ਦੇਖਣ ਵਿੱਚ ਹੀ ਕਰਨਾ ਲੁਕਿਆ ਹੈ। ਇਸ ਤਰ੍ਹਾਂ ਸੰਸਾਰ ਵਿੱਚ ਜਿਉਣ ਵਾਲੇ ਇੱਕ ਆਦਮੀ ਦੇ ਨਾਤੇ ਮੈਂ ਆਪਣੇ ਅੰਦਰ ਇੱਕ ਨਵੀਂ ਤੇ ਵੱਖਰੀ ਗੁਣਵੱਤਾ ਦੀ ਜ਼ਰੂਰਤ ਮਹਿਸੂਸ ਕਰਦਾ ਹਾਂ ਅਤੇ ਮੇਰੀ ਨਜ਼ਰ ਵਿੱਚ ਇਹ ਗੁਣਵੱਤਾ ਇੱਕ ਧਾਰਮਿਕ ਮਨ ਦੀ ਗੁਣਵੱਤਾ ਹੈ। ਇੱਕ ਧਾਰਮਿਕ ਮਨ ਧਰਮ ਵਿੱਚ ਵਿਸ਼ਵਾਸ ਕਰਨ ਵਾਲੇ ਮਨ ਤੋਂ ਹਮੇਸ਼ਾ ਵੱਖਰਾ ਹੁੰਦਾ ਹੈ। ਜੇ ਤੁਸੀਂ ਅਸਲ ਵਿੱਚ ਧਾਰਮਿਕ ਹੋ ਤਾਂ ਤੁਸੀਂ ਹਿੰਦੂ, ਮੁਸਲਮਾਨ, ਈਸਾਈ ਜਾਂ ਬੋਧੀ ਕਦੇ ਨਹੀਂ ਹੋ ਸਕਦੇ। ਇੱਕ ਧਾਰਮਿਕ ਮਨ ਦਾ ਅਰਥ ਹੈ ਜਿਸ ਦੀ ਸਾਰੀ ਖੋਜਬੀਨ ਤੇ ਦੌੜ ਭੱਜ ਖਤਮ ਹੋ ਗਈ ਹੈ।
ਇੱਕ ਧਾਰਮਿਕ ਮਨ ਸੱਚ ਨਾਲ ਤਜਰਬੇ ਨਹੀਂ ਕਰਦਾ। ਸੱਚ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਤੁਹਾਡੇ ਦੁੱਖ ਸੁੱਖ ਤੇ ਇਸ਼ਾਰਿਆਂ ਤੇ ਚੱਲੇ ਜਾਂ ਤੁਹਾਡੇ ਫਿਰਕੂ ਸੰਸਾਰਾਂ ਦੇ ਪਿੱਛੇ ਪਿੱਛੇ ਚੱਲੇ। ਸੰਸਕਾਰ ਭਾਵੇਂ ਹਿੰਦੂ ਹੋਣ ਭਾਵੇਂ ਕੁਝ ਹੋਰ, ਇੱਕ ਧਾਰਮਿਕ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ ਡਰ ਦਾ ਕੋਈ ਨਾਮੋ ਨਿਸ਼ਾਨ ਨਹੀਂ। ਇਸ ਕਰਕੇ ਉੱਥੇ ਕੋਈ ਧਾਰਮਿਕ ਆਸਥਾ ਤੇ ਵਿਸ਼ਵਾਸ ਵੀ ਨਹੀਂ ਹੈ। ਮਨ ਦੀ ਇਸ ਧਾਰਮਿਕ ਅਵਸਥਾ ਵਿੱਚ ਤਾਂ ਸਿਰਫ ਉਹੀ ਬਚਿਆ ਹੈ ਜੋ ਅਸਲ ਹੈ। ਧਾਰਮਿਕ ਮਨ ਵਿੱਚ ਸਿਰਫ ਮੌਨ ਹੀ ਰਹਿ ਜਾਂਦਾ ਹੈ। ਇਸ ਦੀ ਚਰਚਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇੱਕ ਮੌਨ ਸੋਚ ਵਿਚਾਰ ਦਾ ਸਿੱਟਾ ਨਹੀਂ, ਸਗੋਂ ਸਜਗਤਾ ਦਾ ਸਹਿਜ ਫਲ ਹੈ। ਅਰਥਾਤ ਇਹ ਮੌਨ ਹੈ ਉਹ ਧਿਆਨ ਹੈ ਜਿਸ ਵਿੱਚ ਧਿਆਨੀ ਬਚਦਾ ਹੀ ਨਹੀਂ। ਇਸ ਮੌਨ ਦੇ ਅੰਦਰ ਅਜਿਹੀ ਊਰਜਾ ਮੌਜੂਦ ਹੈ ਜੋ ਸੰਘਰਸ਼ ਤੇ ਦਵੰਦ ਤੋਂ ਬਿਲਕੁਲ ਆਜ਼ਾਦ ਹੈ। ਇਹ ਊਰਜਾ ਕਿਰਿਆ ਹੈ, ਗਤੀਵਿਧੀ ਹੈ। ਸਭ ਕਿਰਿਆਵਾਂ ਇੱਕ ਪ੍ਰਕਾਰ ਤੇ ਗਤੀ ਹਨ, ਊਰਜਾ ਹਨ। ਸਾਰੀ ਇੱਛਾ ਤੇ ਵਾਸਨਾ ਊਰਜਾ ਹੈ। ਸਭ ਵਿਚਾਰ ਤੇ ਭਾਵ ਊਰਜਾ ਹਨ। ਸੰਪੂਰਨ ਜੀਵਨ ਊਰਜਾ ਹੈ। ਜਿਉਣਾ ਊਰਜਾ ਹੈ। ਜੇ ਇਸ ਊਰਜਾ ਨੂੰ ਵਹਿਣ ਦਿੱਤਾ ਜਾਵੇ ਬਿਨਾਂ ਸੰਘਰਸ਼ ਤੋਂ, ਵਿਰੋਧ ਅਤੇ ਰੁਕਾਵਟਾਂ ਤੋਂ, ਤਾਂ ਇਹ ਊਰਜਾ ਅਨੰਤ ਤੇ ਅਸੀਮ ਹੋ ਜਾਂਦੀ ਹੈ। ਜਦ ਕੋਈ ਰੁਕਾਵਟ ਨਹੀਂ, ਕੋਈ ਰੋੜਾ ਅੜਿੱਕਾ ਨਹੀਂ, ਤਾਂ ਊਰਜਾ ਦੀ ਕੋਈ ਸੀਮਾ ਨਹੀਂ ਹੁੰਦੀ। ਰੁਕਾਵਟਾਂ ਅੜਚਨਾਂ ਕਾਰਨ ਹੀ ਊਰਜਾ ਸੀਮਾਵਾਂ ਵਿੱਚ ਵੱਧ ਜਾਂਦੀ ਹੈ। ਇਸ ਗੱਲ ਨੂੰ ਦੇਖਣ ਸਮਝਣ ਬਾਵਜੂਦ ਵੀ ਆਦਮੀ ਸਦਾ ਇਸ ਊਰਜਾ ਦੇ ਰਾਹ ਵਿੱਚ ਰੁਕਾਵਟਾਂ ਕਿਉਂ ਖੜੀਆਂ ਕਰਦਾ ਹੈ? ਇਹ ਪ੍ਰਭਾਵ ਤੇ ਗਤੀ ਜਿਸ ਨੂੰ ਅਸੀਂ ਜੀਵਨ ਕਹਿੰਦੇ ਹਾਂ, ਇਸ ਦੇ ਰਾਹ ਵਿੱਚ ਆਦਮੀ ਰੁਕਾਵਟਾਂ ਕਿਉਂ ਖੜੀ ਕਰਦਾ ਹੈ? ਸ਼ੁੱਧ ਊਰਜਾ, ਅਸੀਮ ਊਰਜਾ ਉਸ ਲਈ ਕੀ ਸਿਰਫ ਇੱਕ ਵਿਚਾਰ ਹੀ ਹੈ? ਕੀ ਇਸ ਦੀ ਉਸ ਲਈ ਕੋਈ ਅਸਲੀਅਤ ਨਹੀਂ? ਆਪਣੇ ਅੰਦਰ ਇੱਕ ਪੂਰਨ ਕ੍ਰਾਂਤੀ ਲਿਆਉਣ ਲਈ, ਦੇਖਣ ਲਈ, ਜਾਂਚ ਪੜਤਾਲ ਕਰਨ ਲਈ ਤੇ ਕੁਝ ਵੀ ਕਰਨ ਲਈ ਸਾਡੇ ਕੋਲ ਊਰਜਾ ਦਾ ਹੋਣਾ ਜ਼ਰੂਰੀ ਹੈ। ਜਦ ਕਿਤੇ ਵੀ ਸਾਡੇ ਸੰਬੰਧਾਂ ਵਿੱਚ ਅੜਚਨਾਂ ਖੜੀਆਂ ਹੁੰਦੀਆਂ ਹਨ, ਚਾਹੇ ਪਤੀ ਪਤਨੀ ਵਿੱਚ, ਆਦਮੀ ਤੇ ਆਦਮੀ ਵਿੱਚ, ਇੱਕ ਗਰੁੱਪ ਤੇ ਦੂਜੇ ਗਰੁੱਪ ਵਿਚਕਾਰ, ਇੱਕ ਕੌਮ ਤੇ ਦੂਜੀ ਕੌਮ ਵਿਚਕਾਰ, ਇੱਕ ਵਿਚਾਰਧਾਰਾ ਤੇ ਦੂਜੀ ਵਿਚਾਰਧਾਰਾ ਵਿਚਕਾਰ, ਅਰਥਾਤ ਜਦੋਂ ਵੀ ਕਿਤੇ ਵੀ ਕਿਸੇ ਤਰ੍ਹਾਂ ਦੀ ਅੰਦਰੂਨੀ ਰੁਕਾਵਟ ਜਾਂ ਬਾਹਰੀ ਸੰਘਰਸ਼ ਹੁੰਦਾ ਹੈ, ਚਾਹੇ ਉਹ ਜਿੰਨਾ ਮਰਜ਼ੀ ਸੂਖਮ ਕਿਉਂ ਨਾ ਹੋਵੇ, ਤਾਂ ਊਰਜਾ ਦਾ ਨਾਸ਼ ਤਾਂ ਹੁੰਦਾ ਹੀ ਹੈ। ਜਦ ਤੱਕ ਦ੍ਰਿਸ਼ਟਾ ਤੇ ਦ੍ਰਿਸ਼ਟ ਦੇ ਵਿੱਚ ਸਮੇਂ ਦਾ ਅੰਤਰਾਲ ਮੌਜੂਦ ਹੈ, ਇਹ ਅੰਤਰਾਲਾਂ ਖੜੀਆਂ ਕਰਦਾ ਹੈ ਅਤੇ ਇਸ ਲਈ ਊਰਜਾ ਦਾ ਨਾਸ਼ ਤਾਂ ਲਾਜ਼ਮੀ ਹੈ। ਜਦ ਦ੍ਰਿਸ਼ਟਾ ਹੀ ਦ੍ਰਿਸ਼ ਹੋ ਜਾਂਦਾ ਹੈ, ਅਰਥਾਤ ਜਦੋਂ ਸਮੇਂ ਦਾ ਅੰਤਰਾਲ ਪੂਰੀ ਤਰ੍ਹਾਂ ਮਿਟ ਜਾਂਦਾ ਹੈ, ਉਦੋਂ ਇਹ ਊਰਜਾ ਆਪਣੇ ਸਿਖਰਲੇ ਬਿੰਦੂ ਦੇ ਇਰਦ ਗਿਰਦ ਇਕੱਠੀ ਹੋ ਜਾਂਦੀ ਹੈ। ਫਿਰ ਉਸ ਊਰਜਾ ਦਾ ਕੋਈ ਉਦੇਸ਼ ਨਹੀਂ ਹੁੰਦਾ ਤੇ ਉਦੋਂ ਇਹ ਊਰਜਾ ਆਪਣਾ ਕੰਮ ਕਰਨ ਦਾ ਰਾਹ ਖੁਦ ਲੱਭ ਲੈਂਦੀ ਹੈ, ਕਿਉਂਕਿ ਉਦੋਂ ਮੈਂ ਮੌਜੂਦ ਨਹੀਂ ਹੁੰਦਾ। ਅਸੀਂ ਜਿਸ ਬੁਰੀ ਹਾਲਤ ਤੇ ਉਲਝਣ ਵਿੱਚ ਜਿਉਂਦੇ ਹਾਂ, ਉਸ ਨੂੰ ਸਮਝਣ ਲਈ ਸਾਡੇ ਕੋਲ ਰੱਜ ਕੇ ਊਰਜਾ ਹੋਣੀ ਚਾਹੀਦੀ ਹੈ ਅਤੇ ਇਹ ਭਾਵ ਕਿ ਮੈਂ ਵਾਕਿਆ ਹੀ ਸਮਝਣਾ ਚਾਹੁੰਦਾ ਹਾਂ। ਇਸ ਨਾਲ ਖੋਜਣ ਲਈ ਲੋੜੀਂਦੀ ਸ਼ਕਤੀ ਮਿਲਦੀ ਹੈ, ਪਰ ਖੋਜਣ ਤੇ ਲੱਭਣ ਦਾ ਮਤਲਬ ਸਮਾਂ ਦੇਣਾ ਹੈ। ਜਿਵੇਂ ਕਿ ਅਸੀਂ ਦੇਖਿਆ ਹੈ ਕਿ ਮਨ ਨੂੰ ਸੰਸਕਾਰਾਂ ਤੋਂ ਖਾਲੀ ਕਰਨਾ ਤਾਂ ਇਹ ਕੰਮ ਹੌਲੀ ਹੌਲੀ ਨਹੀਂ ਹੁੰਦਾ। ਵਕਤ ਲਾਉਣਾ ਇਸ ਦਾ ਸਹੀ ਤਰੀਕਾ ਨਹੀਂ ਹੈ। ਅਸੀਂ ਭਾਵੇਂ ਜਵਾਨ ਹੋਈਏ ਭਾਵੇਂ ਬੁੱਢੇ, ਸਿਰਫ ਹੁਣੇ ਹੀ ਜੀਵਨ ਦੀ ਪੂਰੀ ਪ੍ਰਕਿਰਿਆ ਨੂੰ ਵੱਖਰੀ ਦਿਸ਼ਾ ਦਿੱਤੀ ਜਾ ਸਕਦੀ ਹੈ। ਅਸੀਂ ਜੋ ਹਾਂ ਉਸ ਦੇ ਬਿਲਕੁਲ ਵਿਪਰੀਤ ਦੀ ਖੋਜ ਵੀ ਸਹੀ ਰਸਤਾ ਨਹੀਂ ਹੈ। ਕਿਸੇ ਫਿਲਾਸਫਰ, ਗੁਰੂ ਜਾਂ ਸਾਧੂ ਸੰਨਿਆਸੀ ਜਾਂ ਕਿਸੇ ਵੀ ਤਰੀਕੇ ਰਾਹੀਂ ਥੋਪਿਆ ਗਿਆ ਓਪਰਾ ਅਨੁਸ਼ਾਸਨ ਵੀ ਠੀਕ ਰਸਤਾ ਨਹੀਂ ਹੈ। ਇਹ ਸਭ ਤਾਂ ਬਚਕਾਨੀਆਂ ਗੱਲਾਂ ਨੇ। ਜਦ ਅਸੀਂ ਇਹਨਾਂ ਸਭ ਗੱਲਾਂ ਨੂੰ ਬੋਧ ਨਾਲ ਭਰ ਕੇ ਮਹਿਸੂਸ ਕਰਦੇ ਹਾਂ ਤੇ ਅਸੀਂ ਆਪਣੇ ਆਪ ਤੋਂ ਪੁੱਛਦੇ ਹਾਂ, ਸਦੀਆਂ ਪੁਰਾਣਾ ਸੰਸਕਾਰ ਤੇ ਇਸ ਦੀਵਾਰ ਤੇ ਰੁਕਾਵਟ ਨੂੰ ਤਤਕਾਲ ਪਾਰ ਕਰਨਾ ਤੇ ਦੂਜੇ ਸੰਸਕਾਰਾਂ ਦੇ ਜਾਲ ਵਿੱਚ ਨਾ ਉਲਝਣਾ, ਸਗੋਂ ਸਦਾ ਮੁਕਤ ਰਹਿਣਾ, ਤਾਂ ਕਿ ਸਾਡਾ ਮਨ ਇੱਕਦਮ ਨਵਾਂ, ਜੀਵਤ
ਤੀਬਰ ਸੰਵੇਦਨਸ਼ੀਲ ਸਜਗ ਅਤੇ ਸક્ષਮ ਹੋ ਸਕੇ। ਕੀ ਇਹ ਸੰਭਵ ਹੈ? ਅਤੇ ਇਹੀ ਸਾਡਾ ਮਸਲਾ ਹੈ, ਕੋਈ ਹੋਰ ਮਸਲਾ ਹੈ ਹੀ ਨਹੀਂ। ਮਨ ਜਦ ਨਵਾਂ ਹੋ ਜਾਂਦਾ ਹੈ, ਜਾਨੀ ਇਸ ਦਾ ਪੂਰਾ ਕਾਇਆਕਲਪ ਹੋ ਜਾਂਦਾ ਹੈ, ਤਾਂ ਇਹ ਕਿਸੇ ਵੀ ਮਾਮਲੇ ਦਾ ਸਾਹਮਣਾ ਤੇ ਹੱਲ ਖੁਦ ਕਰ ਸਕਦਾ ਹੈ। ਅਤੇ ਇਹੋ ਇੱਕ ਮਾਤਰ ਸਵਾਲ ਹੈ ਜੋ ਅਸੀਂ ਆਪਣੇ ਆਪ ਤੋਂ ਪੁੱਛਣਾ ਹੈ। ਪਰ ਅਸੀਂ ਤੇ ਆਪਣੇ ਆਪ ਤੋਂ ਪੁੱਛਦੇ ਹੀ ਨਹੀਂ, ਅਸੀਂ ਚਾਹੁੰਦੇ ਹਾਂ ਕਿ ਕੋਈ ਸਾਨੂੰ ਦੱਸ ਦੇਵੇ। ਸਾਡੀ ਮਨੋਵਿਰਤੀ ਦੀ ਬਣਾਵਟ ਦੀ ਸਭ ਤੋਂ ਅਜੀਬ ਗੱਲ ਇਹੀ ਹੈ ਕਿ ਅਸੀਂ ਸਭ ਚਾਹੁੰਦੇ ਹਾਂ ਕਿ ਸਾਨੂੰ ਕੋਈ ਦੱਸੇ, ਇਸ ਕਰਕੇ ਵੀ ਕਿ ਅਸੀਂ ਖੁਦ 10,000 ਸਾਲਾਂ ਦੇ ਪ੍ਰੋਪਗੰਡੇ ਦਾ ਫਲ ਹਾਂ। ਅਸੀਂ ਕੇਵਲ ਓਨਾ ਹੀ ਸੋਚਣ ਵਿਚਾਰਨ ਦਾ ਹੌਸਲਾ ਕਰਦੇ ਹਾਂ ਜਿਸ ਦੀ ਹਾਮੀ ਦੂਜੇ ਵੀ ਭਰਨ ਤੇ ਜਿਸ ਨੂੰ ਸਾਰੇ ਮੰਨਦੇ ਹੋਣ, ਜਦ ਕਿ ਸਵਾਲ ਕਰਨ ਦਾ ਅਸਲ ਅਰਥ ਹੈ ਖੁਦ ਤੋਂ ਪੁੱਛਣਾ। ਮੈਂ ਜੋ ਕਹਿ ਰਿਹਾ ਹਾਂ ਉਸ ਦਾ ਕੋਈ ਖਾਸ ਮੁੱਲ ਨਹੀਂ। ਉਸ ਨੂੰ ਤੇ ਤੁਸੀਂ ਕਿਤਾਬ ਬੰਦ ਕਰਨ ਸਾਰ ਹੀ ਭੁੱਲ ਜਾਓਗੇ, ਜਾਂ ਕੁਝ ਕਥਨਾਂ ਨੂੰ ਇੱਥੇ ਉੱਥੇ ਦੁਹਰਾਉਂਦੇ ਫਿਰੋਗੇ, ਜਾਂ ਜੋ ਪੜ੍ਹਿਆ ਹੈ ਉਸ ਦੀ ਤੁਲਨਾ ਕਿਸੇ ਹੋਰ ਕਿਤਾਬ ਨਾਲ ਕਰੋਗੇ। ਪਰ ਦੁੱਖ ਤਾਂ ਇਹ ਹੈ ਕਿ ਤੁਸੀਂ ਆਪਣੇ ਜੀਵਨ ਦਾ ਸਾਹਮਣਾ ਕਦੀ ਨਹੀਂ ਕਰੋਗੇ, ਅਤੇ ਸਾਰਾ ਮਹੱਤਵ ਤੇ ਮੁੱਲ ਐਸੇ ਗੱਲ ਦਾ ਹੈ। ਆਪਣਾ ਜੀਵਨ, ਆਪਣਾ ਆਪਾ, ਆਪਣਾ ਛੋਟਾਪਨ, ਆਪਣਾ ਛਿਛਲਾਪਨ, ਆਪਣਾ ਲੋਭ, ਆਪਣੀ ਕੁਝ ਬਣਨ ਦੀ ਇੱਛਾ, ਆਪਣੀ ਹਿੰਸਾ, ਆਪਣਾ ਜ਼ੁਲਮ, ਹਰ ਰੋਜ਼ ਦਾ ਆਪਣਾ ਦੁੱਖ ਦਰਦ, ਆਪਣੀ ਪੀੜ ਤੇ ਪਰੇਸ਼ਾਨੀ, ਇਹ ਸਭ ਤੁਸੀਂ ਸਮਝਣਾ ਹੈ। ਇਸ ਤੋਂ ਉੱਭਰਨ ਲਈ ਨਾ ਜ਼ਮੀਨ ਤੇ ਕੋਈ ਹੈ, ਨਾ ਸਵਰਗ ਵਿੱਚ, ਪਰ ਤੁਸੀਂ ਖੁਦ ਆਪਣੇ ਆਪ ਨੂੰ ਜ਼ਰੂਰ ਉਭਾਰ ਸਕਦੇ ਹੋ। ਆਪਣੇ ਰੋਜ਼ਮर्रा ਦੇ ਜੀਵਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਜੋ ਕੁਝ ਚੱਲ ਰਿਹਾ ਹੈ, ਉਸ ਨੂੰ ਦੇਖਦੇ ਹੋਏ ਜਦ ਤੁਸੀਂ ਗੱਲ ਕਰਦੇ ਹੋ, ਜਦ ਤੁਸੀਂ ਕਲਮ ਚੁੱਕਦੇ ਹੋ, ਜਦ ਕਿਤੇ ਚਹਿਲ ਕਦਮੀ ਲਈ ਜਾਂਦੇ ਹੋ, ਜਾਂ ਜਦੋਂ ਕਿਸੇ ਬਾਗ ਵਿੱਚ ਇਕੱਲੇ ਕਾਰੇ ਘੁੰਮਦੇ ਹੋ, ਤਾਂ ਆਪਣੀਆਂ ਇਹਨਾਂ ਕਿਰਿਆਵਾਂ ਤੇ ਗਤੀਵਿਧੀਆਂ ਦੌਰਾਨ ਕੀ ਤੁਸੀਂ ਇੱਕੋ ਵਾਰ, ਇੱਕੋ ਝਲਕ ਵਿੱਚ ਆਪਣੇ ਆਪ ਨੂੰ ਇੱਕਦਮ ਸਰਲਤਾ ਪੂਰਨ ਜਾਣ ਸਕਦੇ ਹੋ ਜੋ ਤੁਸੀਂ ਹੋ? ਜਦ ਤੁਸੀਂ ਆਪਣੇ ਆਪ ਨੂੰ ਜਿੱਦਾਂ ਦੇ ਹੋ ਉਹ ਜਾਣ ਲੈਂਦੇ ਹੋ, ਤਾਂ ਆਦਮੀ ਦਾ ਛਲ ਕਪਟ, ਪਰਪੰਚ, ਪਖੰਡ ਸਭ ਤੁਹਾਡੀ ਸਮਝ ਵਿੱਚ ਆ ਜਾਂਦਾ ਹੈ। ਪਰ ਇਹ ਜਾਣਨ ਸਮਝਣ ਲਈ ਤੁਹਾਨੂੰ ਆਪਣੇ ਆਪ ਨਾਲ ਧੁਰ ਅੰਦਰ ਤਾਈਂ ਪੂਰਾ ਇਮਾਨਦਾਰ ਹੋਣਾ ਪਵੇਗਾ। ਜਦ ਤੁਸੀਂ ਆਪਣੇ ਸਿਧਾਂਤਾਂ ਅਨੁਸਾਰ ਚੱਲਦੇ ਹੋ ਤਾਂ ਤੁਸੀਂ ਇਮਾਨਦਾਰ ਨਹੀਂ ਹੁੰਦੇ, ਕਿਉਂਕਿ ਸਿਧਾਂਤ ਤੁਹਾਡਾ ਆਦਰਸ਼ ਹੋ ਸਕਦਾ ਹੈ, ਤੁਹਾਡੀ ਹਕੀਕਤ ਜਾਂ ਅਸਲੀਅਤ ਨਹੀਂ। ਅਤੇ ਕੋਈ ਵੀ ਆਦਰਸ਼ ਰੱਖਣਾ ਨਿਰਾ ਪਾਗਲਪਨ ਹੈ। ਜੇ ਤੁਸੀਂ ਕੋਈ ਆਦਰਸ਼, ਵਿਸ਼ਵਾਸ ਜਾਂ ਸਿਧਾਂਤ ਪਾਲ ਰੱਖਿਆ ਹੈ, ਤਾਂ ਸੰਭਵ ਹੀ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਸਿੱਧੇ ਰੂਪ 'ਚ ਦੇਖ ਸਕੋ ਜਿਸ ਤਰ੍ਹਾਂ ਦੇ ਤੁਸੀਂ ਹੋ। ਕੀ ਤੁਸੀਂ ਪੂਰੇ ਨਿਖਾਤਾਤਮਕ ਹੋ ਸਕਦੇ ਹੋ, ਨਿਰਵਿਚਾਰ, ਨਿਰਭੈ ਤੇ ਪੂਰੀ ਤਰ੍ਹਾਂ ਸ਼ਾਂਤ, ਤੇ ਫਿਰ ਵੀ ਜੋਸ਼ ਨਾਲ ਭਰੇ, ਇੱਕਦਮ ਤਾਜ਼ੇ ਤੇ ਜੀਵੰਤ? ਮਨ ਦੀ ਉਹ ਅਵਸਥਾ ਜਿੱਥੇ ਕੋਈ ਲਾਲਸਾ ਨਹੀਂ ਹੈ, ਅਸਲ ਧਾਰਮਿਕ ਮਨ ਹੈ, ਜਿਸ ਨੂੰ ਲੋਕੀ ਸੱਚ, ਅਸਲੀਅਤ, ਪਰਮ ਆਨੰਦ, ਪਰਮਾਤਮਾ, ਸੁੰਦਰਤਾ ਜਾਂ ਪ੍ਰੇਮ ਆਖਦੇ ਹਨ। ਤੁਸੀਂ ਉਸ ਨੂੰ ਸੱਦ ਨਹੀਂ ਸਕਦੇ। ਕਿਰਪਾ ਕਰਕੇ ਇਸ ਸਧਾਰਨ ਤੇ ਸਿੱਧੀ ਗੱਲ ਨੂੰ ਪੱਲੇ ਬੰਨ੍ਹੋ। ਨਾ ਇਸ ਨੂੰ ਸੱਦ ਸਕਦੇ ਹਾਂ, ਨਾ ਇਸ ਦੀ ਖੋਜ ਕਰ ਸਕਦੇ ਹਾਂ, ਕਿਉਂਕਿ ਮਨ ਇਸ ਲਈ ਛੋਟਾ ਪੈ ਜਾਂਦਾ ਹੈ। ਮਨ ਤਾਂ ਇੱਕਦਮ ਨਾਦਾਨ ਤੇ ਨਾ ਸਮਝ ਹੈ। ਤੁਹਾਡੀਆਂ ਭਾਵਨਾਵਾਂ ਤਾਂ ਬਿਲਕੁਲ ਬਨਾਉਟੀ ਤੇ ਬੇਅਸਰ ਹਨ। ਤੁਹਾਡਾ ਜੀਵਨ ਤੇ ਰਹਿਣ ਸਹਿਣ ਇੰਨਾ ਅਸਤ ਵਿਅਸਤ ਹੈ ਤੇ ਉਲਝਿਆ ਪਿਆ ਹੈ, ਅਤੇ ਇਸ ਵਿਰਾਟ ਜੀਵਨ ਦੀ ਜਿਸ ਛੋਟੀ ਜਿਹੀ ਨੁਕਰੇ ਤੁਸੀਂ ਰਹਿ ਰਹੇ ਹੋ, ਉਹ ਇੰਨੀ ਗੰਦੀ, ਮੈਲੀ ਤੇ ਗਈ ਬੀਤੀ ਹੈ ਕਿ ਉਸ ਵਿੱਚੋਂ ਤੁਸੀਂ ਉਸ ਆਨੰਦ ਤੇ ਅਸੀਮ ਨੂੰ ਪਾਉਣ ਦਾ ਸੱਦਾ ਨਹੀਂ ਦੇ ਸਕਦੇ। ਕਿਸੇ ਨੂੰ ਸੱਦਾ ਦੇਣ ਲਈ ਉਸ ਨੂੰ ਜਾਣਨਾ ਜ਼ਰੂਰੀ ਹੈ, ਪਰ ਇਸ ਚੀਜ਼ ਨੂੰ ਤੁਸੀਂ ਜਾਣ ਨਹੀਂ ਸਕਦੇ। ਇਹ ਮਹੱਤਵਪੂਰਨ ਨਹੀਂ ਹੈ ਕਿ ਕੌਣ ਕਹਿੰਦਾ ਹੈ। ਜੇ ਕੋਈ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ, ਤਾਂ ਉਸ ਵੇਲੇ ਸਮਝ ਲਓ ਕਿ ਉਹ ਨਹੀਂ ਜਾਣਦਾ। ਜਿਸ ਪਲ ਤੁਸੀਂ
ਕਿਹਾ ਕਿ ਤੁਸੀਂ ਉਸ ਨੂੰ ਪਾ ਲਿਆ ਹੈ ਤਾਂ ਤੁਸੀਂ ਸਮਝੋ ਉਸ ਨੂੰ ਨਹੀਂ ਪਾਇਆ। ਜੇ ਤੁਸੀਂ ਕਹਿੰਦੇ ਹੋ ਤੁਹਾਨੂੰ ਉਸ ਦੀ ਅਨੁਭਵੀ ਹੋ ਗਈ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਨੂੰ ਉਸ ਦੀ ਅਨੁਭੂਤੀ ਕਦੇ ਨਹੀਂ ਹੋਈ। ਇਹ ਸਭ ਦੂਸਰੇ ਦਾ ਸ਼ੋਸ਼ਣ ਕਰਨ ਦੇ ਢੰਗ ਤਰੀਕੇ ਹਨ। ਇਹ ਸ਼ੋਸ਼ਣ ਚਾਹੇ ਆਪਣੇ ਦੋਸਤ ਦਾ ਕਰੋ ਜਾਂ ਦੁਸ਼ਮਣ ਦਾ। ਤੇ ਅਸੀਂ ਖੁਦ ਤੋਂ ਹੀ ਪੁੱਛਦੇ ਹਾਂ ਕਿ ਬਿਨਾਂ ਕਿਸੇ ਸੱਦੇ ਪੱਤਰ ਦੇ, ਬਿਨਾਂ ਇੰਤਜ਼ਾਰ, ਬਿਨਾਂ ਕੋਸ਼ਿਸ਼, ਬਿਨਾਂ ਖੋਜ ਦੇ ਉਸ ਸ਼ੈ ਦਾ ਦਰਸ਼ਨ ਸੰਭਵ ਹੈ। ਇਸ ਨੂੰ ਇੱਕ ਠੰਡੀ ਹਵਾ ਵਾਂਗ ਆਉਣ ਦਿਓ ਜੋ ਖੁੱਲ੍ਹੀ ਖਿੜਕੀ ਥਣੀ ਆ ਜਾਂਦੀ ਹੈ। ਤੁਸੀਂ ਉਸ ਠੰਡੀ ਹਵਾ ਦੇ ਬੁੱਲੇ ਨੂੰ ਬੁਲਾਵਾ ਨਹੀਂ ਭੇਜ ਸਕਦੇ, ਪਰ ਖਿੜਕੀ ਖੁੱਲ੍ਹੀ ਰੱਖ ਸਕਦੇ ਹੋ। ਇਸ ਦਾ ਇਹ ਅਰਥ ਨਹੀਂ ਕਿ ਖਿੜਕੀ ਖੋਲ੍ਹ ਕੇ ਇੰਤਜ਼ਾਰ ਕਰਨ ਲੱਗ ਜਾਓ। ਅਜਿਹਾ ਆਪਣੇ ਆਪ ਨਾਲ ਇੱਕ ਹੋਰ ਧੋਖਾ ਹੋਵੇਗਾ, ਕਿਉਂਕਿ ਜਦ ਤੁਸੀਂ ਆਪਣੇ ਆਪ ਨੂੰ ਇਸ ਖੁੱਲ੍ਹਾ ਰੱਖਦੇ ਹੋ ਕਿਉਂਕਿ ਤੁਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਹ ਵਿਚਾਰ ਦਾ ਹੀ ਰੂਪ ਹੈ। ਕੀ ਤੁਸੀਂ ਕਦੇ ਆਪਣੇ ਆਪ ਤੋਂ ਪੁੱਛਿਆ ਹੈ ਕਿ ਆਖਰ ਆਦਮੀ ਕੋਲ ਉਹ ਕਿਉਂ ਨਹੀਂ ਹੈ? ਆਦਮੀ ਬੱਚੇ ਪੈਦਾ ਕਰਦਾ ਹੈ, ਕਾਮ ਵਾਸਨਾ ਦਾ ਸੁੱਖ ਭੋਗਦਾ ਹੈ, ਦੋਸਤੀ ਸੰਗ ਸਾਥ ਵਿੱਚ ਮਿਲ ਜੁਲ ਕੇ ਰਹਿਣਾ, ਆਪਸ ਵਿੱਚ ਵੰਡ ਕੇ ਖਾਣਾ, ਜਿਉਣਾ, ਰਸ ਮਿਠਾਸ, ਇਹ ਸਭ ਉਸ ਨੂੰ ਪ੍ਰਾਪਤ ਹੈ। ਪਰ ਇੱਕ ਚੀਜ਼ ਤੋਂ ਉਹ ਮਰਹੂਮ ਕਿਉਂ ਹੈ? ਕੀ ਤੁਹਾਡੇ ਇਸ ਗੱਲ ਦੀ ਹੈਰਾਨੀ ਨਹੀਂ ਹੋਈ ਕਦੇ ਵੀ? ਸੁਸਤੀ ਵੇਲੇ, ਆਲਸ ਵੇਲੇ, ਕਦੇ ਕਿਸੇ ਸੁਨਸਾਨ ਸੜਕ 'ਤੇ ਇਕੱਲੇ ਟਹਿਲਦੇ ਹੋਏ, ਜਾਂ ਕਿਸੇ ਗੰਦੀ ਗਲੀ ਵਿੱਚੋਂ ਗੁਜ਼ਰਦੇ ਹੋਏ, ਜਾਂ ਕਿਸੇ ਬੱਸ 'ਚ ਬੈਠੇ ਹੋਏ, ਜਾਂ ਕਿਸੇ ਸਮੁੰਦਰ ਕਿਨਾਰੇ ਆਪਣੀਆਂ ਛੁੱਟੀਆਂ ਬਿਤਾਉਂਦੇ ਹੋਏ, ਜਾਂ ਝਰਨਿਆਂ, ਦਰਖਤਾਂ, ਪੰਛੀਆਂ, ਪਸ਼ੂਆਂ ਭਰੇ ਕਿਸੇ ਜੰਗਲ ਵਿੱਚ ਟਹਿਲਦੇ ਹੋਏ, ਇਹਨਾਂ ਸਭ ਵਿੱਚੋਂ ਕਿਸੇ ਮੌਕੇ ਕੀ ਤੁਹਾਨੂੰ ਯਾਦ ਨਹੀਂ ਆਇਆ ਕਿ ਮਨੁੱਖ ਜੋ ਲੱਖਾਂ ਸਾਲਾਂ ਤੋਂ ਇਸ ਜ਼ਮੀਨ 'ਤੇ ਰਹਿ ਰਿਹਾ ਹੈ, ਇਸ ਚੀਜ਼ ਨੂੰ ਕਿਉਂ ਨਹੀਂ ਹਾਸਲ ਕਰ ਸਕਿਆ? ਇਸ ਕਦੇ ਨਾ ਮੁਰਝਾਉਣ ਵਾਲਾ ਅਦਭੁਤ ਫੁੱਲ ਨੂੰ ਉਹ ਕਿਉਂ ਨਹੀਂ ਹਾਸਲ ਕਰ ਸਕਿਆ? ਆਖਰ ਕੀ ਕਾਰਨ ਕਿ ਤੁਸੀਂ ਇੱਕ ਇਨਸਾਨ ਹੋਣ ਦੇ ਨਾਤੇ ਜੋ ਇੰਨਾ ਸਮਰੱਥ, ਹੁਸ਼ਿਆਰ ਤੇ ਚਲਾਕ ਹੈ, ਜਿਸ ਕੋਲ ਅਦਭੁਤ ਤਕਨੀਕੀ ਗਿਆਨ ਹੈ, ਜਿਸ ਨੇ ਆਕਾਸ਼, ਧਰਤੀ ਤੇ ਸਮੁੰਦਰ ਮਿਣ ਲਿਆ ਹੈ, ਜਿਸ ਕੋਲ ਵੱਧ ਤੋਂ ਵੱਧ ਯੋਗਤਾ ਵਾਲੇ ਕੰਪਿਊਟਰ ਹਨ, ਪਰ ਜੋ ਸਭ ਤੋਂ ਕੀਮਤੀ, ਬੇਸ਼ਕੀਮਤੀ ਚੀਜ਼ ਹੈ, ਉਹ ਉਸ ਕੋਲ ਕਿਉਂ ਨਹੀਂ ਹੈ? ਪਤਾ ਨਹੀਂ ਤੁਸੀਂ ਕਦੇ ਗੰਭੀਰਤਾ ਨਾਲ ਇਸ ਸਵਾਲ ਦਾ ਸਾਹਮਣਾ ਕੀਤਾ ਹੈ ਕਿ ਨਹੀਂ ਕੀਤਾ। ਤੁਹਾਡਾ ਦਿਲ ਇੰਨਾ ਖਾਲੀ ਖਾਲੀ ਕਿਉਂ ਹੈ? ਜੇ ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ ਤਾਂ ਤੁਹਾਡਾ ਜਵਾਬ ਕੀ ਹੋਵੇਗਾ? ਤੁਹਾਡਾ ਸਿੱਧਾ ਜਵਾਬ ਬਿਨਾਂ ਕਿਸੇ ਹੇਰ ਫੇਰ ਦੇ, ਬਿਨਾਂ ਸ਼ਬਦਾਂ ਦੇ ਦਿਖਾਵੇ ਜਾਂ ਚਲਾਕੀ ਦੇ ਕੀ ਹੋਏਗਾ? ਤੁਸੀਂ ਜਿੰਨੀ ਤੀਬਰਤਾ, ਗੰਭੀਰਤਾ ਅਤੇ ਗਹਿਨਤਾ ਨਾਲ ਇਹ ਸਵਾਲ ਪੁੱਛੋਗੇ, ਉਸ ਦੇ ਅਨੁਰੂਪ ਤੁਹਾਡਾ ਜਵਾਬ ਹੋਵੇਗਾ। ਪਰ ਨਾ ਤੁਸੀਂ ਗਹਿਨ ਹੋ, ਨਾ ਗੰਭੀਰ। ਉਹ ਇਸ ਲਈ ਕਿ ਤੁਹਾਡੇ ਕੋਲ ਊਰਜਾ ਨਹੀਂ ਹੈ। ਊਰਜਾ ਅਰਥਾਤ ਜੋਸ਼, ਅਤੇ ਬਿਨਾਂ ਜੋਸ਼ ਤੋਂ ਤੁਸੀਂ ਸੱਚ ਨੂੰ ਨਹੀਂ ਪਾ ਸਕਦੇ। ਉਹ ਜੋਸ਼ ਜੋ ਪ੍ਰਚੰਡਤਾ ਨਾਲ ਭਰਿਆ ਹੋਇਆ, ਉਹ ਜੋਸ਼ ਜਿਸ ਵਿੱਚ ਕੋਈ ਵੀ ਲੁਕੀ ਛਿਪੀ ਚਾਹ ਤੇ ਕਾਮਨਾ ਨਾ ਹੋਏ। ਪਰ ਜੋਸ਼ ਤੁਹਾਡੇ ਲਈ ਡਰਾਉਣੀ ਚੀਜ਼ ਹੈ, ਕਿਉਂਕਿ ਜਦ ਤੁਹਾਡੇ ਕੋਲ ਜੋਸ਼ ਹੁੰਦਾ ਹੈ ਤਾਂ ਤੁਸੀਂ ਡਰਦੇ ਹੋ, ਕੀ ਪਤਾ ਨਹੀਂ ਇਹ ਤੁਹਾਨੂੰ ਕਿੱਥੇ ਲੈ ਜਾਏਗਾ। ਕੀ ਕਿਤੇ ਡਰ ਦੇ ਕਾਰਨ ਹੀ ਤੁਸੀਂ ਉਸ ਊਰਜਾ ਤੋਂ ਵੰਚਿਤ ਤਾਂ ਨਹੀਂ ਹੋ, ਜਿਸ ਨਾਲ ਪਤਾ ਲਗਾ ਸਕਦੇ ਹੋ ਕਿ ਪ੍ਰੇਮ ਦਾ ਗੁਣ ਤੁਹਾਡੇ ਅੰਦਰ ਕਿਉਂ ਨਹੀਂ ਹੈ? ਤੁਹਾਡੇ ਦਿਲ ਵਿੱਚ ਪ੍ਰੇਮ ਦਾ ਇਹ ਦੀਵਾ ਕਿਉਂ ਨਹੀਂ ਜਗਦਾ? ਜੇ ਤੁਸੀਂ ਆਪਣੇ ਦਿਲ ਨੂੰ ਟਟੋਲਿਆ ਹੈ, ਉਸ ਦੀ ਨੇੜੇ ਹੋ ਕੇ ਛਾਣਬੀਨ ਕੀਤੀ ਹੈ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਕੋਲ ਇਹ ਕਿਉਂ ਨਹੀਂ ਹੈ। ਜੇ ਇਸ ਦੀ ਖੋਜ ਤੁਸੀਂ ਪੂਰੇ ਜੋਸ਼ ਨਾਲ ਭਰ ਕੇ ਕਰੋਗੇ ਤਾਂ ਤੁਸੀਂ ਅਚਾਨਕ ਪਾਓਗੇ ਕਿ ਇਹ ਤਾਂ ਜਿੰਦਾ ਹੈ। ਜੋਸ਼ ਦਾ ਸਭ ਤੋਂ ਉੱਚਾ ਰੂਪ ਨਿਖੇਧ ਹੈ। ਪੂਰਨ ਨਿਖੇਧ ਹੀ ਉਹ ਰਸਤਾ ਹੈ ਜਿਸ ਵਿੱਚੋਂ ਪ੍ਰੇਮ ਉਪਜਦਾ ਹੈ। ਨਿਮਰਤਾ ਵਾਂਗ ਹੀ ਤੁਸੀਂ ਪ੍ਰੇਮ ਵੀ ਪੈਦਾ ਨਹੀਂ ਕਰ ਸਕਦੇ। ਅਹੰਕਾਰ ਦੇ ਬਿਲਕੁਲ ਖਤਮ ਹੋਣ ਨਾਲ ਹੀ ਨਿਮਰਤਾ ਦਾ ਜਨਮ ਹੁੰਦਾ ਹੈ। ਫਿਰ ਤੁਹਾਨੂੰ ਭਾਵੇਂ
ਪਤਾ ਵੀ ਨਾ ਲੱਗੇ ਕਿ ਵਿਨਮਰ ਹੋਣਾ ਕੀ ਹੈ। ਉਹ ਆਦਮੀ ਜਿਸ ਨੂੰ ਆਪਣੇ ਵਿਨਮਰ ਹੋਣ ਦਾ ਪਤਾ ਹੈ ਉਹ ਅਹੰਕਾਰੀ ਆਦਮੀ ਹੈ। ਇਸੇ ਤਰ੍ਹਾਂ ਜਦ ਤੁਸੀਂ ਆਪਣੇ ਪੂਰੇ ਦਿਲ ਨਾਲ, ਆਪਣੇ ਪੂਰੇ ਵਜੂਦ ਤੇ ਜਾਨ ਪ੍ਰਾਣ ਨਾਲ ਜੀਵਨ ਦੇ ਰਸਤੇ ਦਾ ਪਤਾ ਲਗਾਉਂਦੇ ਹੋ, ਜੋ ਅਸਲ ਹੈ ਉਸ ਨੂੰ ਵੇਖਦੇ ਹੋ ਤੇ ਉਸ ਤੋਂ ਪਾਰ ਚਲੇ ਜਾਂਦੇ ਹੋ, ਅਤੇ ਜੋ ਤੁਸੀਂ ਜੀ ਰਹੇ ਹੋ ਉਸ ਜੀਵਨ ਨੂੰ ਪੂਰੀ ਤਰ੍ਹਾਂ ਤੇ ਸਮੁੱਚਤਾ ਨਾਲ ਨਕਾਰ ਦਿੰਦੇ ਹੋ, ਫਿਰ ਜੋ ਕੁਰੂਪ, ਕਠੋਰ, ਬੇਰਹਿਮ ਹੈ ਉਸ ਨੂੰ ਰੱਦ ਕਰਨ ਵਿੱਚ ਹੀ ਉਸ ਦਾ ਜਨਮ ਹੁੰਦਾ ਹੈ, ਜੋ ਕੁਝ ਹੋਰ ਹੈ ਅਤੇ ਤੁਸੀਂ ਉਸ ਨੂੰ ਜਾਣ ਵੀ ਨਹੀਂ ਸਕਦੇ। ਉਹ ਆਦਮੀ ਜੋ ਜਾਣਦਾ ਹੈ ਕਿ ਉਹ ਸ਼ਾਂਤ, ਖਾਲੀ ਤੇ ਪ੍ਰੇਮਪੂਰਨ ਹੈ, ਅਸਲ ਵਿੱਚ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਪ੍ਰੇਮ ਤੇ ਮੌਨ ਕੀ ਹੈ।